ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਪ੍ਰੀਤ ਸੰਧਾਵਾਲੀਆ ਸਵਾਗਤ ਕਰਦਾ ਜੀ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ। ਅੱਜ ਸ਼ੁੱਕਰਵਾਰ ਦਾ ਦਿਨ ਹੈ, ਵੈਸੇ ਇਸ ਦਿਨ ਆਪਣੇ ਨਾਲ ਬਾਠ ਸਾਹਿਬ ਹੁੰਦੇ ਨੇ, ਪਰ ਅੱਜ ਇੱਕ ਦਿਨ ਪਹਿਲਾਂ ਹੀ ਪੰਨੂ ਸਾਹਿਬ ਆਪਣੇ ਨਾਲ ਨੇ ਇਸ ਪ੍ਰੋਗਰਾਮ ਦੇ ਵਿੱਚ। ਸਭ ਤੋਂ ਪਹਿਲਾਂ ਆਪਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਪੰਨੂ ਸਾਹਿਬ ਬਹੁਤ ਬਹੁਤ ਸਵਾਗਤ ਜੀ। ਜੀ ਸ਼ੁਕਰ। ਤੇ ਪੰਨੂ ਸਾਹਿਬ ਅੱਜ ਗੱਲਾਂ ਬਾਤਾਂ ਤਾਂ ਕਾਫੀ ਨੇ ਕਰਨ ਵਾਲੀਆਂ, ਤੇ ਮੈਂ ਨਾ ਆਪਾਂ ਨਾਲ ਦੀ ਨਾਲ ਇਹ ਵੀ ਦੱਸ ਦਈਏ ਕਿ ਜਦੋਂ ਆਪਾਂ ਇਹ ਗੱਲਾਂ ਬਾਤਾਂ ਸ਼ੁਰੂ ਕਰ ਰਹੇ ਹਾਂ ਉਧਰ ਨਾਲ ਦੀ ਨਾਲ ਮੋਦੀ ਸਰਕਾਰ ਨੇ ਆਪਣਾ ਆਖਰੀ ਜਿਹੜਾ ਬਜਟ ਸੈਸ਼ਨ ਹੈ ਜਿਹੜਾ ਉਹ ਵੀ ਸ਼ੁਰੂ ਹੋ ਗਿਆ। ਅੰਤਰਿਮ ਬਜਟ ਅੱਜ ਪੇਸ਼ ਹੋਣਾ ਹੁਣ ਤੋਂ ਚੰਦ ਸਮੇਂ ਬਾਅਦ, ਇਹਦੇ ਉੱਤੇ ਕੁਝ ਕਹਿਣਾ ਚਾਹੋਗੇ? 4 ਸਾਲ ਸਿਰਫ ਲਾਰਿਆਂ ਦੇ ਲਾਲੀਪਾਪ ਚੂਸਣ ਨੂੰ ਦਿੱਤੇ ਜੀ। 5ਵੇਂ ਸਾਲ ਦੇ ਵਿੱਚ ਲੋਕਾਂ ਨੂੰ ਝਾਕ ਸੀ ਕਿ ਸਰਕਾਰ ਕੁਝ ਕਰੇਗੀ ਜੀ, ਕੀਤਾ। ਪਰ ਜਿਸ ਤਰ੍ਹਾਂ ਨਲਾਇਕ ਕਿਸਾਨ ਜਿਹੜਾ ਖੇਤਾਂ 'ਚ ਖਾਦ ਦਾ ਛੱਟਾ ਦੇਵੇ ਤੇ ਇਕਸਾਰ ਨਹੀਂ ਦਿੰਦਾ, ਉਹਦੇ ਬਾਅਦ ਕਿਸੇ ਥਾਂ ਦੇ ਉੱਤੇ ਜਿਹੜੀ ਫਸਲ ਆ ਜ਼ਿਆਦਾ ਖਾਦ ਨਾਲ ਕਾਲੀ ਹੋ ਜਾਂਦੀ ਹੈ ਜੀ, ਤੇ ਕਿਸੇ ਥਾਂ ਤੇ ਖਾਦ ਪਈ ਨਹੀਂ ਤੇ ਉਹ ਵਿਚਾਰੀ ਪੀਲੀ ਜਿਹੀ ਹੁੰਦੀ ਹੈ। ਇਹਨਾਂ ਆਖਰੀ ਸਾਲ ਦੇ ਵਿੱਚ ਵੀ ਛੱਟਾ ਇੱਦਾਂ ਦਾ ਦਿੱਤਾ। ਹੁਣ ਜਦੋਂ ਬਜਟ ਪੇਸ਼ ਕਰਨ ਲੱਗੇ ਨੇ ਜੀ, ਬਜਟ ਨਹੀਂ ਇੰਟਰਮ ਬਜਟ ਜੀ, ਇਸ ਬਜਟ ਵਿੱਚ ਜਾਂਦਿਆਂ ਟੌਫੀਆਂ ਵੰਡਣਗੇ। ਟੌਫੀਆਂ, ਤੁਹਾਡੇ ਲਈ ਆਹ ਕਰਤਾ, ਤੁਹਾਡੇ ਲਈ ਆਹ ਕਰਤਾ। ਜੇ ਕੁਝ ਕਰਨਾ ਹੀ ਸੀ ਤੇ 5 ਸਾਲ ਸੁੱਕੇ ਕੋਈ ਲੰਘਣ ਦਿੱਤੇ। ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਤਕਰੀਰ ਚੱਲਦੀ ਪਈ ਆ, ਬੜੀ ਵਾਇਰਲ ਹੋ ਰਹੀ ਆ, ਜਿਹੜੀ ਨਰਿੰਦਰ ਮੋਦੀ ਸਾਹਿਬ ਨੇ 2014 ਦੀਆਂ ਚੋਣਾਂ ਜਿੱਤਣ ਤੋਂ ਪਹਿਲਾਂ ਕੀਤੀ ਸੀ ਕਿ ਸਰਕਾਰਾਂ 4 ਸਾਲ ਕੱਖ ਨਹੀਂ ਕਰਦੀਆਂ ਜੀ, 5ਵੇਂ ਸਾਲ 'ਚ ਜਾ ਕੇ ਲੋਕਾਂ ਨੂੰ ਖੁਸ਼ ਕਰਨ ਦਾ ਯਤਨ ਕਰਦੀਆਂ। ਮੈਂ 5ਵਾਂ ਸਾਲ ਨਹੀਂ ਉਡੀਕਾਂਗਾ, ਜੋ ਕਰਨਾ ਪਹਿਲਾਂ ਤੁਹਾਨੂੰ ਕਰਕੇ ਵਿਖਾਵਾਂਗਾ। ਹੁਣ ਉਹ ਲੋਕੀ ਉਚੇਚੇ ਤੌਰ 'ਤੇ ਉਹ ਵੀਡੀਓ ਹੱਥੋਂ ਹੱਥੀ ਇੱਕ ਦੂਸਰੇ ਨੂੰ ਦਿਖਾ ਰਹੇ ਆ ਜੀ ਕਿ ਇਹ ਉਹੀ ਮੋਦੀ ਸਾਹਿਬ ਹੈ ਜਿਨ੍ਹਾਂ ਨੇ 2014 'ਚ ਆ ਕਿਹਾ ਸੀ। ਉੱਦਾਂ ਜੇ ਮੋਦੀ ਸਾਹਿਬ ਦੀ ਕੰਟਰੀਬਿਊਸ਼ਨ ਗਿਣੀ, ਇਹਨਾਂ ਦੀ 5 ਸਾਲਾਂ ਦੀ ਕਾਰਕਰਦਗੀ ਨੂੰ ਵੇਖਣਾ ਹੋਵੇ ਤੇ ਉਹ ਥੋੜ੍ਹੀ ਨਹੀਂ ਜੀ। ਪਹਿਲੀ ਗੱਲ ਤਾਂ ਇਹ ਆ ਕਿ ਅਸੀਂ ਅੱਜ ਤੱਕ ਟੋਟਕੇ ਸੁਣੇ ਸਨ, ਚੁਟਕਲੇ ਸੁਣੇ ਸਨ, ਲਤੀਫੇ ਸੁਣੇ ਸਨ। ਭਾਰਤ ਦੀਆਂ ਸਾਰੀਆਂ ਭਾਸ਼ਾਵਾਂ ਵਿੱਚ ਬੋਲਿਆ ਜਾਣ ਵਾਲਾ ਇੱਕ ਸਾਂਝਾ ਲਫ਼ਜ਼ ਜਿਹੜਾ ਉਹ ਮੋਦੀ ਤੇ ਅਮਿਤ ਸ਼ਾਹ ਦੋਵਾਂ ਨੇ ਪੇਸ਼ ਕੀਤਾ, ਉਹਦਾ ਨਾਂ ਜੁਮਲਾ। ਜੁਮਲਾ, ਚੁਣਾਵ ਜੁਮਲਾ ਜੀ। ਜਿੰਨਾ ਚਿਰ ਤੱਕ ਇਹ ਨਹੀਂ ਆਏ ਜੁਮਲਾ ਲਫ਼ਜ਼ ਇੱਥੇ ਕਦੇ ਕਿਸੇ ਸੁਣਿਆ ਹੀ ਨਹੀਂ ਸੀ ਜੀ। ਉਦੋਂ ਪਤਾ ਲੱਗਾ, ਫਿਰ ਲੋਕੀ ਇੱਕ ਦੂਸਰੇ ਨੂੰ ਪੁੱਛਣ ਕਿ ਜੁਮਲਾ ਕੀ ਹੁੰਦਾ। ਤੇ ਮੈਂ ਇੱਕ ਪੂਰਬੀਆ ਮਜ਼ਦੂਰ ਨੂੰ ਪੁੱਛਿਆ, ਉਹ ਸ਼ਾਇਦ ਬਿਹਾਰ ਜਾਂ ਝਾਰਖੰਡ ਤੋਂ ਆਇਆ ਸੀ। ਅਰੇ ਭਈਆ ਇਹ ਜੁਮਲਾ क्या होता है? कहता अरे बाबू जी वही दूसरे के आंख में धूल झोंकने को जुमला कहता है। जी, जुमला कहता है। अच्छा, वो फिर मैंने आख्या, मैं आख्या मुझे तुम्हारी बात नहीं समझ आई। वो मोदी जी बोलते हैं कि जुमला जुमला आंखों में धूल झोंकना कैसा होता है जी। तो कहता अरे बाबू जी वो शिल्पा शेट्टी है ना। मैं कहा है, वो सुना आई हूँ बरेली बाजार लूटने, जी जी, आई हूँ यूपी बिहार लूटने, वो जुमला होता है। ਹੁਣ ਉਹ ਵਿਚਾਰਾ ਮਜ਼ਦੂਰ ਆਪਣੇ ਢੰਗ ਨਾਲ, ਜਿਹੜੇ ਗਰੀਬ ਲੋਕ ਨੇ, ਜੀ ਉਹ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਵੀ ਇਹਨਾਂ ਨੂੰ ਪਤਾ ਲੱਗ ਜਾਏ। ਜਿਹੜੇ ਗਰੀਬ ਲੋਕ ਨੇ ਜਿਨ੍ਹਾਂ ਨੂੰ ਦੋਵੇਂ ਡੰਗ ਦੀ ਰੋਟੀ ਵਾਸਤੇ ਖੱਪ ਮਰਨਾ ਪੈਂਦਾ ਜੀ, ਤੇ ਫਿਰ ਵੀ ਕਈ ਵਾਰੀ ਸ਼ਾਮ ਨੂੰ ਜਦੋਂ ਦਿਹਾੜੀ ਲੈਣ ਜਾਂਦੇ ਤੇ ਉਹ ਕਹਿੰਦੇ ਕੱਲ੍ਹ ਲਿਆਵੇਂ, ਤੇ ਰਾਤ ਕਦੇ ਭੁੱਖੇ ਸੌਣਾ ਪੈਂਦਾ। ਉਹ ਜ਼ਿੰਦਗੀ ਦੀਆਂ ਕੌੜੀਆਂ ਹਕੀਕਤਾਂ ਦੇ ਸਾਡੇ ਨਾਲੋਂ ਵੱਧ ਨੇੜੇ ਹੁੰਦੇ ਆ। ਬਿਲਕੁਲ ਸਹੀ ਗੱਲ। ਜਦੋਂ ਉਹ ਦੱਸਦੇ ਆ ਨਾ, ਕਹਿੰਦਾ ਆਈ ਹੂੰ यूपी बिहार लूटने, बरेली का बाजार लूटने, वो बाबू जी वो जुमला होता है। मैं कहा ठीक है, ਹੁਣ ਮੈਨੂੰ ਸਮਝ ਆ ਗਿਆ। ਇੱਕ ਤਾਂ ਇਹਨਾਂ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਹੈ ਜੀ, ਜੁਮਲਾ ਰਾਜਨੀਤੀ। ਦੂਸਰਾ, ਮੈਂ ਅੱਜ ਤੱਕ ਇਹ ਵੇਖਿਆ ਸੀ ਕਿ ਕਦੇ ਹਵਾਈ ਜਹਾਜ਼ ਦੇ ਥੱਲੇ ਕਿਸੇ ਨੇ ਜਹਾਜ਼ ਨਹੀਂ ਲਿਖਿਆ ਜੀ, ਮੋਰ ਦੇ ਥੱਲੇ ਕਦੇ ਕਿਸੇ ਨੇ ਮੋਰ ਨਹੀਂ ਸੀ ਲਿਖਿਆ ਜੀ, ਕਦੇ ਗਾਂ ਦੇ ਥੱਲੇ ਕਿਸੇ ਨੇ ਗਾਂ ਨਹੀਂ ਸੀ ਲਿਖਿਆ ਜੀ। ਸਾਨੂੰ ਪਹਿਲੀ ਵਾਰੀ ਇਹੋ ਜਿਹਾ ਪ੍ਰਧਾਨ ਮੰਤਰੀ ਮਿਲਿਆ ਜਿਹੜਾ ਅਮਰੀਕਾ ਦੇ ਰਾਸ਼ਟਰਪਤੀ ਨੂੰ ਮਿਲਣ ਲੱਗਿਆ ਤੇ ਮੋਢਿਆਂ ਤੋਂ ਲੈ ਕੇ ਗੋਡਿਆਂ ਤੱਕ ਸਾਰੇ ਸੂਟ ਦੇ ਉੱਤੇ ਲਿਖਿਆ ਸੀ ਮੋਦੀ 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 ਮੋਦੀ। ਕਿਤੇ ਭੁਲੇਖੇ 'ਚ ਨਾ ਰਹੀ ਤੂੰ ਹੋਰ ਕਿਸੇ ਨੂੰ ਮਿਲਦਾ ਪਿਆ, ਮੋਦੀ ਆ ਮੈਂ ਜੀ। ਇਹ ਅੱਜ ਤੱਕ ਮੈਂ ਨਹੀਂ ਕਦੇ ਵੇਖਿਆ, ਪਹਿਲੀ ਵਾਰ। ਇਹ 2 ਵੱਡੀਆਂ ਪ੍ਰਾਪਤੀਆਂ ਨੇ। ਬਾਕੀ ਦੀਆਂ ਪ੍ਰਾਪਤੀਆਂ ਕਿਹੜੀਆਂ ਨੇ?
ਜੀ ਇਹ ਤਾਂ ਮੇਰਾ ਖਿਆਲ ਜੇ ਉਹਨਾਂ ਦੇ ਆਪਣੇ ਬੰਦਿਆਂ ਨੂੰ ਵੀ ਪੁੱਛੀਏ ਤੇ ਉਹਨਾਂ ਨੂੰ ਸਵੈ ਸੰਬਿਤ ਪਾਤਰਾ ਤੋਂ ਸੰਬਿਤ ਪਾਤਰਾ ਤਾਂ ਜਿਹੜਾ ਨਾ ਜੀ ਉਹ ਤੇ ਅਸਮਾਨ ਦੇ ਵਿੱਚ ਹੀ ਘੁੰਮਦਾ, ਬਿਲਕੁਲ ਸਹੀ। ਬਾਕੀ ਕਿਸੇ ਨੂੰ ਚੇਤੇ ਨਹੀਂ ਆਉਣੀਆਂ ਕਿਹੜੀਆਂ ਪ੍ਰਾਪਤੀਆਂ ਉਹਨਾਂ ਦੀਆਂ। ਪੰਜ ਸਾਹਿਬ ਆਪਾਂ ਅੱਜ ਤਾਂ ਜਦੋਂ ਚਲੋ ਬਜਟ ਸੈਸ਼ਨ ਹੋਣਾ, ਇਸ ਤੋਂ ਪਹਿਲਾਂ ਰਾਸ਼ਟਰਪਤੀ ਜੀ ਦੀ ਸਪੀਚ ਹੁੰਦੀ ਹੈ। ਰਾਸ਼ਟਰਪਤੀ ਜੀ ਨੇ ਵੀ ਉਹੀ ਭਾਸ਼ਣ ਪੜ੍ਹਨਾ ਜੋ ਸਰਕਾਰ ਨੇ ਦਿੱਤਾ। ਕੱਲ੍ਹ ਜਿਹੜਾ ਉਹਨਾਂ ਨੇ ਭਾਸ਼ਣ ਪੜ੍ਹਿਆ ਉਹਦੇ ਵਿੱਚ ਜਿਹੜੀਆਂ ਉਹਨਾਂ ਨੇ ਪ੍ਰਾਪਤੀਆਂ ਸਰਕਾਰ ਦੀਆਂ ਗਣਾਈਆਂ, ਉਹ ਸਾਰੇ ਕੁਛ ਨੂੰ ਤਾਂ ਵਿਰੋਧੀ ਨਾਕਾਮੀਆਂ ਕਹਿੰਦੇ ਆ। ਤੇ ਪਲੱਸ ਉਹਨਾਂ ਨੇ ਇਹ ਵੀ ਵਰਡ ਯੂਜ਼ ਕਰ ਲਿਆ ਕਿ ਇੱਕ ਨਵੇਂ ਭਾਰਤ ਨੂੰ ਬਣਾਇਆ ਗਿਆ ਮੋਦੀ ਸਰਕਾਰ ਦੇ ਟਾਈਮ ਦੇ ਉੱਪਰ, ਨਵੇਂ ਭਾਰਤ ਦੀ ਨੀਂਹ ਰੱਖੀ ਹੈ। ਇਹ ਨਵਾਂ ਭਾਰਤ ਤੁਸੀਂ ਕਿਵੇਂ ਦਾ ਦੇਖਦੇ ਹੋ ਵੀ ਜਿਹੜਾ ਗਾਵਾਂ ਲਈ ਜਾਂਦਾ ਉਹ ਵੀ ਕੁੱਟਦੇ ਹੋ? ਨਾ ਤਾਂ ਨਕਸ਼ਾ ਬਦਲਿਆ ਜੀ, ਉਹ ਦਾ ਉਹ ਆ, ਨਾ ਨਕਸ਼ ਬਦਲੇ ਆ ਜੀ, ਚਿਹਰਾ ਮੁਰਾ ਭਾਰਤ ਦਾ ਉਹ ਪੁਰਾਣੀ ਤੁੰਤ ਨਹੀਂ, ਉਹ ਪੁਰਾਣਾ ਰਾਗ, ਉਹ ਝੁੱਗੀਆਂ ਨੇ, ਉਹ ਢਾਰੇ ਨੇ, ਜੀ, ਉਹ ਨਦੀ ਨਾਲਿਆਂ 'ਚ ਗੰਦ ਵਗਦਾ। 22,000 ਕਰੋੜ ਰੁਪਇਆ ਪਹਿਲੇ 2 ਸਾਲਾਂ 'ਚ ਜੀ, ਗੰਗਾ ਮਈਆ ਦੀ ਸਫਾਈ ਤੇ ਲਾਤਾ ਤੇ ਸ਼ਹਿਰਾਂ ਦੇ ਸੀਵਰ ਅਜੇ ਵੀ ਉਹ 'ਚ ਪੈਂਦੇ ਆ। ਇੱਕ ਪਾਸਿਓਂ ਕਹਿੰਦੇ ਆ ਕਿ ਉਸ ਗੰਗਾ ਮਈਆ 'ਚ ਅੰਮ੍ਰਿਤ ਵਗਦਾ ਜੀ, ਤੇ ਦੂਸਰੇ ਪਾਸਿਓਂ ਸ਼ਹਿਰਾਂ ਦੇ ਟਾਇਲਟਸ ਦਾ ਗੰਦ ਵੀ ਜਦੋਂ ਉਹ 'ਚ ਜਾ ਰਿਹਾ। ਤੇ ਨਮਾਮੇ ਗੰਗਾ ਰਾਸ਼ਟਰਪਤੀ ਜੀ ਤਾਂ ਕਹਿੰਦੇ ਮੇਰੀ ਸਰਕਾਰ ਨੇ ਆਹ ਕਰਤਾ। ਰਾਸ਼ਟਰਪਤੀ ਦੀ ਭਾਰਤ ਵਿੱਚ ਇੱਕ ਮਜਬੂਰੀ ਆ। ਇਹ ਕੋਈ ਅਮਰੀਕਾ ਦਾ ਰਾਸ਼ਟਰਪਤੀ ਨਹੀਂ ਜਿਹੜਾ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਬੋਲ ਲੇ। ਸਾਡਾ ਰਾਸ਼ਟਰਪਤੀ ਸੰਵਿਧਾਨਕ ਮੁਖੀ ਹੋਣ ਕਰਕੇ ਸਿਰਫ ਉਹ ਬੋਲਦਾ ਜਿਹੜਾ ਉਹਨੂੰ ਮੰਤਰੀਆਂ ਦੀ ਕੌਂਸਲ ਲਿਖ ਕੇ ਦਿੰਦੀ ਹੈ। ਔਰ ਇੱਥੇ ਕਈ ਵਾਰੀ ਹਾਸੋਹੀਣੀਆਂ ਸਥਿਤੀਆਂ ਵੀ ਗੁਰਪ੍ਰੀਤ ਜੀ ਪੈਦਾ ਹੋ ਚੁੱਕੀਆਂ ਨੇ। ਜੀ, ਇੱਕ ਵਾਰੀ ਵਾਜਪਾਈ ਸਰਕਾਰ ਬਣ ਗਈ, ਉਹਨਾਂ ਨੇ ਆ ਕੇ ਅਜੇ ਭਰੋਸੇ ਦਾ ਵੋਟ ਲਿਆ ਨਹੀਂ ਸੀ। ਰਾਸ਼ਟਰਪਤੀ ਨੂੰ ਇੱਕ ਭਾਸ਼ਣ ਲਿਖ ਕੇ ਦੇ ਦਿੱਤਾ ਤੇ ਉਹਨੇ ਪੜ੍ਹਤਾ, ਤਾੜੀਆਂ ਵੱਜ ਗਈਆਂ, ਰਾਸ਼ਟਰਪਤੀ ਜੀ ਮੁੜ ਗਏ। ਜੀ, ਫਿਰ ਆਇਆ ਭਰੋਸੇ ਦਾ ਵੋਟ ਜੀ, ਤੇ ਵਾਜਪਾਈ ਸਾਹਿਬ ਦੇ ਕੋਲ ਭਰੋਸੇ ਦਾ ਵੋਟ ਹੈ ਨਹੀਂ ਸੀ, ਉਹਨੀਆਂ ਵੋਟਾਂ ਨਹੀਂ ਸੀ, ਸੀਟਾਂ ਨਹੀਂ ਸੀ, ਜੀ, ਛੱਡ ਕੇ ਤੁਰ ਗਏ। ਉਹਨਾਂ ਦੀ ਥਾਂ ਤੇ ਐਚ.ਡੀ. ਦੇਵਗੌੜਾ, ਜਿਹੜਾ ਕਰਨਾਟਕਾ ਵਾਲਾ ਹਰਦਨਹੱਲੀ ਡੋਡਾ ਗੌੜਾ ਦੇਵੇਗੌੜਾ, ਉਹਦੀ ਸਰਕਾਰ ਬਣ ਗਈ। ਇੱਕ ਨਾ ਪੇ ਨਾਂ ਦੱਸਿਓ ਮੈਨੂੰ ਸਰ। ਹਰਦਨਹੱਲੀ ਡੋਡਾ ਗੌੜਾ ਦੇਵੇਗੌੜਾ। ਇਹ ਕਿਵੇਂ ਯਾਦ ਕੀਤਾ ਤੁਸੀਂ? ਸਾਨੂੰ ਤਾਂ ਹੁੰਦਾ ਨਹੀਂ। ਉਹਦਾ ਪਤਾ ਕੀ ਹੈ ਜੀ, ਉਹਦਾ ਅਸਲੀ ਨਾਂ ਡੋਡਾ ਗੌੜਾ, ਜੀ, ਹਰਦਨਹੱਲੀ ਉਹਦਾ ਪਿੰਡ ਹੈ, ਅੱਛਾ ਜੀ, ਦੇਵੇਗੌੜਾ ਉਹਦੀ ਗੋਤ ਹੈ। ਜੀ, ਅੱਗੇ ਪਿੱਛੇ ਕਰਕੇ ਉਹਨੇ ਲਾ ਲਿਆ, ਉਹਦੀ ਮਰਜ਼ੀ, ਜਿੱਦਾਂ ਮਰਜ਼ੀ ਲਾਵੇ। ਤੁਸੀਂ ਇਦਾਂ ਯਾਦ ਕੀਤਾ ਵੀ ਆਹ 3 ਚੀਜ਼ਾਂ ਨੇ। ਉਹ ਕਈਆਂ ਦੇ ਨਾਂ ਇੱਦਾਂ ਯਾਦ ਕਰਨੇ ਪੈਂਦੇ ਆ। ਜੀ, ਅੱਛਾ, ਕਈਆਂ ਨੇ ਨਦੀਆਂ ਦੇ ਨਾਂ ਦੇ ਉੱਤੇ ਨਾਂ ਰੱਖੇ ਹੁੰਦੇ ਆ। ਉਹਦੇ ਪੁੱਤਰ ਨੇ ਆਪਣੇ ਨਾਂ ਨਾਲ ਹਰਦਨਹੱਲੀ ਨਹੀਂ ਰੱਖਿਆ। ਜੀ, ਉਹਦੇ ਪੁੱਤਰ ਨੇ ਆਪਣੇ ਨਾਂ ਨਾਲ ਜਿਹੜੀ ਗੋਤ ਹੈ ਦੇਵਗੌੜਾ ਉਹ ਵੀ ਨਹੀਂ ਰੱਖੀ। ਜੀ, ਉਹ ਐਚ.ਡੀ. ਕੁਮਾਰਸਵਾਮੀ ਹੈ। ਜੀ, ਡੀ ਵਿਚਾਲੇ ਕਰਤਾ ਉਹਨੇ ਦੇਵਗੌੜਾ ਵਾਲਾ। ਜੀ, ਅੱਛਾ, ਉਹਨੂੰ ਛੱਡੀਏ। ਮੁੜ ਕੇ ਜਦੋਂ ਵਾਜਪਾਈ ਸਾਹਿਬ ਦੀ ਥਾਂ ਤੇ ਐਚ.ਡੀ. ਦੇਵਗੌੜਾ ਆ ਗਿਆ, ਉਹਨੇ ਆ ਕੇ ਤੇ ਸਰਕਾਰ ਬਣਾ ਲਈ। ਤੇ ਸਮੱਸਿਆ ਇਹ ਪੈਦਾ ਹੋ ਗਈ ਕਿ ਰਾਸ਼ਟਰਪਤੀ ਜਿਹੜਾ ਭਾਸ਼ਣ ਪੇਸ਼ ਕਰਦਾ, ਜੀ, ਉਹਦੇ ਉੱਤੇ ਪਾਰਲੀਮੈਂਟ ਨੇ ਧੰਨਵਾਦ ਦਾ ਮਤਾ ਪਾਸ ਕਰਨਾ ਹੁੰਦਾ। ਜੀ, ਹੁਣ ਨਵੀਂ ਸਰਕਾਰ ਆਖੇ ਜੀ ਇਹ ਭਾਸ਼ਣ ਤਾਂ ਹੈਗਾ ਵਾਜਪਾਈ ਸਰਕਾਰ ਦਾ, ਤੇ ਅਸੀਂ ਇਹਦੇ ਨਾਲ ਸਹਿਮਤ ਹੀ ਨਹੀਂ, ਅਸੀਂ ਆਪਣਾ ਭਾਸ਼ਣ ਕਰਾਵਾਂਗੇ। ਹੁਣ ਰਾਸ਼ਟਰਪਤੀ ਤੋਂ ਇੱਕੋ ਹੀ ਪਾਰਲੀਮੈਂਟ ਸਾਹਮਣੇ 2 ਭਾਸ਼ਣ ਕਰਾਏ ਜਾਣ, ਇਹ ਵੀ ਆਸੋਹਣੀ ਪੋਜੀਸ਼ਨ ਹੈ। ਜੇਲ੍ਹ 'ਚ ਸੋਧ ਪਾਸ ਕੀਤੀ ਜਾਵੇ ਤੇ ਰਾਸ਼ਟਰਪਤੀ ਦੀ ਬੇਇੱਜ਼ਤੀ ਹੈ, ਜੀ, ਨਾ ਸੋਧ ਪਾਸ ਕਰੋ ਤੇ ਦੇਵਗੌੜਾ ਸਰਕਾਰ ਵਾਜਪਾਈ ਸਰਕਾਰ ਦਾ ਭਾਸ਼ਣ ਪਾਸ ਕਰਾ ਰਹੀ ਹੈ ਜੀ, ਕਿ ਅਸੀਂ ਆਹ ਕਰਾਂਗੇ, ਆਹ ਕਰਾਂਗੇ, ਆਹ ਕਰਾਂਗੇ। ਜਿਹੜੀਆਂ ਗੱਲਾਂ ਉਹਨੇ ਆਖਿਆ ਵੀ ਰਾਮ ਮੰਦਿਰ ਬਣਾਵਾਂਗੇ, ਉਹ ਤੇ ਦੇਵਗੌੜਾ ਦਾ ਏਜੰਡਾ ਨਹੀਂ ਸੀ। ਇੱਦਾਂ ਦੀਆਂ ਸਮੱਸਿਆਵਾਂ ਇੱਥੇ ਪੈਦਾ ਹੁੰਦੀਆਂ ਨੇ। ਜੀ, ਹੁਣ ਰਾਸ਼ਟਰਪਤੀ ਜੀ ਨੇ ਹਰ ਗੱਲ ਤੇ ਆਖਿਆ ਮੇਰੀ ਸਰਕਾਰ ਆਹ ਕਰੇਗੀ। ਸਰਕਾਰ ਤੇ ਉਹਨਾਂ ਦੀ ਨਹੀਂ, ਸਰਕਾਰ ਤਾਂ ਨਰਿੰਦਰ ਮੋਦੀ ਦੀ ਹੈ, ਜੀ, ਜਾਂ ਫਿਰ ਨਰਿੰਦਰ ਮੋਦੀ ਦੇ ਪਿੱਛੇ ਖੜੇ ਆਰਐਸਐਸ ਦੀ ਹੈ। ਉਹਨਾਂ ਨੇ ਕਹਿ ਦਿੱਤਾ, ਫਿਰ ਉਹਨਾਂ ਆਖਿਆ ਮੇਰੀ ਸਰਕਾਰ ਦੀਆਂ ਪ੍ਰਾਪਤੀਆਂ ਬਹੁਤ ਹੈ। ਕੀ ਪ੍ਰਾਪਤੀਆਂ? ਸਰਜੀਕਲ ਸਟ੍ਰਾਈਕ ਕੀਤਾ, ਜਿਹਦੇ ਉੱਤੇ ਮਤਭੇਦ ਨੇ। ਜੀ, ਏਅਰਫੋਰਸ ਨੂੰ ਨਵੇਂ ਜਹਾਜ਼ ਲੈ ਕੇ ਦੇਣ ਲੱਗੇ। ਜਦੋਂ ਆਉਣਗੇ ਉਦੋਂ ਵੇਖੀ ਜਾਊ। ਅਜੇ ਤਾਂ ਉਹਨਾਂ ਦਾ ਰੇੜਕਾ ਪਿਆ ਫਿਰਦਾ ਕਿ ਲੈਣੇ ਕਿ ਨਹੀਂ ਲੈਣੇ। ਜੀ, ਅਜੇ ਤਾਂ ਇਹ ਹੈ ਕਿ ਉਹਨਾਂ ਦੀ ਕੀਮਤ ਕਿੰਨੀ ਹੈ। ਅਜੇ ਤਾਂ ਦਲਾਲੀਆਂ ਦੇ ਚੱਕਰ ਚੱਲਦੇ ਪਏ ਨੇ। ਬਹੁਤ ਵੱਡੀ ਕੱਛ 'ਚੋਂ ਮੂੰਗਲੀ ਕੱਢ ਕੇ ਮਾਰੀ ਆ। ਮੇਰੀ ਸਰਕਾਰ ਨੇ ਕਰਤਾਰਪੁਰ ਦਾ ਲਾਂਘਾ ਜਿਹੜਾ ਪਾਕਿਸਤਾਨ ਨੂੰ ਦੇ ਦਿੱਤਾ, ਜੀ, ਉਹ ਖੋਲ੍ਹ ਦਿੱਤਾ। ਤੁਸੀਂ ਕਿੱਥੇ ਖੋਲ੍ਹਤਾ? ਪੇਸ਼ਕਸ਼ ਉਹਨਾਂ ਕੀਤੀ, ਆ ਕੇ ਬੋੜੀ ਕੀਤੀ, ਨਵਜੋਤ ਸਿੱਧੂ ਨੇ ਲੈ ਲਈਏ। ਸਿੱਖ ਸੰਸਥਾਵਾਂ ਦੇ ਮੁਖੀ ਪਹਿਲਾਂ ਬਾਦਲ ਪਰਿਵਾਰ ਦੇ ਕਹਿਣ ਤੇ ਇਹ ਕਹਿਣ ਲੱਗ ਪਏ ਕਿ ਨਵਜੋਤ ਸਿੱਧੂ ਗਿਆ ਕਿਉਂ? ਇਹ ਤੇ ਦੇਸ਼ ਧਰੋਹ ਦਾ ਮੁਕੱਦਮਾ ਕਰੋ, ਇਹ ਤੇ ਦੇਸ਼ ਦਾ ਗਦਾਰ ਹੈ। ਬਾਅਦ ਜਦੋਂ ਵੇਖਿਆ ਕਿ ਸਿੱਖ ਤਾਂ ਲਾਂਘਾ ਮੰਗਦੇ ਆ, ਫਿਰ ਇੱਕ ਚਿੱਠੀ ਲਿਖਤੀ, ਅਸੀਂ ਵੀ ਚਾਹੁੰਦੇ ਹਾਂ ਜੀ ਕਰ ਦਿੱਤਾ ਜਾਵੇ। ਤੇ ਮੁੜ ਕੇ ਮੋਦੀ ਸਾਹਿਬ ਨੇ ਉਸ ਮੰਗ ਨੂੰ ਹੁੰਗਾਰਾ ਭਰਿਆ ਜਿਹੜੀ ਪਾਕਿਸਤਾਨ ਵੱਲੋਂ ਆਈ ਹੈ। ਜੀ, ਬਿਹਤਰ ਇਹ ਸੀ ਇਹ ਮੰਗ ਮੋਦੀ ਸਰਕਾਰ ਕਰਦੀ। ਜੀ,
ਉਹ ਕਹਿੰਦੇ ਜੀ ਕਰਤਾ, ਚਲੋ ਅਸੀਂ ਕਹਿੰਦੇ ਤੂੰ ਜਿੱਦਾਂ ਮਰਜ਼ੀ ਹੈ ਕ੍ਰੈਡਿਟ ਲੈਣਾ ਲੈ ਲਓ, ਲਾਂਘਾ ਤਾਂ ਖੁੱਲ੍ਹਣ ਲੱਗਾ। ਇੱਦਾਂ ਦੀਆਂ ਕੁਝ ਹੋਰ ਗੱਲਾਂ ਉਹਨਾਂ ਨੇ ਕੀਤੀਆਂ ਨੇ ਜਿਹੜੀਆਂ ਗੱਲਾਂ 'ਚ ਕੁਝ ਵੀ ਲੱਭਦਾ ਨਹੀਂ। ਨੋਟਬੰਦੀ ਦੀ ਗੱਲ ਬੜੀ ਉਭਾਰ ਕੇ ਲਿਆਈ ਜਾ ਰਹੀ। ਨੋਟਬੰਦੀ ਦੀ ਗੱਲ ਉਹ ਉਭਾਰੀ ਹੈ ਜਿਹਨੂੰ ਇਹਦੇ ਆਪਣੇ ਘਰ ਦੇ ਜੀ ਨਹੀਂ ਮੰਨਦੇ। ਮੋਦੀ ਸਾਹਿਬ ਦੇ ਵੱਡੇ ਭਰਾ ਪ੍ਰਹਲਾਦ ਮੋਦੀ ਨੂੰ ਪੁੱਛ ਕੇ ਵੇਖੋ, ਇੱਦਾਂ ਸਹਿਮਤ ਹੈ ਜੀ। ਉਹ ਤਾਂ ਦਿੱਲੀ 'ਚ ਭਾਸ਼ਣ ਕਰਕੇ ਕਿਹਾ ਕਿ ਨੋਟਬੰਦੀ ਤੇ GST ਨੇ ਜਨਰਲ ਮਰਚੈਂਟਸ ਜਿੰਨੇ ਕਰਿਆਨਾ ਸਟੋਰਾਂ ਵਾਲੇ ਨੇ, ਜਨਰਲ ਸਟੋਰਾਂ ਵਾਲੇ, ਉਹ ਸਾਰੇ ਰਗੜ ਦਿੱਤੇ ਆ ਜੀ। ਉਹ ਸਾਰੇ ਦੇਸ਼ ਦੇ ਜਿਹੜੇ ਜਨਰਲ ਮਰਚੈਂਟਸ ਨੇ, ਛੋਟੀਆਂ ਦੁਕਾਨਾਂ ਵਾਲੇ ਨੇ, ਉਹਨਾਂ ਦੀ ਐਸੋਸੀਏਸ਼ਨ ਦਾ ਪ੍ਰਧਾਨ ਹੈ ਨਰਿੰਦਰ ਮੋਦੀ ਦਾ ਸਕਾ ਭਰਾ। ਉਹ ਦਿੱਲੀ ਆਉਂਦਾ ਤੇ ਇਹਨੂੰ ਮਿਲ ਨਹੀਂ ਜਾਂਦਾ, ਆਪਣੇ ਭਾਈਚਾਰੇ ਦੇ ਕੋਲ ਰਾਤ ਰਹਿੰਦਾ ਔਰ ਖੁੱਲ੍ਹ ਕੇ ਕਹਿੰਦਾ ਕਿ ਇਹ ਸਰਕਾਰ ਨੇ ਉਹਦਾ ਬੇੜਾ ਗਰਕ ਕਰਕੇ ਰੱਖ ਦਿੱਤਾ, ਸਾਰਾ ਕਾਰੋਬਾਰ ਹੀ ਤਬਾਹ ਕਰਤਾ ਜੀ। ਜਿਨ੍ਹਾਂ ਨੇ ਅੱਗੇ ਸਾਲ ਪਿੱਛੋਂ 1 ਰਿਟਰਨ ਭਰਨੀ ਹੁੰਦੀ ਸੀ, ਹੁਣ ਉਹਨਾਂ ਨੂੰ ਜਦੋਂ ਇਹ ਆਖਿਆ ਜਾਵੇ ਕਿ ਮਹੀਨੇ 'ਚ 3 ਰਿਟਰਨਾਂ ਭਰਨੀਆਂ, ਇੱਕ ਆਮਦਨ ਦੀ ਰਿਟਰਨ, ਇੱਕ ਉਹ 'ਚੋਂ ਮੁਨਾਫੇ ਦੀ ਰਿਟਰਨ, ਇੱਕ ਸੇਲ ਟੈਕਸ ਦੀ ਰਿਟਰਨ, ਸਾਲ ਦੀਆਂ 12 ਤੇ 36 ਤੇ ਇੱਕ ਬਾਅਦ 'ਚ ਫੇਰ ਭਰੋ। ਉਹਨਾਂ ਨੂੰ ਤਾਂ 2-2 3-3 ਚਾਰਟਰਡ ਅਕਾਊਂਟੈਂਟ ਤੇ ਕਲਰਕ ਵਾਧੂ ਰੱਖਣੇ ਪੈ ਗਿਆ ਤੇ ਕਾਰੋਬਾਰ ਪਹਿਲਾਂ ਨਾਲੋਂ ਠੱਪ ਹੋ ਗਿਆ ਜੀ। ਉਹ GST ਦੇ ਉੱਤੇ ਪਿੱਟੀ ਜਾਂਦੇ ਨੇ। ਜਿਹੜੀ ਨੋਟਬੰਦੀ ਹੈ, ਇਹ ਕਹਿੰਦਾ ਕਿ ਉੱਥੇ ਬੜੇ ਬੜੇ ਅਮੀਰ ਬਲੈਕ ਮਾਰਕੀਟੀਏ, ਕਾਲੇ ਧਨ ਵਾਲੇ ਮੈਂ ਲਾਈਨਾਂ 'ਚ ਲਿਆ ਕੇ ਖੜੇ ਕਰਦੇ। ਉੱਥੇ ਕਿਤੇ ਅੰਬਾਨੀ ਲੱਗਾ ਲਾਈਨ 'ਚ ਦਿਸਿਆ, ਉੱਥੇ ਕਿਤੇ ਟਾਟਾ ਦਿਸਿਆ, ਬਿਰਲਾ ਦਿਸਿਆ, ਡਾਲਮੀਆਂ ਦਿਸਿਆ, ਸਿੰਘਾਣੀਆਂ ਦਿਸਿਆ, ਮਹਿੰਦਰਾ ਦਿਸਿਆ ਜੀ। ਇਹਨਾਂ 'ਚੋਂ ਇੱਕ ਵੀ ਨਹੀਂ ਦੱਸਿਆ। ਇਹ ਤਾਂ ਸਾਰੇ ਬਾਹਰ ਸਨ। ਤੇ ਫਿਰ ਲਾਈਨਾਂ ਵਿੱਚ ਤੇ ਖੜੇ ਸੀ ਉਹ ਜਿਹੜੇ ਵਿਚਾਰੇ ਇਹ ਸੋਚਦੇ ਸੀ ਕਿ ਜੇ ਲਾਈਨ 'ਚ ਇੱਥੇ ਖੜੇ ਰਹੇ ਸ਼ਾਮ ਤੱਕ ਤੇ ਦਿਹਾੜੀ ਕਦੋਂ ਕਮਾਉਣ ਨੂੰ ਜਾਵਾਂਗੇ ਜੀ। 1 ਮਹੀਨਾ ਪੂਰਾ ਲੋਕਾਂ ਨੂੰ ATM 'ਚੋਂ 2000 ਰੁਪਏ ਤੋਂ ਵੱਧ ਨਹੀਂ ਸੀ ਮਿਲਦੇ। ਹਫ਼ਤੇ ਪਿੱਛੋਂ ਉਹ ਕਹਿੰਦੇ ਸੀ 10,000 ਤੋਂ ਵੱਧ ਰੁਪਏ ਤੁਹਾਨੂੰ ਦੇ ਨਹੀਂ ਸਕਣੇ ਜੀ। ਲੋਕੀ ਤਾਂ ਫਸ ਗਏ ਸਨ। ਛੋਟੇ ਕਾਰੋਬਾਰ ਵਾਲੇ ਆਪਣੇ ਵਰਕਰਾਂ ਨੂੰ ਰੋਜ਼ ਦੀ ਰੋਜ਼ ਦਿਹਾੜੀ ਦਿੰਦੇ ਆ ਤੇ ਕੈਸ਼ ਦਿੰਦੇ ਆ। ਉਹ 2-2 3-300 ਰੁਪਇਆ ਡਿਜੀਟਾਈਜ਼ ਕਰਕੇ ਤੇ ਬੈਂਕਾਂ 'ਚ ਉਹਨਾਂ ਦੇ ਨੈਫਟ ਥੋੜ੍ਹਾ ਕਰਨਗੇ ਜੀ। ਤੇ ਇਹਨਾਂ ਨੇ ਆਖਿਆ ਤੁਸੀਂ ਉਹ ਨਹੀਂ ਕਰਨੇ, ਸਾਰਾ ਡਿਜੀਟਾਈਜ਼ ਕਰੋ। ਉਹ ਕਰ ਨਹੀਂ ਸਕੇ, ਵਰਕਰ ਕੰਮ ਛੱਡ ਕੇ ਚਲੇ ਗਏ। ਵਰਕਰ ਦੇ ਕੋਲੋਂ ਕੰਮ ਖੁੱਸ ਗਿਆ, ਜਿਹਨੇ ਕੰਮ ਕਰਾਉਣਾ ਸੀ ਉਹਦੇ ਕੋਲ ਵਰਕਰ ਖੁੱਸ ਗਏ। ਮੋਦੀ ਸਾਹਿਬ ਕਹਿੰਦੇ ਮੇਰੀ ਨੋਟਬੰਦੀ ਨੇ ਕਮਾਲ ਕਰਤਾ ਜੀ। ਇਹ ਨੋਟ ਘੱਟ ਸੀ, ਬੰਦੀ ਵੱਧ ਸੀਗੀ। ਇਸ ਬੰਦੀ ਨੇ ਤਾਂ ਬੰਦੇ ਬਣਾਤਾ ਲੋਕਾਂ ਨੂੰ ਜੀ। ਲੋਕੀ ਦੇ ਬੋਡੀ ਕਰਨ ਲੱਗ ਪਏ ਕਿ ਇਦਾਂ ਦਾ ਤਾਂ ਪਹਿਲੀ ਵਾਰੀ ਆਇਆ ਵੀ ਮਹਾਰਾਜਾ ਜੀ ਨੇ ਕਮਾਲ ਕਰ ਦਿੱਤੀ। ਬਿਲਕੁਲ ਸਹੀ। ਤੇ ਫਿਰ ਇਹ ਆਖਿਆ ਕਿ ਆਹ ਬੰਦਿਸ਼ਾਂ ਨੇ ਕੋਆਪਰੇਟਿਵ ਬੈਂਕਾਂ ਵਾਲੇ ਨਹੀਂ ਕਰਨਗੇ। ਸਭ ਤੋਂ ਵੱਧ ਜਿਹੜੇ ਕੋਆਪਰੇਟਿਵ ਬੈਂਕ ਨੇ 300 ਕਰੋੜ ਤੋਂ ਵੱਧ ਉਹ ਪੁਰਾਣੇ ਨੋਟ ਸਰਕਾਰ ਦੀਆਂ ਹਦਾਇਤਾਂ ਦੀ ਉਲੰਘਣਾ ਕਰਕੇ ਤੇ ਉੱਥੇ ਜਮ੍ਹਾਂ ਕੀਤੇ ਤੇ ਵਟਾਏ, ਤੇ ਇਹ ਵੀ ਨਹੀਂ ਪਤਾ ਲੱਗਦਾ ਕਿਹਦੇ ਕਿਹਦੇ ਵਟਾਏ ਜੀ। ਉਸ ਬੈਂਕ ਦਾ ਚੇਅਰਮੈਨ ਪਹਿਲਾਂ ਭਾਜਪਾ ਦਾ MP ਹੁੰਦਾ ਸੀ। ਅੱਜ ਕੱਲ੍ਹ ਸਾਰੇ ਦੇਸ਼ ਦੀਆਂ ਕੋਆਪਰੇਟਿਵ ਬੈਂਕਾਂ ਦੀ ਇੱਕ ਜਿਹੜੀ ਐਸੋਸੀਏਸ਼ਨ ਬਣੀ ਹੈ, ਉਹਦਾ ਚੇਅਰਮੈਨ ਬਣਾਇਆ ਜੀ। ਤੇ ਮੋਦੀ ਸਾਹਿਬ ਦੇ ਨੇੜੇ। ਜਿਹੜਾ ਬੈਂਕ ਹਿੰਦੁਸਤਾਨ 'ਚੋਂ ਪੁਰਾਣੇ ਨੋਟ ਜਮ੍ਹਾਂ ਕਰਕੇ ਨਵੇਂ ਦੇਣ ਤੇ ਹਦਾਇਤਾਂ ਦੀ ਉਲੰਘਣ 'ਚ ਦੂਜੇ ਨੰਬਰ ਤੇ ਆ, ਉਸ ਬੈਂਕ ਦੇ ਚੇਅਰਮੈਨ ਪਹਿਲਾਂ ਅਮਿਤ ਸ਼ਾਹ ਹੁੰਦੇ ਸੀ। ਜੀ। ਜਦੋਂ ਸੁਪਰੀਮ ਕੋਰਟ ਨੇ ਇਹਨਾਂ ਨੂੰ ਤੜੀ ਪਾਰ ਕਰਤਾ ਕਿ ਤੁਸੀਂ ਗੁਜਰਾਤ 'ਚ ਵੜ ਨਹੀਂ ਸਕਦੇ, ਇਹ ਉਦੋਂ ਚੇਅਰਮੈਨ ਹੀ ਛੱਡਤੀ, ਹੋਰ ਕਿਸੇ ਨੂੰ ਬਣਾਤਾ। ਅੱਜ ਵੀ ਉਹਦੇ ਬੋਰਡ ਆਫ ਡਾਇਰੈਕਟਰ ਵਿੱਚ ਤਾਂ ਅਮਿਤ ਸ਼ਾਹ ਨੇ। ਜੀ। ਉਹਦਾ ਜਵਾਬ ਤੇ ਇਹਨਾਂ ਨੇ ਅਜੇ ਤੱਕ ਨਹੀਂ ਦਿੱਤਾ। ਜਿਹੜੀ ਨੋਟਬੰਦੀ ਇਹ ਕਹਿੰਦੇ ਸੀ ਜੀ। ਇਹ ਕਹਿੰਦੇ ਸੀ 14.5 ਲੱਖ ਕਰੋੜ ਨੋਟ ਸਰਕੂਲੇਸ਼ਨ 'ਚ ਨੇ, ਤੇ ਜੇ ਬਲੈਕ ਮਨੀ ਨਿਕਲ ਗਈ ਚੌਥਾ ਹਿੱਸਾ ਤੇ ਇਹਦਾ ਮਤਲਬ 11-12 ਲੱਖ ਕਰੋੜ ਆਉਣਗੇ। ਬਾਕੀ 3-4 ਲੱਖ ਕਰੋੜ ਖਾਤੇ 'ਚ ਜੋ ਰਾਈਟ ਆਫ ਹੋ ਗਏ, ਕੱਟੇ ਹੀ ਗਏ, ਵਾਪਸ ਨਾ ਆਏ, ਤੇ ਸਰਕਾਰ ਦਾ ਸ਼ੁੱਧ ਮੁਨਾਫਾ ਹੋਏਗਾ। ਜੀ। ਤੇ ਹੋਇਆ ਕੀ ਹੈ, 14.5 ਲੱਖ ਕਰੋੜ ਛਾਪ ਕੇ ਸਰਕੂਲੇਸ਼ਨ 'ਚ ਭੇਜੇ ਸੀ ਤੇ 14,90,000 ਕਰੋੜ ਜਿਹੜੇ ਆ ਉਹ ਜਮ੍ਹਾਂ ਹੋ ਗਏ। ਬਾਕੀ ਦੇ 40,000 ਕਰੋੜ ਕੌਣ ਲਿਆ ਕੇ ਜਮ੍ਹਾਂ ਕਰਾ ਗਿਆ? ਜਦੋਂ ਰਿਜ਼ਰਵ ਬੈਂਕ ਨੇ ਛਾਪੇ ਹੀ ਨਹੀਂ, ਤੂੰ ਆਏ ਕਿੱਥੋਂ? ਜੀ। ਜਾਂ ਤਾਂ ਜਾਲੀ ਨੇ, ਜਾਂ ਤਾਂ ਕਿ ਸਾਹ ਵੀ ਗੱਲ ਹੈ ਵੀ ਜਾਲੀ ਨੇ। ਬਿਲਕੁਲ ਸਹੀ। ਜੋ ਵੀ ਰਿਜ਼ਰਵ ਬੈਂਕ ਕੋਲ ਜਮ੍ਹਾਂ ਹੋ ਗਏ, ਉਹ ਕਿਤੇ ਜਮ੍ਹਾਂ ਹੋ ਗਏ? ਇਹਦਾ ਅਜੇ ਤੱਕ ਕੋਈ ਜਵਾਬ ਨਹੀਂ ਮਿਲਿਆ। ਇਹ ਜਿੰਨੇ ਕੁਝ ਕੰਮ ਕੀਤੇ ਨੇ ਉਹਨਾਂ ਸਾਰਿਆਂ ਦੇ ਵਿੱਚ, ਅੱਛਾ ਜਿਹੜੇ ਇੰਸਟੀਚਿਊਸ਼ਨ ਸਨ ਵੱਡੇ ਵੱਡੇ, ਜੀ। CBI 'ਚ ਰੌਲਾ, ਐਨਫੋਰਸਮੈਂਟ ਡਾਇਰੈਕਟੋਰੇਟ 'ਚ ਰੌਲਾ, ਸਟੈਟਿਸਟੀਕਲ ਕਮਿਸ਼ਨ ਜਿਹੜਾ ਉਹ 'ਚ ਰੌਲਾ। ਜੀ। ਆ ਪਰਸੋਂ 2 ਜਣੇ ਅਸਤੀਫਾ ਦੇ ਗਏ, ਜਿਨ੍ਹਾਂ ਦੇ ਚੇਅਰਮੈਨ ਵੀ ਨਾਲ ਹੀ ਦੇ ਗਿਆ। ਜੀ। ਰਿਜ਼ਰਵ ਬੈਂਕ ਦਾ ਉਹ ਜਿਹੜਾ ਰਿਜ਼ਰਵ ਬੈਂਕ ਦਾ ਪਹਿਲਾ ਗਵਰਨਰ ਆਪ ਲਾਤਾ, ਜੀ। ਦੂਜਾ ਆਪੇ ਛੱਡ ਗਿਆ। ਇੱਕ ਆਪ ਲਾਤਾ, ਦੂਜਾ ਆਪੇ ਛੱਡ ਗਿਆ ਕਿ ਇਹ ਮੇਥੋਂ ਨਹੀਂ ਹੁੰਦਾ ਜੋ ਤੁਸੀਂ ਕਰਾਉਨੇ ਆ। ਤੇ ਛੱਡ ਕਿਉਂ ਗਿਆ? ਕਿ ਚੋਣਾਂ ਨੇੜੇ ਆ ਕੇ ਇਹਨਾਂ ਨੂੰ ਪਤਾ ਲੱਗਾ ਕਿ ਬੈਂਕ ਦੇ ਕੋਲ 3.5 ਲੱਖ ਕਰੋੜ ਰੁਪਈਆ ਪਿਆ। ਜੀ। ਤੇ ਇਹਨਾਂ ਨੂੰ ਆਖਿਆ ਲਿਆਓ ਪੈਸੇ ਫੜਾ, ਚੋਣਾਂ ਲੜਦੀਆਂ ਨੇ।
ਉਹਨੇ ਆਖਿਆ ਇਹ ਪੈਸੇ ਨਹੀਂ ਦਿੱਤੇ ਜਾ ਸਕਦੇ, ਇਹ ਐਮਰਜੈਂਸੀ ਫੰਡ ਆ। ਜੀ ਕੱਲ ਨੂੰ ਜੰਗ ਹੀ ਲੱਗ ਜਾਂਦੀ ਹੈ, ਤੁਸੀਂ ਆਖੋਗੇ ਹੁਣ ਪੈਸਾ ਕੱਢ, ਤੇ ਮੈਂ ਕਿੱਥੋਂ ਕੱਢੂੰਗਾ। ਜੀ ਇਹਨਾਂ ਜ਼ਿਆਦਾ ਤੰਗ ਕੀਤਾ, ਉਹ ਗੱਲ ਮੀਡੀਆ 'ਚ ਆ ਗਈ, ਫਿਰ ਗੱਲ ਵੱਧ ਗਈ। ਫਿਰ ਕਹਿੰਦੇ ਨਹੀਂ ਅਸੀਂ ਇਹ ਤਾਂ ਨਹੀਂ ਆਖਿਆ ਸਰਕਾਰ ਨੂੰ ਦੇ ਦੇ, ਅਸੀਂ ਆਖਿਆ ਸੀ ਇੱਥੇ ਪੈਸਾ ਪਿਆ ਕੀ ਕਰਦਾ, ਇਹਨੂੰ ਕਿਤੇ ਇਨਵੈਸਟ ਕਰ ਦਈਏ। ਕਿੱਥੇ ਕਰ ਦਿਓਗੇ? ਉਹ ਸਹਾਰਾ ਕੰਪਨੀ 'ਚ ਕਰ ਦਿਓਗੇ, ਜਿਹਦਾ ਮਾਲਕ ਇਸ ਵੇਲੇ 38,000 ਕਰੋੜ ਰੁਪਏ ਦੇ ਘੁਟਾਲੇ 'ਚ ਫਸਿਆ ਤੇ ਸੁਪਰੀਮ ਕੋਰਟ ਦੇ ਹੁਕਮ ਤੇ ਜੇਲ੍ਹ 'ਚ ਆ। ਉੱਥੇ ਕਰ ਦਿਓ। ਮੁੜ ਕੇ ਆਖੂਗਾ ਜੀ ਮੈਨੂੰ ਤਾਂ ਪਤਾ ਨਹੀਂ ਲੱਗਾ ਕਿੱਥੇ ਉੱਡ ਗਏ। ਰਿਜ਼ਰਵ ਬੈਂਕ ਦਾ ਰਿਜ਼ਰਵ ਫੰਡ ਜਿਹੜਾ ਹੁੰਦਾ ਐਮਰਜੈਂਸੀ ਫੰਡ, ਉਹ ਵੀ ਇਹਨਾਂ ਮੰਗਿਆ। ਉਹ ਗਵਰਨਰ ਕਹਿੰਦਾ ਜੀ ਆਹ ਚੁੱਕੋ ਆਪਣੀ ਟਿੰਡ ਫੋੜੀ, ਆਪਾਂ ਚੱਲੇ ਆ। ਉਹ ਵੀ ਛੱਡ ਕੇ ਰਾਹ ਪਿਆ। ਜੀ ਜੀ ਇਹ ਸਾਰਾ ਕੁਝ, ਸਭ ਤੋਂ ਵੱਡਾ ਘੁਟਾਲਾ ਤਾਂ ਇਹ ਹੈ ਕਿ ਜਿਸ ਦਿਨ ਨੋਟਬੰਦੀ ਕੀਤੀ, ਤੁਹਾਨੂੰ ਯਾਦ ਹੈ 8 ਨਵੰਬਰ ਸੀ ਜੀ, ਉਹਦੇ ਤੋਂ 2 ਮਹੀਨੇ ਪਹਿਲਾਂ ਸਤੰਬਰ ਦੇ ਵਿੱਚ ਰਿਜ਼ਰਵ ਬੈਂਕ ਦਾ ਗਵਰਨਰ ਬਦਲਿਆ ਸੀ। ਬਾਅਦ ਵਿੱਚ ਇਹ ਪਤਾ ਲੱਗਾ ਕਿ ਜਿਹੜੇ ਨਵੇਂ ਨੋਟ ਛਾਪਣ ਦਾ ਕੰਮ ਹੈ ਉਹ ਤਾਂ 2 ਮਹੀਨਿਆਂ 'ਚ ਹੋ ਨਹੀਂ ਸਕਦਾ। ਜੀ ਉਹਦੀ ਤਿਆਰੀ, ਉਹਦਾ ਡਿਜ਼ਾਈਨ, ਉਹਦਾ ਕਾਗਜ਼, ਉਹਦੀ ਸਿਆਹੀ, ਸਾਰਾ ਕੁਝ ਕਰਨਾ ਸੀ। ਇਹ ਕੰਮ ਅਪ੍ਰੈਲ ਤੋਂ ਚੱਲਦਾ ਪਿਆ ਸੀ। ਜੇ ਅਪ੍ਰੈਲ ਤੋਂ ਚੱਲਦਾ ਪਿਆ ਸੀ, ਨੋਟ ਛਪ ਰਹੇ ਸਨ, ਤੇ ਨਵਾਂ ਗਵਰਨਰ ਤੇ ਸਤੰਬਰ 'ਚ ਲੱਗਾ ਤੇ ਉਹਦੇ ਦਸਖਤ ਅਪ੍ਰੈਲ ਤੋਂ ਕਿੱਦਾਂ ਛਪਣੇ ਸ਼ੁਰੂ ਹੋ ਗਏ ਸੀ? ਇਹਦਾ ਮਤਲਬ ਪਹਿਲਾਂ ਤੋਂ ਹੀ ਪਤਾ ਸੀ ਕਿ ਇਹ ਪਹਿਲੇ ਨੂੰ ਭਜਾ ਦੇਣਾ ਜੀ ਤੇ ਦੂਜਾ ਤਿਆਰ ਰੱਖਿਆ। ਜੇ ਦੂਜਾ ਤਿਆਰ ਰੱਖਿਆ, ਜੀ ਫਰਜ਼ ਕਰੋ ਕੋਈ ਉੱਤੇ ਕੇਸ ਹੀ ਬਣ ਜਾਵੇ, ਕੋਈ ਹੋਰ ਪ੍ਰੋਬਲਮ ਆ ਜਾਵੇ, ਕਈ ਵਾਰ ਸਰੀਰਕ ਪ੍ਰੋਬਲਮ ਆ ਜਾਂਦੀ ਹੈ। ਜੀ ਭਾਰਤ ਦੀ ਫੌਜ ਦਾ ਇੱਕ ਕਮਾਂਡਰ ਹੁੰਦਾ ਸੀ, ਜਨਰਲ ਜੋਸ਼ੀ, ਜੀ ਓਵਰਆਲ ਕਮਾਂਡਰ ਇਨ ਚੀਫ ਸੀ ਭਾਰਤ ਦੀ ਫੌਜ ਦਾ। ਉਹ ਇੱਥੋਂ ਜਲੰਧਰ ਦੇ ਵਿੱਚੋਂ ਮੀਟਿੰਗ ਕਰਕੇ ਗਿਆ ਤੇ ਪਲਾਨ ਕਰਕੇ ਗਿਆ, ਤੇ ਜਾਣ ਲੱਗਿਆ ਉਹਨੇ ਆਖਿਆ ਜਲੰਧਰ ਦੇ ਸੰਪਾਦਕਾਂ ਦੀ ਮੀਟਿੰਗ 'ਚ ਕਿ ਮੈਂ ਅਗਲੇ ਹਫ਼ਤੇ ਆਉਣਾ ਤੇ ਆਪਾਂ ਫਿਰ ਮੀਟਿੰਗ ਕਰਾਂਗੇ, ਮੈਂ ਜੰਮੂ ਨੂੰ ਜਾਣਾ, ਜਾਣ ਤੋਂ ਪਹਿਲਾਂ ਮਿਲੂੰਗਾ। ਇੱਥੋਂ ਗਿਆ ਸ਼ਾਇਦ ਦੇਹਰਾਦੂਨ, ਤੇ ਰਾਤ ਨੂੰ ਹਾਰਟ ਅਟੈਕ ਹੋ ਕੇ ਮਰ ਗਿਆ। ਹੋਈ ਥਾਂ ਤੇ ਖੜੇ ਪੈਰ ਨਵਾਂ ਬਣਾਉਣਾ ਪੈ ਗਿਆ। ਜੀ ਜਿਹੜੇ ਬੰਦੇ ਨੂੰ ਪਹਿਲਾਂ ਤਿਆਰ ਕੀਤਾ ਕਿ ਤੈਨੂੰ ਇਹ ਗਵਰਨਰ ਲਾਉਣਾ, ਉਹਦੇ ਨੋਟ ਅਪ੍ਰੈਲ ਤੋਂ ਦਸਤਖਤ ਦੇ ਛਪਦੇ ਪਏ ਆ, ਤੇ ਸਤੰਬਰ 'ਚ ਜਾ ਕੇ ਤੁਸੀਂ ਲਾਉਣ ਡਏ ਆ। ਇੱਦਾਂ ਤੇ ਅੱਜ ਤੱਕ ਕਦੇ ਨਹੀਂ ਹੋਇਆ। ਬਿਲਕੁਲ ਸਹੀ। ਇੰਨੀ ਕਮਾਲ ਦੀ ਸਰਕਾਰ ਤੇ ਅੱਜ ਤੱਕ ਕਦੇ ਵੇਖੀ ਨਹੀਂ। ਸ਼ਾਇਦ ਇਸੇ ਕਰਕੇ ਕਹਿ ਗਏ ਨਾ ਵੀ ਇਹ ਨਵੀਂ ਤਰ੍ਹਾਂ ਦਾ ਭਾਰਤ ਬਣਾ ਨਵੀਂ ਰਿਹਾ। ਤਰ੍ਹਾਂ ਦਾ ਭਾਰਤ ਲਿਖਿਆ ਜਾ ਰਿਹਾ, ਜਿਹਦੇ ਵਿੱਚ ਉਹ ਪੰਜਾਬੀ ਦਾ ਮੁਹਾਵਰਾ ਹੈਗਾ ਨਾ, ਜੀ। ਕਣਕ ਖੇਤ ਕੁੜੀ ਪੇਟ, ਆ ਜਵਾਈਆ ਮੰਡੇ ਖਾ। ਹਾਂ। ਨਾ ਤਾਂ ਕਣਕ ਅਜੇ ਫਸਲ ਆਈ ਹੈ, ਜੀ ਨਾ ਕੁੜੀ ਅਜੇ ਪੈਦਾ ਹੋਈ ਹੈ, ਜਵਾਈ ਪਹਿਲਾਂ ਹੀ ਤਿਆਰ ਕਰ ਲਿਆ ਤੇ ਉਹਨੂੰ ਮੰਡੇ ਵੀ ਖਵਾ ਦਿਓ। ਉਹਦਾ ਪੰਜਾਬੀ ਦਾ ਮੁਹਾਵਰਾ ਸੀ, ਉਹ ਸਾਰਾ ਇੱਥੇ ਆ ਕੇ ਲਾਗੂ ਹੁੰਦਾ ਪਿਆ। ਜੀ ਇਹ ਪਤਾ ਨਹੀਂ ਕਿਸ ਤਰ੍ਹਾਂ ਨਾ ਕਰ ਦਿੱਤਾ। ਮੈਂ ਦੱਸਦਾ ਜੀ ਕਿ ਵੀ ਇਹ ਹੁਣ ਮੋਦੀ ਸਰਕਾਰ ਦਾ ਅੱਜ ਇੱਕ ਆਖਰੀ ਇੰਟਰਮ ਬਜਟ ਜਿਹੜਾ ਹੈ ਉਹ ਪੇਸ਼ ਹੋਣਾ। ਇਹਦੇ 'ਚ ਆਸ ਇਹ ਕੀਤੀ ਜਾ ਰਹੀ ਹੈ ਕਿ ਸ਼ਾਇਦ ਇਹਦੇ ਵਿੱਚ ਬਹੁਤ ਸਾਰੇ ਜਿਹੜੇ ਲੁਭਾਵਣੇ ਵਾਅਦੇ ਨੇ ਉਹ ਕੀਤੇ ਜਾਣਗੇ। ਲੁਭਾਵਣੇ ਵਾਅਦੇ ਤਾਂ ਕੀਤੇ ਜਾਣਗੇ, ਬਾਣੋ ਬਾਅਦ ਦੇ ਵਿੱਚ ਲਾਰੇ ਹੀ ਜਾਣੇ ਆ। ਪਰ ਸਾਹਿਬ ਇਹਨੂੰ ਕਿਵੇਂ ਦੇਖਦੇ? ਵੈਸੇ ਤਾਂ ਚਲੋ ਅਜੇ ਬਜਟ ਆਉਣਾ, ਪਰ ਮੋਟੀ ਜਿਹੜੀ ਹਵਾ ਦੇ ਵਿੱਚ ਗੱਲਾਂ ਹੈ ਉਹ ਕਿਹੜੀ ਲੱਗਦੀ ਵੀ ਆਹ ਕੰਮ ਮੋਦੀ ਸਰਕਾਰ ਆਖਰੀ ਦਾਅ ਦੇ ਤੌਰ 'ਤੇ ਖੇਡ ਸਕਦੀ ਬਜਟ ਦੇ ਵਿੱਚ? ਇਹ ਸਮਝਿਆ ਜਾਂਦਾ ਕਿ ਕਿਸਾਨਾਂ ਵਾਸਤੇ ਛੋਟਾਂ ਦੇਣਗੇ। ਜੀ ਹੁਣ ਤੱਕ ਇਹ ਕਹਿੰਦੇ ਸੀ ਨਹੀਂ ਦੇਣੀਆਂ, ਉਲਟਾ ਪ੍ਰਚਾਰ ਕਰਦੇ ਸੀ ਕਿਸਾਨਾਂ ਨੂੰ ਛੋਟਾਂ ਨਹੀਂ ਚਾਹੀਦੀਆਂ, ਅਸੀਂ ਇਹਨਾਂ ਦਾ ਆਮਦਨ ਵਧਾਵਾਂਗੇ, ਪਰ ਵਧਾਈ ਤੇ ਹੈ ਨਹੀਂ ਜੀ। ਉਹ ਤਾਂ ਇਹ ਵੀ ਨਵੀਂ ਗੱਲ ਸੀ ਨਾ, ਉਹ 22 'ਚ ਵਧਾਉਣੀ ਸੀ ਜੀ। ਉਹ 22 'ਚ ਜਦੋਂ ਪਤਾ ਕਿ ਚੋਣਾਂ 19 'ਚ ਤੇ 22 ਦਾ ਲਾਰਾ ਕੋਈ ਲਾਉਂਦੇ, ਇਸ ਕਰਕੇ ਕਿ ਸਾਨੂੰ ਵੋਟਾਂ ਦਿਓ ਤਾਂ ਤੁਹਾਡੀ ਵਧਣੀ ਜੀ। ਦੂਜਾ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਇਹਨੇ ਰਾਹੁਲ ਗਾਂਧੀ ਨੇ ਕਹਿ ਦਿੱਤਾ ਕਿ ਅਸੀਂ ਕਿਸਾਨਾਂ ਵਾਸਤੇ ਘੱਟੋ ਘੱਟ ਆਮਦਨ ਦਾ ਪ੍ਰਬੰਧ ਕਰਾਂਗੇ। ਜੀ ਉਹ ਘੱਟੋ ਘੱਟ ਆਮਦਨ ਵਾਲੇ ਫਾਰਮੂਲੇ ਦੇ ਉੱਤੇ ਮੋਦੀ ਸਰਕਾਰ ਕੁਝ ਨਾ ਕੁਝ ਕਰਨ ਦਾ ਯਤਨ ਕਰ ਸਕਦੀ ਹੈ। ਜੇ ਵੱਧੀ ਕੋਈ ਆਮਦਨ ਇਹ ਕਹਿਣ ਅਸੀਂ ਕਰਨੀ ਆ, ਉਹਦੇ ਵਾਸਤੇ ਬਹੁਤਾ ਨਹੀਂ ਥੋੜ੍ਹਾ ਸਹੀ ਇਸ ਵੇਲੇ ਜੇ ਲਾਰਾ ਲਾ ਵੀ ਦੇਣ ਤੇ ਪਤਾ ਅੱਗੇ ਚੋਣਾਂ ਆ ਰਹੀਆਂ, ਆਪਾਂ ਕਿਹੜਾ ਇੰਪਲੀਮੈਂਟ ਕਰਨਾ, ਲਾਰਾ ਹੀ ਲਾਉਣਾ। ਜੀ ਜਿਹੜਾ ਅਖੀਰਲੇ ਵਕਤ ਜਾਂਦੇ ਲਾਰਾ ਲਾਉਣਾ, ਉਹ ਇੱਕ ਕਿਸਮ ਦਾ ਇੱਕ ਆਸਰਾ ਜਿਹਾ ਭਾਲਣ ਵਾਲੀ ਗੱਲ ਹੈ ਕਿ ਅਸੀਂ ਤੁਹਾਡੇ ਵਾਸਤੇ ਆਹ ਕਰ ਰਹੇ ਹਾਂ ਤੇ ਤੁਸੀਂ ਹੁਣ ਸਾਨੂੰ ਵੋਟਾਂ ਪਾ ਦਿਓ। ਜੀ ਮੈਨੂੰ ਲੱਗਦਾ ਨਹੀਂ ਕਿ ਇਹਦਾ ਬਹੁਤਾ ਅਸਰ ਪਵੇਗਾ। ਇੱਦਾਂ ਦੇ 2-4 ਕੰਮ ਉਹ ਹੋਰ ਕਰ ਸਕਦੇ ਆ। ਹਾਂ, ਮੁਲਾਜ਼ਮ ਵਰਗ ਹੈ, ਉਹਦੀਆਂ ਵੋਟਾਂ ਬਹੁਤ ਨੇ। ਜੀ ਵਪਾਰੀ ਆਪਣੀ ਆਮਦਨ ਲੁਕਾ ਸਕਦਾ, ਜੀ ਫੈਕਟਰੀ ਵਾਲਾ ਲੁਕਾ ਸਕਦਾ, ਹੋਰ ਸਭ ਤੋਂ ਲੁਕਾਈ ਜਾ ਸਕਦੀ ਹੈ। ਜਿਹੜਾ ਮੁਲਾਜ਼ਮ ਹੈ ਉਹਦੀ ਤਨਖਾਹ ਤਾਂ ਵੱਧਦੀ ਰਹਿੰਦੀ ਹੁੰਦੀ, ਸਰਕਾਰੀ ਰਜਿਸਟਰਾਂ 'ਤੇ ਚੜ੍ਹੀ ਹੁੰਦੀ, ਕੰਪਨੀਆਂ ਦੇ ਰਜਿਸਟਰਾਂ 'ਤੇ ਚੜ੍ਹੀ ਹੁੰਦੀ, ਇਸ ਕਰਕੇ ਸਾਰਾ ਕੁਝ ਉੱਥੇ ਆ ਜਾਂਦਾ। ਜੀ ਉਹ ਆਪਣੀ ਤਨਖਾਹ ਲੁਕਾ ਨਹੀਂ ਸਕਦੇ। ਹੁਣ ਤੱਕ ਜਿਹੜੀ ਉਹਨਾਂ ਦੀ ਆਮਦਨ ਦੇ ਉੱਤੇ 2 ਲੱਖ ਤੋਂ ਟੈਕਸ ਸ਼ੁਰੂ ਹੋ ਜਾਂਦਾ ਸੀ, ਇਹ ਕਹਿ ਸਕਦੇ ਆ ਕਿ 2 ਦੇ ਬਜਾਏ ਅਸੀਂ ਹੁਣ ਹੱਦ 3 ਲੱਖ ਕਰ ਦਿੱਤੀ ਆ, ਭਾਵੇਂ 5 ਲੱਖ ਹੀ ਕਰ ਦੇਣ। ਜੀ ਜੇ 5 ਲੱਖ ਕਰ ਦਿੱਤੀ, ਜਿਹਦੀ 6 ਲੱਖ ਰੁਪਇਆ ਮਹੀਨੇ ਦੀ ਸਾਲ ਦੀ ਆਮਦਨ ਹੈ, ਉਹਨੂੰ ਪਹਿਲੇ 2 ਲੱਖ ਤੇ ਮਾਫੀ ਹੋਵੇ। ਜੀ ਉਦੋਂ ਬਾਅਦ 10% ਦੀ ਜਿਹੜੀ ਉਹਨੂੰ ਹੈਗੀ ਆ ਸਲੈਬ, ਉਹਦੇ 'ਚ ਅਗਲੇ 3 ਲੱਖ ਜਿਹੜੇ ਆ ਉਹਨਾਂ ਦੇ ਉੱਤੇ 30,000 ਰੁਪਇਆ ਟੈਕਸ ਦੇਣਾ ਪੈਣਾ ਨਾ। ਜੀ ਜਿਹੜਾ ਇਹਦੇ ਤੋਂ ਅਗਲਾ 6ਵਾਂ ਲੱਖ ਹੈ, ਉਹਦੇ ਉੱਤੇ 20,000 ਰੁਪਏ ਜਿਹੜਾ, ਕਿਉਂਕਿ 20% ਬਣ ਜਾਣਾ। ਜੀ
20 ਤੇ 20 ਹੋਊਗਾ ਨਾ। ਤੇ ਜੇ ਇਹ ਕਹਿਣ ਕਿ ਅਸੀਂ ਜਿਹੜੀ ਆਮਦਨ ਟੈਕਸ ਦੀ ਹੱਦ ਹੈ 2 ਲੱਖ ਤੋਂ ਚੁੱਕ ਕੇ 5 ਲੱਖ ਤੇ ਕਰ ਦਿੱਤੀ ਹੈ, ਜੀ ਜਦੋਂ ਮੱਧ ਵਰਗ ਨੂੰ ਪਤਾ ਲੱਗਾ, ਮੁਲਾਜ਼ਮਾਂ ਨੂੰ ਪਤਾ ਲੱਗਾ ਕਿ ਸਾਡਾ 30,000 ਤੇ ਇਹੋ ਬਚਣਾ, ਕੁਝ ਫਰਕ ਪੈਂਦਾ ਕਿ ਨਹੀਂ ਪੈਂਦਾ? ਜੀ ਇਹ ਇਦਾਂ ਦਾ ਕੁਛ ਨਾ ਕੁਛ ਕਰ ਸਕਦੇ ਆ। ਇਹ ਚੋਗਾ ਸੁੱਟਣਗੇ, ਅੱਗੋਂ ਚੁਗਣ ਵਾਲਾ ਕਿੱਦਾਂ ਦਾ ਚੁਗਦਾ, ਇਹ ਬਚ ਪਾ ਲਊਗਾ। ਆਖਰੀ ਮੌਕੇ। ਅੱਛਾ ਆਪਣਾ ਸਾਹਿਬ, ਇਹ ਤਾਂ ਚਲੋ ਖੈਰ ਹੋ ਗਿਆ ਆਖਰੀ ਹਥਿਆਰ। ਇੱਕ ਚੀਜ਼ ਮੈਂ ਜ਼ਰੂਰ ਜ਼ਿਕਰ ਕਰਾਂ ਤੁਹਾਡੇ ਨਾਲ ਕਿ ਵੀ ਇਹ ਇਸ ਵਕਤ ਜਿਹੜੀ ਸਰਕਾਰ ਆ ਉਹ ਮਾਹੌਲ ਚਾਲ ਨੂੰ ਇਹ ਦੇਖਦੀ ਪਈ ਆ ਕਿ ਵੀ ਅਸੀਂ ਵੋਟਾਂ ਲੈਣੀਆਂ, ਪਰ ਜਿਹੜੇ ਪੰਜਾਬ ਦੇ ਭਾਈਵਾਲ ਆ ਉਹ ਕਹਿੰਦੇ ਬਾਈਕਾਟ ਕਰਕੇ ਬਹਿ ਗਏ, ਐਨਡੀਏ ਦੀ ਮੀਟਿੰਗ 'ਚ ਵੀ ਨਹੀਂ ਗਏ, ਤੇ ਰੌਲਾ ਜਿਹੜਾ ਉਹ ਗੁਰਦੁਆਰਾ ਸਾਹਿਬ ਨਾਲ ਜਾ ਕੇ ਜੁੜਦਾ ਸਿਰਸਾ ਸਾਹਿਬ ਦੇ ਬਿਆਨ ਤੋਂ। ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ? ਕਮਾਲ ਦੀ ਗੱਲ ਇਹ ਹੈ, ਮੀਟਿੰਗ ਸ਼ਾਮ ਨੂੰ ਹੋਈ ਹੈ, ਦੁਪਹਿਰ ਦੀ ਰੋਟੀ ਭਾਜਪਾ ਦੇ ਸਾਰੇ ਲੀਡਰਾਂ ਨੇ ਬਾਦਲ ਪਰਿਵਾਰ ਦੇ ਘਰ, ਸੁਖਬੀਰ ਸਿੰਘ ਬਾਦਲ ਤੇ ਬੀਬੀ ਹਰਸਿਮਰਤ ਕੌਰ ਬਾਦਲ ਦੇ ਘਰ ਜਾ ਕੇ ਖਾਧੀ। ਜੀ ਲੋਕ ਸਭਾ ਦੀ ਸਪੀਕਰ ਬੀਬੀ ਸੁਮਿਤਰਾ ਮਹਾਜਨ, ਠੀਕ ਹੈ ਲੋਕ ਸਭਾ ਦੀ ਸਪੀਕਰ ਹੈ, ਪਰ ਬੀਜੇਪੀ ਦੀ ਲੀਡਰ ਹੈ, ਜੀ ਉਹ ਵੀ ਗਈ। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਗਿਆ, ਹੋਰ ਕਿੰਨੇ ਸਾਰੇ ਗਏ। ਇੰਨੇ ਖੁਸ਼ ਕਿ ਰਾਜਨਾਥ ਸਿੰਘ ਨੇ ਉੱਥੇ ਢੋਲ ਵਜਾ ਕੇ ਵਿਖਾਇਆ ਕਿ ਮੈਨੂੰ ਆ ਵੀ ਕੁੱਟਣਾ ਆਉਂਦਾ। ਜੀ ਫਿਰ ਬੀਬੀ ਹਰਸਿਮਰਤ ਕੌਰ ਬਾਦਲ ਤੇ ਸਿਮਰਤੀ ਇਰਾਨੀ ਦੋਵਾਂ ਨੇ ਇੱਕ ਦੂਜੀ ਦੀਆਂ ਬਾਹਾਂ ਫੜ ਕੇ ਕਿੱਕਲੀ ਕਲੀਰ ਦੀ ਪੱਗ ਮੇਰੇ ਵੀਰ ਦੀ, ਦੁਪੱਟਾ ਮੇਰੇ ਭਾਈ ਦਾ, ਜੀ ਜੀ ਫਿੱਟੇ ਮੂੰਹ ਜਵਾਈ ਦਾ, ਇਹ ਸਾਰਾ ਕੁਝ ਵੀ ਕੀਤਾ। ਜੀ ਕਿੱਕਲੀ ਵੀ ਪਾਈ। ਤੇ ਉਹਦੇ ਤੋਂ 2 ਘੰਟੇ ਬਾਅਦ ਐਨਡੀਏ ਗੱਠਜੋੜ ਦੀ ਮੀਟਿੰਗ। ਇਹਨਾਂ ਆਖਿਆ ਸੀ ਆਉਣਾ ਨਹੀਂ, ਜੀ ਤੇ ਭਾਜਪਾ ਵਾਲਿਆਂ ਨੇ ਆਖਿਆ ਅਸੀਂ ਬੁਲਾਉਣਾ ਨਹੀਂ। ਉਹਨਾਂ ਮੀਟਿੰਗ ਕਰ ਲਈ, ਇਹ ਬਾਹਰ ਬੈਠੇ ਰਹੇ, ਜੀ ਡਿੱਗਦੇ ਰਹੇ ਵੀ ਸਾਨੂੰ ਸੱਦਾ ਆਊਗਾ। ਉਹਨਾਂ ਸੱਦੇ ਨਹੀਂ, ਆਖਿਆ ਠੀਕ ਹੈ ਕੋਈ ਗੱਲ ਨਹੀਂ। ਜੀ ਕਾਰਨ ਕੀ ਹੈ? ਅਸੀਂ ਪਿਛਲੀਆਂ ਦਿਨਾਂ 'ਚ ਹਵਾ ਦਾ ਰੁੱਖ ਸੁੰਘਦੇ ਪਏ ਸੀ ਕਿ ਵਿਗਾੜ ਪੈ ਰਿਹਾ ਪੰਜਾਬ ਦੇ ਵਿੱਚ ਅਕਾਲੀ ਪਾਰਟੀ ਦੇ ਅੰਦਰ ਵੀ। ਜੀ ਸੁਖਬੀਰ ਸਿੰਘ ਬਾਦਲ ਦੀ ਬੋਲਬਾਣੀ, ਉੱਦਾਂ ਦੋਵਾਂ ਜੀ ਕਹ ਲਓ, ਜੀ ਬੀਬੀ ਜੀ ਵੀ ਬਾਬਾ ਸੁਲੱਖਣਾ ਬੋਲਦੇ ਆ, ਜੀ ਉਹਦੇ ਤੋਂ ਅਕਾਲੀ ਲੀਡਰਾਂ ਦੇ ਵਿੱਚ ਕੁੜੱਤਣ ਵੱਧ ਰਹੀ ਸੀ। ਉਸ ਕੁੜੱਤਣ ਨੂੰ ਭਾਜਪਾ ਨੋਟ ਕਰਦੀ ਸੀ। ਸੁਖਦੇਵ ਸਿੰਘ ਢੀਂਡਸਾ ਚੁੱਪ ਕਰਕੇ ਬੈਠੇ ਸੀ। ਇੱਕ ਦਿਨ ਸੁਖਦੇਵ ਸਿੰਘ ਢੀਂਡਸਾ ਨੇ ਸਿੱਧਾ ਬਿਆਨ ਦਿੱਤਾ ਕਿ ਅਕਾਲੀ ਦਲ ਦਾ ਪੱਠਾ ਬਿਠਾਉਣ ਦੇ ਵਿੱਚ ਬਾਦਲ ਪਰਿਵਾਰ ਦਾ, ਬਾਦਲ ਪਿਓ ਪੁੱਤ ਦਾ ਬਹੁਤ ਵੱਡਾ ਰੋਲ ਹੈ। ਦੁਪਹਿਰੇ ਬਿਆਨ ਆਇਆ ਤੇ ਸ਼ਾਮ ਨੂੰ ਕੇਂਦਰ ਦਾ ਐਲਾਨ ਆਇਆ ਕਿ ਸੁਖਦੇਵ ਸਿੰਘ ਢੀਂਡਸਾ ਨੂੰ ਪਦਮ ਭੂਸ਼ਣ ਦਿੱਤਾ ਜਾ ਰਿਹਾ। ਜੀ ਕਿਸੇ ਅਕਾਲੀ ਨੂੰ ਪਦਮ ਭੂਸ਼ਣ ਦੇਣਾ, ਜਾਂ ਤਾਂ ਬਾਦਲ ਪਿਓ ਪੁੱਤ ਸਿਫਾਰਿਸ਼ ਕਰਨ, ਜੇ ਸਿਫਾਰਿਸ਼ ਨਹੀਂ ਕਰਨੀ ਕੇਂਦਰ ਵਾਲਿਆਂ ਦੇਣਾ, ਇਹਨਾਂ ਨੂੰ ਪੁੱਛ ਲੈਂਦੇ। ਜੀ ਜੇ ਪੁੱਛਿਆ ਨਹੀਂ ਸੀ ਤੇ ਫੈਸਲਾ ਕਰਕੇ ਦੱਸ ਦਿੰਦੇ ਕੀ ਕਰਨ ਲੱਗੇ। ਉਹਨਾਂ ਦੱਸਿਆ ਵੀ ਨਹੀਂ। ਇਹਨਾਂ ਨੂੰ ਮੀਡੀਆ ਦੇ ਵਿੱਚੋਂ, ਟੀਵੀ ਚੈਨਲਾਂ ਤੋਂ ਪਤਾ ਲੱਗਾ ਕਿ ਆਹ ਕੰਮ ਹੋ ਗਿਆ। ਜੀ ਇਹਦੇ ਤੋਂ ਇਹ ਨਾਰਾਜ਼, ਅੱਗੋਂ ਜ਼ਖਮਾਂ ਤੇ ਹੋਰ ਲੂਣ ਧੂੜਤਾ ਕਿ ਜਿਹੜਾ ਐਚ.ਐਸ. ਫੂਲਕਾ ਇਹ ਕਹਿੰਦਾ ਕਿ ਮੈਂ ਸਿੱਖ ਆਰਮੀ ਬਣਾਉਣੀ ਆ, ਤੇ ਇਹੋ ਜਿਹੀ ਸਿੱਖ ਆਰਮੀ ਬਣਾਉਣੀ ਆ ਜਿਹੜੀ ਸ਼੍ਰੋਮਣੀ ਕਮੇਟੀ ਦੇ ਉੱਤੇ, ਸਿੱਖਾਂ ਦੇ ਗੁਰਦੁਆਰਿਆਂ ਦੇ ਉੱਤੇ ਬਾਦਲ ਪਰਿਵਾਰ ਦਾ ਕਬਜ਼ਾ ਤੁੜਵਾਏ। ਕੇਂਦਰ ਸਰਕਾਰ ਨੇ ਉਹਨੂੰ ਵੀ ਪਦਮ ਸ਼੍ਰੀ ਦੇ ਦਿੱਤਾ। ਜੀ ਤੇ ਸੁਖਬੀਰ ਸਿੰਘ ਬਾਦਲ ਨੂੰ ਤਾਂ ਉਦੋਂ ਰਾਤ ਨੂੰ ਰੋਟੀ ਨਹੀਂ ਸਵਾਦ ਲੱਗੀ ਹੋਣੀ। ਵਿਗਾੜ ਇੱਥੋਂ ਵੀ ਪਿਆ। ਜੀ ਉਹਦੇ ਤੋਂ 2 ਦਿਨ ਬਾਅਦ ਤੱਕ ਇਹ ਸੋਚਦੇ ਰਹੇ। ਫਿਰ ਮਨਜਿੰਦਰ ਸਿੰਘ ਸਿਰਸੇ ਨੂੰ ਚਾਬੀ ਲਾਈ। ਉਹਨੇ ਬਿਆਨ ਦੇ ਦਿੱਤਾ ਕਿ ਹਜ਼ੂਰ ਸਾਹਿਬ ਸਾਡਾ ਸਿੱਖਾਂ ਦਾ ਤਖਤ ਹੈ, ਉਹਦੇ ਪ੍ਰਬੰਧਕੀ ਬੋਰਡ ਦੇ ਵਿੱਚ ਮਹਾਰਾਸ਼ਟਰ ਦੀ ਭਾਜਪਾ ਸਰਕਾਰ ਦਖਲ ਦਿੰਦੀ ਆ। ਅਸੀਂ ਸਿੱਖਾਂ ਦੇ ਗੁਰਦੁਆਰਿਆਂ 'ਚ ਕਿਸੇ ਦਾ ਦਖਲ ਬਰਦਾਸ਼ਤ ਨਹੀਂ ਕਰਾਂਗੇ। ਕਿਉਂ? ਤੁਹਾਡੀ ਇਜਾਜ਼ਤਦਾਰੀ ਹੈ? ਤੁਸੀਂ ਉੱਤੋਂ ਕੋ ਪਟਾ ਲਿਖਾ ਕੇ ਲਿਆਏ ਆ ਕਿ ਅਸੀਂ ਪ੍ਰਬੰਧ ਕਰਾਂਗੇ, ਹੋਰ ਕੋਈ ਨਹੀਂ ਆਊਗਾ। ਜੀ ਇਹ ਤੁਹਾਨੂੰ ਕਿਹਨੇ ਦਿੱਤਾ? ਸਿੱਖਾਂ ਦਾ ਸਿੱਖ ਪ੍ਰਬੰਧ ਕਰਨਗੇ ਨਾ। ਇਹ ਆਖਣਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ, ਬਾਦਲ ਅਕਾਲੀ ਦਲ ਕਰੇਗਾ। ਇਹ ਉਹਨੇ ਬਿਆਨ ਦੇ ਦਿੱਤਾ। ਚਲੋ ਬਿਆਨ ਵੱਖਰੀ ਗੱਲ ਸੀ। ਜੀ ਨਾਲ ਅਗਲੀ ਗੱਲ ਉਹਨੇ ਕਹਿ ਦਿੱਤੀ ਕਿ ਹੁਣ ਸਾਡਾ ਭਾਜਪਾ ਨਾਲ ਗੱਠਜੋੜ ਟੁੱਟ ਵੀ ਸਕਦਾ। ਮਨਜਿੰਦਰ ਸਿੰਘ ਸਿਰਸਾ ਅਕਾਲੀ ਪਾਰਟੀ ਦਾ ਨਾ ਪ੍ਰਧਾਨ ਹੈ ਨਾ ਸਰਪ੍ਰਸਤ ਹੈ। ਜੀ ਉਹ ਦਿੱਲੀ ਦੇ ਅਕਾਲੀ ਦਲ ਯੂਨਿਟ ਦਾ ਆਗੂ ਆ। ਉਹਦੇ ਵੱਲੋਂ ਇਹ ਬਿਆਨ ਦਿਵਾਉਣਾ ਜਿਹੜਾ ਪਾਰਟੀ 'ਚ 5ਵੇਂ 6ਵੇਂ ਥਾਂ ਤੇ, ਅਸਲ 'ਚ ਉਹ ਬਿਆਨ ਨਹੀਂ ਦੇ ਰਿਹਾ। ਉਹਨੂੰ ਬਾਦਲਾਂ ਨੇ ਆਖਿਆ ਤੂੰ ਬਿਆਨ ਦੇ। ਜੇ ਭਾਜਪਾ ਵਾਲੇ ਥੋੜ੍ਹੇ ਜਿਹੇ ਗੱਲ ਕਰਨਾ ਚਾਹਣਗੇ ਤੇ ਅਸੀਂ ਆਖਾਂਗੇ ਕੋਈ ਨਹੀਂ, ਅਸੀਂ ਸਿਰਸੇ ਨੂੰ ਸਮਝਾ ਦਿੰਦੇ ਹਾਂ, ਤੇ ਨਹੀਂ ਤੇ ਫਿਰ ਅਸੀਂ ਵੀ ਤੇਰੇ ਮਗਰ ਆ ਜਾਵਾਂਗੇ। ਜੀ ਉਹ ਤੋਂ ਕਹਿ ਕੇ ਸ਼ਰਾਰਤ ਕਰਵਾਈ ਗਈ। ਅੱਗੋਂ ਭਾਜਪਾ ਵਾਲਿਆਂ ਨੇ ਇਹਨਾਂ ਦੀ ਟਕਾ ਪਰਵਾਹ ਨਹੀਂ ਕੀਤੀ, ਆਪਣੀ ਰਾਸ਼ਟਰੀ ਸਿੱਖ ਸੰਗਤ ਨੂੰ ਚਾਬੀ ਲਾਈ ਤੇ ਰਾਸ਼ਟਰੀ ਸਿੱਖ ਸੰਗਤ ਇਹਨਾਂ ਨੂੰ ਪੈ ਗਈ ਕਿ ਤੁਸੀਂ ਗੁਰਦੁਆਰਿਆਂ 'ਚ ਕੋਈ ਮਰਿਆਦਾ ਰਹਿਣ ਦਿੱਤੀ, ਜੀ ਕੋਈ ਪ੍ਰਬੰਧ ਰਹਿਣ ਦਿੱਤਾ। ਸਾਰਾ ਵਿਗਾੜ ਤੇ ਤੁਸੀਂ ਪਾਇਆ ਤੇ ਸਾਨੂੰ ਗੱਲਾਂ ਕਾਹਦੀਆਂ ਕਰਦੇ ਆ।
ਇਹਦੇ ਨਾਲ ਹਾਲਾਤ ਵਿਗਾੜ ਜਿਹੜਾ ਸੀ ਉਹ ਹੋਰ ਵੱਧ ਗਿਆ। ਉਸ ਵਿਗਾੜ ਦੇ ਵਿੱਚ ਹੀ ਇੱਥੋਂ ਤੱਕ ਚਲੇ ਗਏ ਕਿ ਇਹ ਐਨਡੀਏ ਗੱਠਜੋੜ ਦੀ ਮੀਟਿੰਗ ਵਿੱਚ ਨਹੀਂ ਗਏ ਜੀ, ਤੇ ਉਹ ਖੁਸ਼ ਹੋਣੇ ਆ ਕਿ ਚਲੋ ਨਹੀਂ ਆਏ। ਤੇ ਇਹਦੋਂ ਬਾਅਦ ਮਨਜਿੰਦਰ ਸਿੰਘ ਸਿਰਸੇ ਦਾ ਇੱਕ ਹੋਰ ਬਿਆਨ ਆ ਗਿਆ, ਕਹਿੰਦਾ ਭਾਜਪਾ ਦੀ ਸਰਕਾਰ ਤਾਂ ਅੰਗਰੇਜ਼ਾਂ ਨਾਲੋਂ ਭੈੜੀ ਹੈ। ਵੈਰੀ ਗੁੱਡ। ਕਮਾਲ ਦੀ ਗੱਲ ਇਹ ਹੈ ਕਿ ਮਨਜਿੰਦਰ ਸਿੰਘ ਸਿਰਸਾ ਬਾਦਲ ਅਕਾਲੀ ਦਲ ਦਾ ਲੀਡਰ ਹੈ ਤੇ ਦਿੱਲੀ ਦੀ ਵਿਧਾਨ ਸਭਾ ਦੇ ਵਿੱਚ ਭਾਜਪਾ ਦੇ ਚੋਣ ਨਿਸ਼ਾਨ ਕਮਲ ਦੇ ਫੁੱਲ ਉੱਤੇ ਜਿੱਤਿਆ ਹੋਇਆ ਐਮਐਲਏ। ਜੀ, ਜੇ ਭਾਜਪਾ ਦੀ ਸਰਕਾਰ, ਜੇ ਭਾਰਤੀ ਜਨਤਾ ਪਾਰਟੀ ਅੰਗਰੇਜ਼ਾਂ ਤੋਂ ਭੈੜੀ ਆ ਤੇ ਉਸ ਪਾਰਟੀ ਦਾ ਐਮਐਲਏ ਬਣ ਕੇ ਕੀ ਲੈਣਾ ਸੀ? ਫਿਰ ਤਾਂ ਲੱਗੀ ਨਾਲ ਟੁੱਟੀ ਚੰਗੀ ਬੇਕਦਰਾਂ ਦੀ ਯਾਰੀ। ਜੀ, ਜਾਂ ਤਾਂ ਤੂੰ ਅਸਤੀਫਾ ਦੇ ਦੇ, ਜਾਂ ਉਹੋ ਹੀ ਮਾੜੀ ਮੋਟੀ ਸ਼ਰਮ ਹੋਵੇ ਤੇ ਆਖਣ ਕਿ ਜਿਹੜਾ ਬੰਦਾ ਸਾਨੂੰ ਅੰਗਰੇਜ਼ਾਂ ਤੋਂ ਭੈੜੇ ਦੱਸਦਾ ਹੈ ਜਿਹਨੂੰ ਰੱਖਣਾ ਕਦੇ ਲਈ ਆ, ਬਾਹਰ ਕੱਢ ਦੇਣ। ਜੀ, ਉਹਨਾਂ ਵੀ ਕੱਢਿਆ ਨਹੀਂ, ਇਹਨੇ ਵੀ ਛੱਡਿਆ ਨਹੀਂ। ਅਜੇ ਤੱਕ ਰੋਸਿਆਂ ਦਾ ਦੌਰ ਚੱਲਦਾ ਪਿਆ। ਇਹ ਦੌਰ ਅਗਲਿਆਂ ਦਿਨਾਂ 'ਚ ਥੋੜ੍ਹਾ ਜਿਹਾ ਗੁਰਪ੍ਰੀਤ ਜੀ ਹੋਰ ਵੱਧ ਸਕਦਾ। ਜੀ, ਅਜੇ ਘਟਣ ਦੇ ਚਾਂਸਿਸ ਘੱਟ ਨੇ, ਉੱਦਾਂ ਸਾਂਝੇ ਬੰਦੇ ਵਿੱਚ ਪਏ ਨੇ, ਸ਼ਾਇਦ ਮਨਾ ਵੀ ਲੈਣ, ਪਰ ਚਾਂਸ ਘੱਟ ਨੇ। ਨਹੀਂ ਪਰ ਹੁਣ ਇੱਕ ਗੱਲ ਤਾਂ ਹੈਗੀ ਨਾ, ਇਸ ਵਕਤ ਪੰਨੂ ਸਾਹਿਬ ਸਟੇਜ 'ਤੇ ਪਹੁੰਚ ਗਈ, ਕਿਉਂਕਿ ਇਹ ਰੌਲਾ ਮੇਰੇ ਖਿਆਲ 2015 'ਚ ਵੀ ਪਿਆ ਸੀ, ਇਸ ਤੋਂ ਪਹਿਲਾਂ ਵੀ ਪੈਂਦਾ ਹੁੰਦਾ ਸੀ। ਅਤੇ ਹੁਣ ਸਟੇਜ ਤਾਂ ਇਹ ਆ ਗਈ ਹੈ ਨਾ ਵੀ ਭਾਜਪਾ ਨੂੰ ਲੋੜ ਨਹੀਂ, ਜੇ ਜਿੱਦਾਂ ਤੁਸੀਂ ਉਹ ਵਰਡ ਯੂਜ਼ ਕਰਦੇ ਹੁੰਦੇ ਆ ਵੀ ਉਸੇ ਤਨਖਾਹ ਦੇ ਜੇ ਭਾਂਡੇ ਮਾਂਜਣ ਦੀ ਗੱਲ ਆਈ ਤਾਂ ਇਸ ਪਾਸੇ ਹੋਣੀ। ਨਹੀਂ, ਜਿਹੜਾ 2015 'ਚ ਪਿਆ ਸੀ ਨਾ, ਅਕਾਲੀਆਂ ਨੂੰ ਸਮਝ ਨਹੀਂ ਆਈ। ਜੀ, ਇਹਨਾਂ ਨੇ ਅਰੁਣ ਜੇਤਲੀ ਨੂੰ ਜਾ ਕੇ ਆਖਿਆ ਸੀ ਕਿ ਤੁਸੀਂ ਅੰਮ੍ਰਿਤਸਰ ਦੀ ਪਾਰਲੀਮੈਂਟ ਸੀਟ ਤੋਂ ਕਾਗਜ਼ ਭਰ ਦਿਓ ਤੇ ਜਿੱਤ ਦਾ ਸਰਟੀਫਿਕੇਟ ਅਸੀਂ ਦਿੱਲੀ ਦੇ ਦੇਣਾ, ਤੁਹਾਨੂੰ ਆਉਣ ਦੀ ਲੋੜ ਨਹੀਂ। ਜੀ, ਜਦੋਂ ਅਰੁਣ ਜੇਤਲੀ ਨੂੰ ਪਤਾ ਲੱਗਾ ਕਿ ਉੱਥੇ ਦੇ ਕੰਮ ਖਰਾਬ ਹੋਇਆ, ਫਿਰ ਉਹ ਅੰਮ੍ਰਿਤਸਰ ਦੀ ਗਲੀ ਗਲੀ ਆਪਣੇ ਪੂਰੇ ਟੱਬਰ ਸਮੇਤ, ਆਪ ਕਿਸੇ ਪਾਸੇ, ਪਤਨੀ ਕਿਸੇ ਪਾਸੇ, ਬੱਚੇ ਕਿਸੇ ਪਾਸੇ, ਜੀ, ਸਾਰਾ ਟੱਬਰ ਘੁੰਮੇ। ਲੋਕਾਂ ਮੂੰਹ ਤੇ ਮਾਰੀਆਂ ਗੱਲਾਂ ਕਿ ਆਹ ਕੁਛ ਇੱਥੇ ਹੋਣ ਡਿਆ, ਤੁਹਾਨੂੰ ਕੀ ਪਤਾ ਦਿੱਲੀ ਬੈਠਿਆਂ ਨੂੰ। ਇਹ ਬੜੀ ਬੁਰੀ ਤਰ੍ਹਾਂ ਹਾਰ ਕੇ ਜੇਤਲੀ ਸਾਹਿਬ ਗਏ। ਫਿਰ ਅਮਿਤ ਸ਼ਾਹ ਨੇ ਉੱਥੇ ਗੇੜਾ ਮਾਰਿਆ, ਮੀਟਿੰਗ ਕਰਵਾਈ ਭਾਜਪਾ ਵਾਲਿਆਂ ਦੀ, ਤੇ ਉਹਨੇ ਆਖਿਆ ਕਿ ਅਸੀਂ ਅਕਾਲੀਆਂ ਤੇ ਨਿਰਭਰ ਨਹੀਂ ਰਹਿਣਾ, ਇਹਨਾਂ ਦੇ ਚਾਲੇ ਚੰਗੇ ਨਹੀਂ। ਜੀ, ਉਹਨੇ ਆਖਿਆ ਮੈਂ ਅੰਮ੍ਰਿਤਸਰ ਰੈਲੀ ਕਰਨੀ ਹੈ। ਰੈਲੀ ਤੇ ਉਹਦੀ ਇਸ ਕਰਕੇ ਟਲ ਗਈ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਤੂੰ ਕਰ, ਉਸੇ ਦਿਨ ਮੈਂ ਤੇਰੇ ਬਰਾਬਰ ਤੇ ਰੈਲੀ ਕਰੂੰ। ਤੇ ਉਹ ਘਬਰਾ ਗਿਆ। ਤੇ ਜਿਹੜੀ ਗਰਾਊਂਡ ਉਹਨੇ ਬੁੱਕ ਕਰਾਈ ਸੀ, ਜਿਹੜਾ ਟੈਂਟ ਹਾਊਸ ਉਹਨੇ ਬੁੱਕ ਕਰਾਇਆ ਸੀ, ਕੈਪਟਨ ਅਮਰਿੰਦਰ ਸਿੰਘ ਨੇ ਜਾ ਕੇ ਉਹੀ ਗਰਾਊਂਡ ਤੇ ਉਸੇ ਟੈਂਟ ਹਾਊਸ ਵਾਲਿਆਂ ਨੂੰ ਆਖਿਆ ਤੂੰ ਲਾ, ਇੱਥੇ ਆਪਾਂ ਰੈਲੀ ਕਰਦੇ ਹਾਂ। ਇਹਨਾਂ ਨੂੰ ਘਾਬਰ ਪੈ ਗਈ। ਜੀ, ਦੂਜਾ ਕੰਮ ਇਹ ਸੀ ਕਿ ਬੀਬੀ ਹਰਸਿਮਰਤ ਕੌਰ ਬਾਦਲ ਕੇਂਦਰ ਦੀ ਮੰਤਰੀ ਹੋਵੇ। ਉਹਦਾ ਸਕਾ ਭਰਾ ਪੰਜਾਬ ਦਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਜਲੰਧਰ ਦੇ ਵਿੱਚ ਕੇਂਦਰ ਸਰਕਾਰ ਦੀ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਸੱਦ ਕੇ 8 ਘੰਟੇ ਉਹਦੀ ਗ੍ਰਿਲਿੰਗ ਕੀਤੀ, ਪੁੱਛਗਿੱਛ ਦੇ ਨਾਂ 'ਤੇ ਤੰਗ ਕੀਤਾ। ਜਦੋਂ ਬਾਹਰ ਨਿਕਲਿਆ ਤੇ ਧੁੰਦ ਪਈ ਸੀ, ਦਸੰਬਰ ਦਾ ਆਖਰੀ ਹਫ਼ਤਾ ਸੀ, ਤੇ ਆਉਂਦਿਆਂ ਸਾਰੀ ਇੰਨੀ ਧੁੰਦ ਦੇ ਵਿੱਚ ਵੀ ਪਹਿਲੀ ਗੱਲ ਉਹਨੇ ਆਖੇ ਮੈਨੂੰ ਪਹਿਲਾਂ ਘੁੱਟ ਪਾਣੀ ਪਿਆ ਲਓ। ਉਹਦਾ ਮਤਲਬ ਕੀ ਸੀ? ਜੀ, ਕਿ ਗ੍ਰਿਲਿੰਗ ਔਖੀ ਸੀ। ਤੇ ਉਦੋਂ ਵੀ ਭੈੜੀ ਗੱਲ ਇਹ ਕਿ ਬਾਹਰ ਆਉਂਦਿਆਂ ਨੂੰ ਅਗਲੇ ਪਾਸੇ ਸੇਵਾ ਬਲਦਾ ਪਿਆ ਸੀ। ਬਿਕਰਮ ਸਿੰਘ ਮਜੀਠੀਆ ਦਾ ਪੁਤਲਾ ਕੌਣ ਸਾੜ ਰਹੇ ਸਨ? ਕਾਂਗਰਸੀ ਨਹੀਂ ਸੀ, ਭਾਰਤੀ ਜਨਤਾ ਪਾਰਟੀ ਵਾਲੇ ਸਾੜ ਰਹੇ ਸਨ। ਜਿਹੜਾ ਉਦੋਂ ਤੋਂ ਲੈ ਕੇ ਕੜੱਤਨ ਤੁਰੀ ਆਈ ਹੈ, ਵਿਧਾਨ ਸਭਾ ਚੋਣਾਂ 'ਚ ਇਹਨਾਂ ਨੇ ਢੱਕਣ ਦਾ ਯਤਨ ਕੀਤਾ ਸੀ। ਜਦੋਂ ਪੱਲੇ ਕੁਛ ਨਹੀਂ ਪਿਆ, ਅਕਾਲੀ ਦਲ ਵਾਲਿਆਂ ਦੇ ਵੀ ਬੁਰੇ ਹਾਲਤ ਹੋ ਗਈ। ਜੀ, ਜਿਹੜੇ ਆ ਥੋੜ੍ਹੇ ਬਹੁਤ ਜਿੱਤੇ ਸੀ, ਇਹਨਾਂ 'ਚੋਂ ਕੁਝ ਤੇ ਆਪਣੇ ਕੰਮ ਕਰਕੇ, ਕੁਝ ਆਪਣੀ ਭਾਰੀ ਥੈਲੀ ਕਰਕੇ ਵੀ ਜਿੱਤੇ ਨੇ। ਜੀ, ਦੋਵੇਂ ਕਿਸਮਾਂ ਨੇ। ਬਾਕੀ ਝੜ ਕੇ ਭਾਜਪਾ ਵਾਲਿਆਂ ਦੇ ਸਿਰਫ 3 ਜਣੇ ਜਿੱਤੇ, ਹੋਰ ਉਹ ਵੀ ਤਿੰਨੇ ਇਹੋ ਜਿਹੇ ਆ ਕਿ ਜੇ ਕਿਤੇ 4 ਹੁੰਦੇ ਤੇ ਅਸੀਂ ਆਖਣਾ ਸੀ 4 ਦਿਸ਼ਾਵਾਂ ਨੂੰ ਮੂੰਹ ਨੇ। ਹੁਣ ਇੱਕ ਦਿਸ਼ਾ ਦਿੱਲੀ ਵਾਲੀ ਛੱਡੀ ਹੈ, ਬਾਕੀ ਤਿੰਨਾਂ ਦੇ 3 ਪਾਸਿਆਂ ਨੂੰ ਮੂੰਹ ਆ। 2 ਸਾਲ ਹੋ ਗਏ ਚੋਣ ਹੋਈ ਨੂੰ। ਜੀ, ਤੇ ਭਾਜਪਾ ਅਜੇ ਤੱਕ ਉਹਨਾਂ 3 ਵਿਧਾਇਕਾਂ ਨੂੰ ਬਿਠਾ ਕੇ ਇਹ ਨਹੀਂ ਫੈਸਲਾ ਕਰ ਸਕੀ ਕਿ ਤੁਹਾਡੇ 'ਚੋਂ ਵਿਧਾਇਕ ਗਰੁੱਪ ਦਾ ਲੀਡਰ ਕੌਣ ਹੈ ਤੇ ਡਿਪਟੀ ਲੀਡਰ ਕੌਣ ਹੈ। ਜੀ, ਉਹ ਇਸ ਕਰਕੇ ਕਿ ਉਹਨਾਂ 'ਚੋਂ 2 ਜਣੇ ਅਕਾਲੀ ਲੀਡਰਾਂ ਦੇ ਆਖੇ ਤੇ ਚੱਲਦੇ ਆ। ਇਹ ਸਾਰੀਆਂ ਗੱਲਾਂ ਭਾਜਪਾ ਵੀ ਨੋਟ ਕਰਦੀ ਪਈ। ਅਸੀਂ 2012 ਤੱਕ 2017 ਤੱਕ ਵੀ ਵੇਖਦੇ ਸਨ ਕਿ ਭਾਜਪਾ ਦੇ ਵੇਲੇ ਇੰਨਾ ਅਕਾਲੀਆਂ ਦੇ ਦਬਾਅ ਥੱਲੇ ਸੀ ਕਿ ਜਿਹੜੇ ਭਾਜਪਾ ਦੇ ਲੀਡਰ ਜਾਂ ਵਰਕਰ ਨੂੰ ਟਿਕਟ ਚਾਹੀਦੀ ਹੁੰਦੀ ਸੀ, ਆਪਣੀ ਹਾਈ ਕਮਾਂਡ ਕੋਲ ਨਹੀਂ ਸੀ ਜਾਂਦਾ। ਜੀ, ਬਾਦਲ ਪਿਓ ਪੁੱਤ ਦੇ ਕੋਲ ਜਾਂਦਾ ਸੀ ਤੇ ਇਹ ਦਿੱਲੀ ਬੈਠੀ ਹਾਈ ਕਮਾਂਡ ਨੂੰ ਕਹਿੰਦੇ ਸੀ ਫਲਾਣੇ ਬੰਦੇ ਨੂੰ ਟਿਕਟ ਦੇ ਦਿਓ। ਇਸ ਵੇਲੇ ਸਥਿਤੀ ਇਹ ਆ ਕਿ ਭਾਜਪਾ ਵਾਲੇ ਮੋੜਾ ਕੱਟ ਕੇ ਤੇ ਦਿੱਲੀ ਭਾਜਪਾ ਦਫ਼ਤਰ ਨੂੰ, ਤੇ ਜੇ ਭਾਜਪਾ ਦਫ਼ਤਰ ਵੀ ਨਹੀਂ ਤੇ ਝੰਡੇ ਵਾਲਾ ਨੂੰ ਤੁਰ ਪਿਆ। ਝੰਡੇ ਵਾਲਾ ਬਹੁਤੇ ਲੋਕਾਂ ਨੂੰ ਪਤਾ ਨਹੀਂ। ਜੀ, ਜਿੱਦਾਂ ਮਿਰਜ਼ਾ ਗਾਰਬ ਦਾ ਇਲਾਕਾ ਸੀ ਨਾ ਬਿੱਲੀ ਮਾਰਾਂ, ਉੱਦਾਂ ਹੀ ਦਿੱਲੀ 'ਚ ਇੱਕ ਇਲਾਕਾ ਝੰਡੇ ਵਾਲਾ, ਜੀ, ਜਿੱਥੇ ਆਰਐਸਐਸ ਦਾ ਮੁੱਖ ਦਫ਼ਤਰ ਹੈ। ਹੁਣ ਜਿਹੜੇ ਬੀਜੇਪੀ ਦੇ ਪੰਜਾਬ ਦੇ ਲੀਡਰ ਆ, ਉਹ ਬਾਦਲਾਂ ਦੇ ਘਰ ਨੂੰ ਨਹੀਂ ਜਾਂਦੇ,
ਝੰਡੇ ਵਾਲਾ ਨੂੰ ਜਾਂਦੇ ਆ ਤੇ ਇਕੱਲੇ ਉਹ ਨਹੀਂ ਜਾਂਦੇ। ਅਕਾਲੀਆਂ ਦੇ ਵਿੱਚੋਂ ਮੈਂ 15-16 ਨਾਂ ਗਿਣਾ ਸਕਦਾ ਜਿਨ੍ਹਾਂ ਦੇ ਬਾਰੇ ਪਤਾ ਲੱਗਾ ਜੀ ਕਿ ਝੰਡੇ ਵਾਲਾ 'ਚ RSS ਦਫ਼ਤਰ 'ਚ ਹਾਜ਼ਰੀ ਭਰ ਆਏ ਆ ਜੀ, ਅਸੀਂ ਮਹਾਰਾਜ ਜੋ ਤੁਸੀਂ ਆਖੋਗੇ ਉਹ ਕਰਾਂਗੇ, ਤੁਸੀਂ ਗੱਲ ਨਾ ਵਧਾਓ। ਇਹਨਾਂ ਹਾਲਾਤ ਦੇ ਵਿੱਚ ਪਰਸੋਂ ਹੀ ਇੱਕ ਮੁੰਡੇ ਨੇ ਲਿਖਿਆ ਸੀ ਅਕਾਲੀ ਭਾਜਪਾ ਗੱਠਜੋੜ ਬਾਰੇ, ਇਹਨਾਂ ਦੀ ਤਰਜੀਹ ਯਾਰੀ ਤਰਕ ਕਰਕੇ ਟੁੱਟਣ ਲੱਗੀ ਆ, ਤੇ ਥੱਲੇ ਲਿਖਿਆ ਸੀ ਸਾਡੀ ਲੱਗਦੀ ਕਿਸੇ ਨਾ ਵੇਖੀ ਤੇ ਟੁੱਟਦੀ ਨੂੰ ਜਗ ਜਾਣਦਾ। ਜਿੱਦਣ ਲੱਗੀ ਸੀ ਜੀ ਉਦੋਂ ਦਿੱਲੀ ਬੈਠ ਕੇ ਬਾਦਲ ਸਾਹਿਬ, ਟੌੜਾ ਸਾਹਿਬ, ਵਾਜਪਾਈ ਸਾਹਿਬ, ਅਡਵਾਨੀ ਸਾਹਿਬ ਇਹਨਾਂ ਚੌਂ ਨੇ 1996 ਦੇ ਵਿੱਚ ਬੈਠ ਕੇ ਗੱਲ ਕੀਤੀ ਸੀ ਤੇ 1996 ਦੀਆਂ ਪਾਰਲੀਮੈਂਟ ਚੋਣਾਂ ਇਕੱਠੀਆਂ ਲੜੀਆਂ ਸੀ। ਜੀ ਅੱਜ ਸਥਿਤੀ ਹੈ ਕਿ ਗਲੀ ਗਲੀ ਰੌਲਾ ਪੈ ਰਿਹਾ। ਬਿਲਕੁਲ ਸਹੀ। ਅੱਛਾ, ਉਦੋਂ ਮੇਰੇ ਖਿਆਲ 2015 ਦੀ ਆਪਾਂ ਗੱਲ ਕਰੀਏ, ਕਿਉਂਕਿ ਮੈਂ ਅਗਲਾ ਸਵਾਲ ਤੁਹਾਨੂੰ ਡੇਰੇ ਸਿਰਸੇ ਵਾਲੇ ਬਾਰੇ ਪੁੱਛਣਾ ਕਿ ਜਿਹੜਾ ਬੇਅਦਬੀ ਕਾਂਡ ਦੀ ਸਾਜ਼ਿਸ਼ ਹੈ ਕਹਿੰਦੇ ਡੇਰੇ ਸਿਰਸੇ ਬਹਿ ਕੇ ਬਣਾਈ ਸੀਗੀ, ਉਸ ਗੱਲ ਨੂੰ ਥੋੜ੍ਹਾ ਦੇਖੀ, ਕਿਉਂਕਿ 2015 ਜਦੋਂ ਇਹਨਾਂ ਦੀ ਆਪਸ 'ਚ ਇੱਟ ਖੜਕਾ ਸੀ ਉਦੋਂ ਅਕਾਲੀ ਦਲ ਨੇ ਭਾਜਪਾ ਦੇ ਖਿਲਾਫ ਵੀ ਪ੍ਰਦਰਸ਼ਨ ਕੀਤਾ ਸੀ, ਬਾਬੇ ਦੀ ਫਿਲਮ ਕਿਉਂ ਨਹੀਂ ਰੋਕਦੇ, ਤੇ ਬਾਅਦ ਮੁੜ ਕੇ ਚੁੱਪ ਕਰ ਗਏ ਸੀ। ਨਹੀਂ, ਉਹ ਜਿਹੜਾ ਬਾਬੇ ਦੀ ਫਿਲਮ ਰੋਕਣ ਦਾ ਸੀ ਨਾ, ਇਹਨਾਂ ਨੇ ਵਿਰੋਧ ਵਿਖਾਵੇ ਵਾਸਤੇ ਕੀਤਾ ਸੀ ਜੀ। ਅਸਲ ਵਿੱਚ ਤੇ ਭਾਜਪਾ ਵਾਲਿਆਂ ਨੂੰ ਬਾਬਾ ਚਾਹੀਦਾ ਸੀ। ਭਾਜਪਾ ਦੀ ਬਾਬੇ ਨਾਲ ਕਿੰਨੀ ਸਾਂਝ ਉਹ ਤੇ ਪੰਚਕੂਲੇ 'ਚ ਹੀ ਪਤਾ ਲੱਗ ਗਿਆ ਸੀ ਜੀ। ਜਿਸ ਦਿਨ ਉਸ ਸਾਧ ਨੂੰ ਜਿਹੜਾ ਆਪਣੇ ਆਪ ਨੂੰ ਰੱਬ ਦਾ ਦੂਤ ਕਹਿੰਦਾ, ਮੈਸੇਂਜਰ ਆਫ ਗॉड, ਬਲਾਤਕਾਰ ਦੇ 2 ਕੇਸਾਂ ਵਿੱਚ ਦੋਸ਼ੀ ਠਹਿਰਾ ਕੇ ਜੇਲ੍ਹ ਭੇਜਿਆ ਗਿਆ। ਇੱਕੋ ਰਾਤ 'ਚ 40 ਲੋਕਾਂ ਦੇ ਕਤਲ ਹੋਏ ਸਨ, ਜਿਨ੍ਹਾਂ 'ਚੋਂ 29 ਰਾਜਧਾਨੀ ਚੰਡੀਗੜ੍ਹ ਦੇ ਨਾਲ ਜੁੜਦੇ ਪੰਚਕੂਲੇ 'ਚ ਹੋਏ ਸਨ। ਜੀ। ਹਰਿਆਣੇ ਦੀ ਸਰਕਾਰ ਮਰ ਗਈ ਸੀ। ਇਹਨਾਂ ਦਾ ਮੁੱਖ ਮੰਤਰੀ ਸ਼ਾਮ ਨੂੰ ਹਸਪਤਾਲ ਗਿਆ ਜ਼ਖਮੀਆਂ ਨੂੰ ਵੇਖਣ, ਤੇ ਪੱਤਰਕਾਰਾਂ ਨੇ ਮਨੋਹਰ ਲਾਲ ਖੱਟਰ ਨੂੰ ਪੁੱਛਿਆ, ਖੱਟਰ ਸਾਹਿਬ ਤੁਸੀਂ ਮੁੱਖ ਮੰਤਰੀ ਨੂੰ ਆਹ ਕੀ ਹੋ ਰਿਹਾ? ਕਹਿੰਦਾ ਡੇਰੇ ਵਾਲੇ ਤਾਂ ਬੜੇ ਸੱਚੇ ਸੁੱਚੇ ਆਦਮੀ, ਸੱਚੇ ਸੌਦੇ ਵਾਲੇ, ਗਲਤ ਕੰਮ ਨਹੀਂ ਕਰ ਸਕਦੇ। ਇਹ ਤਾਂ ਐਂਟੀ ਸੋਸ਼ਲ ਐਲੀਮੈਂਟ ਆਣ ਬੜੇ ਉਹਨਾਂ ਨੇ ਕਰ ਦਿੱਤਾ। ਇਹ ਤੇ ਉਦੋਂ ਤੱਕ ਵੀ ਉਹਨੂੰ ਬਚਾਉਂਦੇ ਰਹੇ ਸੀ। ਇਹ ਬਾਬੇ ਦੇ ਖਿਲਾਫ ਨਹੀਂ ਸੀ। ਅਕਾਲੀਆਂ ਨੇ ਜਿਹੜਾ ਬੰਬੇ ਸਮਝੌਤਾ ਕਰਕੇ ਆਇਆ ਸੀ ਉਹਨਾਂ ਦਾ ਪ੍ਰਧਾਨ, ਜਿਹਦੇ ਵਾਸਤੇ ਅਕਾਲ ਤਖਤ ਤੋਂ ਬਿਨਾਂ ਮੰਗੀ ਮਾਫੀ ਦਵਾਈ ਸੀ ਜੀ, ਉਸ ਮੁਆਫੀ 'ਚ ਇਹ ਸੌਦਾ ਕੀਤਾ ਸੀ ਕਿ ਤੇਰੀ ਫਿਲਮ ਵੀ ਚਲਾਵਾਂਗੇ। ਜਿਹੜੀ ਤੇਰੀ ਫਿਲਮ ਵੇਖਣ ਵਾਸਤੇ ਲੋਕ ਨਹੀਂ ਆਉਂਦੇ ਤੇ ਅਸੀਂ ਅਕਾਲੀ ਵਰਕਰਾਂ ਨੂੰ ਵੀ ਖਿਲਾਵਾਂਗੇ। ਘਲਾਏ ਵੀ ਸੀ। ਘਲਾਏ ਸੀ ਜੀ। ਬਠਿੰਡੇ 'ਚ, ਫਰੀਦਕੋਟ 'ਚ, ਮੁਕਤਸਰ 'ਚ। ਮੁਕਤਸਰ ਨੂੰ ਮੁਕਤਸਰ ਸਾਹਿਬ ਕਹਿ ਦਿਓ, ਅਗਲੀ ਵਾਰੀ ਆ ਕੇ ਸ੍ਰੀ ਮੁਕਤਸਰ ਸਾਹਿਬ ਕਹਿ ਦਿਓ, ਪਰ ਅੰਦਰੋਂ ਸੱਚੇ ਸੌਦੇ ਵਾਲੀ ਢਾਹ ਲਾਈ ਜਾਓ। ਜੀ। ਆਪਣੇ ਬੰਦਿਆਂ ਨੂੰ ਘੇਰ ਕੇ ਸ੍ਰੀ ਮੁਕਤਸਰ ਸਾਹਿਬ ਦੇ ਵਿੱਚੋਂ ਸੱਚੇ ਸੌਦੇ ਵਾਲੇ ਬਾਬੇ ਦੀ ਫਿਲਮ ਵੇਖਣ ਭੇਜੋ। ਇਹ ਸਭ ਕੁਝ ਹੋਇਆ ਸੀ। ਇਹ ਜਿਹੜਾ ਮੁਜ਼ਾਹਰਾ ਸੀ, ਮੁਜ਼ਾਹਰਾ ਤੇ ਵਿਖਾਵੇ ਵਾਸਤੇ ਸੀ। ਜੀ। ਜਿਹੜਾ ਕਿ ਲੋਕਾਂ ਦੀ ਨਬਜ਼ ਟੋਈ ਸੀ, ਜੇ ਤਾਂ ਲੋਕੀ ਜ਼ਿਆਦਾ ਖਿਲਾਫ ਹੋਣ ਤੇ ਫਿਲਮ ਰੋਕ ਦਿਆਂਗੇ, ਤੇ ਜੇ ਲੋਕੀ ਚੱਲਦੇ ਹੋਏ ਤੇ ਫਿਲਮ ਚਲਾ ਦਿਆਂਗੇ। ਉਹ ਟੋਣ ਵਾਸਤੇ 2 ਮਹੀਨੇ ਬਾਅਦ ਮੁੜ ਕੇ ਚਲਾ ਵੀ ਦਿੱਤੀ ਸੀ। ਚਲਾਤੀ, ਫਿਰ ਤੇ ਚੱਲਣ ਵਿੱਚ ਪੂਰੀ ਮਦਦ ਵੀ ਕੀਤੀ ਵੀ ਉਹ ਗੱਡੀ ਕਿਤੇ ਜੇ ਚਿੱਕੜ 'ਚ ਫਸੀ ਹੋਵੇ ਨਹੀਂ ਨਾ ਚੱਲਦੀ, ਤੇ ਮੋਢਾ ਲਾ ਕੇ ਧੱਕਾ ਲਾ ਕੇ ਵੀ ਉਹਨੂੰ ਤੋਰਿਆ ਸੀ ਨਾ। ਜੀ। ਨਹੀਂ, ਹੁਣ ਸਾਜ਼ਿਸ਼ ਦੀ ਆਪਾਂ ਗੱਲ ਕਰੀਏ, ਜਿਹੜਾ ਬੇਅਦਬੀ ਕਾਂਡ ਵਾਲੀ ਗੱਲ ਚੱਲਦੀ ਫਿਰਦੀ ਹੈ ਜੀ ਇਸ ਵਕਤ, ਕਿ ਹੁਣ ਜਿਹੜੀ ਸਾਜ਼ਿਸ਼ ਹੈ ਉਹ ਡੇਰੇ 'ਚੋਂ ਹੋਈ ਸੀਗੀ, ਉਧਰ ਨੂੰ ਚਰਚਾ ਚੱਲਦੀ ਹੈ, ਇਸ ਚੀਜ਼ ਨੂੰ ਕਿਵੇਂ ਦੇਖਦੇ ਆ? ਦੇਖੋ, ਇੱਕ ਡੇਰੇ ਵਾਲਿਆਂ ਦਾ ਬੰਦਾ ਜਿੰਮੀ ਹੈ ਜੀ। ਉਹ ਜਤਿੰਦਰ ਵੀਰ ਹੈ ਉਹਦਾ ਨਾਂ। ਉਹ ਜਿੰਮੀ ਜਦੋਂ ਫੜਿਆ ਗਿਆ, ਉਹਦੇ ਫੜੇ ਜਾਣ ਤੋਂ ਬਾਅਦ ਉਹਨੇ ਕਈਆਂ ਦੇ ਨਾਂ ਲਿਆ ਸੀ। ਖਾਸ ਤੌਰ ਤੇ ਬਾਘੇ ਪੁਰਾਣੇ ਦੇ ਡੇਰੇ ਦਾ ਜਿਹੜਾ ਕਰਤਾ ਧਰਤਾ ਕਾਰ ਮੁਖਤਾਰ ਪ੍ਰਿਥੀ ਸਿੰਘ, ਉਹਦਾ ਨਾਂ ਆਉਂਦਾ ਸੀ ਜੀ। ਇਹਨਾਂ ਸਾਰਿਆਂ ਦੇ ਨਾਂ ਦੱਸੇ ਸੀ। ਹੁਣ ਜਦੋਂ ਪੁੱਛ ਪੜਤਾਲ ਤੋਂ ਬਾਅਦ ਅਦਾਲਤ ਵਿੱਚ ਉਹਦੇ ਬਿਆਨ ਕਰਾਏ ਗਏ, ਤੇ ਉਹਨੇ ਉਹਨਾਂ ਬਿਆਨਾਂ 'ਚ ਲਿਖਿਆ ਕਿ ਮੈਨੂੰ ਪ੍ਰਿਥੀ ਸਿੰਘ ਦਾ ਫੋਨ ਆਇਆ ਕਿ ਡੇਰੇ ਸੱਚੇ ਸੌਦੇ ਵਾਲਿਆਂ ਨੇ ਸੱਦਿਆ ਜੀ, ਤੇ ਤੂੰ ਉੱਥੇ ਜਾਣਾ, ਤੇ ਨਾਲ ਤੈਨੂੰ ਹਦਾਇਤ ਹੈ ਕਿ ਇਕੱਲਾ ਜਾਣਾ। ਕਹਿੰਦਾ ਮੈਂ ਚਲਾ ਕੇ ਤੜਕੇ ਉੱਠ ਕੇ ਗਿਆ ਉੱਥੇ। ਜੀ। ਜਾ ਕੇ ਉੱਥੇ ਪੁੱਛਿਆ, ਤੇ ਉਹਨਾਂ ਨੇ ਆਖਿਆ ਜੀ ਸੱਚੇ ਸੌਦੇ ਡੇਰੇ ਦੇ ਐਡਮਿਨ ਬਲਾਕ, ਯਾਨੀ ਐਡਮਿਨਿਸਟ੍ਰੇਸ਼ਨ ਬਲਾਕ ਜਿਹੜਾ, ਉਹ 'ਚ ਕਮਰਾ ਨੰਬਰ 4 'ਚ ਪਹੁੰਚ ਜਾ। ਕਹਿੰਦਾ ਮੈਂ ਉੱਥੇ ਗਿਆ, ਤੇ ਉੱਥੇ ਫਲਾਣਾ ਬੰਦੇ ਬੈਠੇ। ਜੀ। ਉੱਥੇ ਉਹ ਕਹਿੰਦਾ ਪਹਿਲਾਂ ਸਾਨੂੰ ਸਹੁੰ ਚੁਕਾਈ ਗਈ ਕਿ ਤੁਸੀਂ ਗੱਲ ਬਾਹਰ ਨਹੀਂ ਦੱਸਣੀ। ਫਿਰ ਸਾਨੂੰ ਇਹ ਆਖਿਆ ਗਿਆ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨੀ ਹੈ, ਤੁਹਾਨੂੰ ਬੀੜ ਪਹੁੰਚਾਤੀ ਜਾਵੇਗੀ, ਇਹਦੇ ਅੰਗ ਪਾੜ ਕੇ ਤੋੜ ਕੇ ਅੱਡ-ਅੱਡ ਥਾਵਾਂ 'ਤੇ ਖਿਲਾਰਨੇ। ਅਗਲੇ ਦਿਨ ਦੀਪਕ ਮਲੋਟ ਨਾਂ ਦੇ ਬੰਦੇ ਨੇ ਮੈਨੂੰ ਸੱਦ ਕੇ ਆਖਿਆ ਕਿ ਤੇਰਾ ਸਮਾਨ ਆਇਆ। ਉਹਨੇ ਸਮਾਨ ਦੇ ਦਿੱਤਾ, ਗੁਰੂ ਗ੍ਰੰਥ ਸਾਹਿਬ ਦੀ ਬੀੜ ਸੇ ਅਸੀਂ ਲੈ ਕੇ ਆ ਗਏ, ਫਲਾਣੇ ਦੇ ਘਰ ਬੈਠ ਕੇ ਅਸੀਂ ਪਾੜੀ, ਫਿਰ ਉਹਦਾ ਇੱਕ ਇੱਕ ਅੰਗ ਕਰਕੇ ਅੱਡ-ਅੱਡ ਥਾਵਾਂ 'ਤੇ ਅਸੀਂ ਖਿਲਾਰਿਆ। ਖਿਲਾਰਨ ਵਾਸਤੇ 2 ਟੀਮਾਂ ਗਈਆਂ, ਉਹਨਾਂ ਦੋਵਾਂ ਟੀਮਾਂ 'ਤੇ ਮੋਟਰਸਾਈਕਲਾਂ 'ਤੇ ਇੱਕ ਪਾਸੇ ਅਸੀਂ ਖਿਲਾਰਦੇ ਗਏ, ਦੂਜੇ ਪਾਸੇ ਦੂਜੇ ਖਿਲਾਰਦੇ ਗਏ। ਆਹ ਕੁਛ ਉਹਨੇ ਕੀਤਾ। ਹੁਣ ਤਾਂ ਉਹਨੇ ਸਾਰਾ ਕੁਝ ਹੀ ਦੱਸ ਦਿੱਤਾ। ਉਹ ਸੱਚੇ ਸੌਦੇ ਵਾਲੇ ਤੇ ਅਜੇ ਵੀ ਮੰਨਣਗੇ ਨਾ ਮੰਨਣਗੇ, ਉਹ ਤਾਂ ਬਾਬਾ ਬਲਾਤਕਾਰੀ ਸਾਬਤ ਹੋਣ ਤੋਂ ਬਾਅਦ ਵੀ ਮੰਨਦਾ ਹੀ ਨਹੀਂ ਗਾ ਮੈਂ ਇਹ ਕੰਮ ਕੀਤਾ। ਜੀ। ਬਾਬੇ ਦੇ ਡੇਰੇ 'ਚ ਸਕਿਨ ਬੈਂਕ ਚੱਲਦਾ ਰਿਹਾ, ਜਿਹਦਾ ਕੋਈ ਲਾਇਸੈਂਸ ਨਹੀਂ ਸੀ। ਬਾਬੇ ਦੇ ਡੇਰੇ 'ਚ ਅਜੇ ਤਾਂ ਬਾਬੇ ਦੇ ਡੇਰੇ ਜਿਹੜੇ ਰੁੱਖ ਲੱਗੇ ਆ ਨਾ ਵੱਡੇ ਵੱਡੇ, ਜੀ। ਜੀ। ਉਹ ਪੁੱਟ ਕੇ ਵੇਖਿਆ ਜਾਵੇ, ਉਹਨਾਂ ਥੱਲੇ ਲਾਸ਼ਾਂ ਦੱਬੀਆਂ ਨੇ। ਜੀ। ਉਹ ਵੀ ਕੇਸ ਨਿਕਲਣਾ, ਕੱਢਿਆ ਜਾਣਾ ਚਾਹੀਦਾ।
ਜੀ ਕਿਉਂਕਿ ਇਹਨਾਂ ਨੇ ਇਹ ਰਵਾਇਤ ਪਾਈ ਸੀ ਕਿ ਕਿਸੇ ਥਾਂ ਤੇ ਸੱਚੇ ਸੌਦੇ ਦਾ ਕੋਈ ਪੈਰੋਕਾਰ ਗੁਜ਼ਰ ਜਾਵੇ ਤੇ ਲਿਆਓ ਉਹਨੂੰ ਇੱਥੇ ਸੱਚੇ ਸੌਦੇ ਡੇਰੇ 'ਚ ਦਫਨਾ ਦਿੱਤਾ ਜਾਵੇ, ਜਾਂ ਜੇ ਸੰਸਕਾਰ ਨਾ ਕਰਨਾ ਤੇ ਕਰਕੇ ਉਹਦੀ ਸਵਾਧ ਦਫਨਾ ਦਿੱਤੀ ਜਾਵੇ। ਉਹਦੇ ਉੱਤੇ ਅਸੀਂ ਇੱਕ ਬੂਟਾ ਲਾਵਾਂਗੇ ਤੇ ਉਹ ਅਮਰ ਹੋ ਜਾਏਗਾ, ਉਹਦੀ ਮੁਕਤੀ ਹੋ ਜਾਏਗੀ। ਬੜੇ ਲੋਕ ਲਾਸ਼ਾਂ ਲਿਆਉਂਦੇ ਰਹੇ, ਪਰ ਜਿੰਨੀਆਂ ਲਾਸ਼ਾਂ ਬਾਹਰੋਂ ਆਈਆਂ ਉਹ ਵੱਖਰੀਆਂ। ਜਿਹੜਾ ਬੰਦਾ ਡੇਰੇ 'ਚ ਮਾੜੀ ਮੋਟੀ ਕੋਈ ਭੇਦ ਦੀ ਗੱਲ ਜਾਣ ਲੈਂਦਾ ਸੀ, ਉਹ ਜਿਹੜੇ ਮਾਰ ਕੇ ਦੱਬੇ ਆ ਉਹ ਕਿੰਨੇ ਆ? ਅਜੇ ਰੁੱਖਾਂ ਦੇ ਸਿਰ ਲਾਸ਼ਾਂ ਪੁੱਟ ਕੇ ਤਾਂ ਨਹੀਂ ਚੈੱਕ ਕੀਤੀਆਂ ਗਈਆਂ? ਜੀ ਜੀ ਕਰਨੀਆਂ ਚਾਹੀਦੀਆਂ। ਇਸ ਡੇਰੇ ਦੇ ਅੰਦਰ ਤੇ ਪਤਾ ਨਹੀਂ ਕੀ ਕਤਲੇਆਮ ਹੁੰਦਾ ਰਿਹਾ, ਕੀ ਕੁਝ ਕਰਦੇ ਰਹੇ ਜੀ। ਉੱਥੋਂ ਹੁਣ ਜਿਹੜੀ ਸਾਰੀ ਕਹਾਣੀ ਆਈ ਸੀ, ਇਹਦੇ 'ਚ ਇਸ ਵੇਲੇ ਜ਼ਰੂਰੀ ਹੋ ਗਿਆ ਕਿ ਜਿਹੜੀ ਵਿਸ਼ੇਸ਼ ਜਾਂਚ ਟੀਮ ਆ ਉਸ ਡੇਰਾ ਮੁਖੀ ਨੂੰ ਰੋਹਤਕ ਦੀ ਜੇਲ੍ਹ ਵਿੱਚੋਂ ਵੀਡੀਓ ਕਾਨਫਰੰਸਿੰਗ ਨਹੀਂ ਗੁੱਟੋ ਫੜ ਕੇ ਲਿਆਵੇ। ਜੀ ਇੱਕ ਪ੍ਰੋਡਕਸ਼ਨ ਵਾਰੰਟ ਹੁੰਦਾ, ਇੱਕ ਪ੍ਰੋਟੈਕਸ਼ਨ ਵਾਰੰਟ ਹੁੰਦਾ। ਪ੍ਰੋਟੈਕਸ਼ਨ ਵਾਰੰਟ ਇਹ ਹੈ ਕਿ ਇਹਦੀ ਹਿਫਾਜ਼ਤ ਕੀਤੀ ਜਾਵੇ। ਪ੍ਰੋਡਕਸ਼ਨ ਵਾਰੰਟ ਹੁੰਦਾ ਲਿਆ ਕੇ ਪ੍ਰੋਡਿਊਸ ਕੀਤਾ ਜਾਵੇ, ਜੀ ਉਹਨੂੰ ਲਿਆ ਕੇ ਵਿਸ਼ੇਸ਼ ਜਾਂਚ ਟੀਮ ਦੇ ਸਾਹਮਣੇ ਰੱਖਿਆ ਜਾਵੇ, ਫਿਰ 2-4 ਦਿਨ ਉਹਦੀ ਥੋੜ੍ਹੀ ਖਿਦਮਤ ਕੀਤੀ ਜਾਵੇ, ਬਾਬਾ ਜੀ ਕੀਤੀ ਜਾਵੇ। ਜਦੋਂ ਬਾਬਾ ਜੀ ਕਹਿਣਗੇ ਬਹੁਤ ਹੋ ਗਈ ਜੀ, ਇੰਨੀ ਕੁ ਸੇਵਾ ਕਾਫੀ ਆ, ਫਿਰ ਦੱਸ ਦੇਣਗੇ ਸਭ ਕੁਝ। ਉਹਨਾਂ ਚਿਰ ਤੱਕ ਬਾਬੇ ਨੇ ਦੱਸਣਾ ਨਹੀਂ। ਜੀ ਔਰ ਵਿਸ਼ੇਸ਼ ਜਾਂਚ ਟੀਮ ਦੇ ਕੋਲ ਕਿਉਂਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਹੈ, ਉਸ ਰਿਪੋਰਟ ਵਿੱਚ ਜਿਨ੍ਹਾਂ ਦੇ ਨਾਂ ਹੈ ਕਿ ਅੱਧੀ ਰਾਤ ਨੂੰ ਕੌਣ ਕਿਹਦੇ ਨਾਲ ਫੋਨ ਕਰਦਾ ਰਿਹਾ। ਜੇ ਉਹਦੇ 'ਚ ਇਹ ਜ਼ਿਕਰ ਆਉਂਦਾ ਕਿ 12 ਵਜੇ ਤੋਂ ਬਾਅਦ ਸੁੱਤੇ ਪਏ ਚੀਫ ਮੈਡੀਕਲ ਆਫਿਸਰ ਨੂੰ ਉਠਾ ਕੇ ਆਖਿਆ ਗਿਆ ਕਿ ਨਰਸਾਂ, ਫਾਰਮਾਸਿਸਟ ਤੇ ਡਾਕਟਰ ਸਾਰੇ ਬੁਲਾ ਲਾ, ਕੁਝ ਹੋਣ ਲੱਗਾ, ਤੇ ਉਹ ਤੋਂ 2 ਘੰਟੇ ਬਾਅਦ ਗੋਲੀ ਚੱਲਦੀ ਹੈ। ਆ ਜਿਹੜੀਆਂ ਮਾਰਕੁੱਟ ਦੀਆਂ ਦਫਾਵਾਂ 323 ਮਾਰਕੁੱਟ ਦੀ ਹੁੰਦੀ ਹੈ ਜੀ, 324 ਥੋੜ੍ਹੇ ਜ਼ਿਆਦਾ ਸੱਟ ਦੀ ਹੁੰਦੀ ਹੈ, 325 ਤਿੱਖੀ ਧਾਰ ਦੀ ਹੁੰਦੀ ਹੈ, 325 ਜਿਹੜੀ ਉਹਦੇ ਨਾਲ ਹੱਡੀ ਟੁੱਟਦੀ ਹੁੰਦੀ ਹੈ, 326 ਸਿੱਧਾ ਸ਼ਾਰਪ ਐਜ ਵੈਪਨ ਜਿਹੜਾ ਹੱਡੀ ਤੱਕ ਜਾਣਦੀ ਹੁੰਦੀ ਹੈ। ਜੀ ਇਹ ਸਾਰੀਆਂ ਜਿਹੜੀਆਂ ਸ਼ੁਰੂ ਕਿੱਥੋਂ ਹੁੰਦੀਆਂ? 320 ਤੋਂ 320 ਹੁੰਦੀ ਸਾਜ਼ਿਸ਼ ਦੀ ਹੈ। ਇਸ ਸਾਜ਼ਿਸ਼ ਦੇ ਵਿੱਚ ਜਿਹੜੇ ਲੋਕ ਸ਼ਾਮਲ ਸਨ, ਜਿਨ੍ਹਾਂ ਨੂੰ 2 ਘੰਟੇ ਪਹਿਲਾਂ ਪਤਾ ਲੱਗਿਆ ਸੀ ਗੋਲੀ ਚਲਾਉਣੀ ਆ, ਤੇ ਡਾਕਟਰ ਨਰਸਾਂ ਸੱਦ ਲਓ। ਜੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ 'ਚ ਉਹਨਾਂ ਦੇ ਨਾਂ ਹੈਗੇ ਆ ਤੇ ਉਹਨਾਂ ਸਾਰਿਆਂ ਨੂੰ ਸੱਦਿਆ ਜਾਣਾ ਚਾਹੀਦਾ। ਜੀ ਔਰ ਇਸ ਮਾਮਲੇ 'ਚ ਸਿੱਖ ਪੰਥ ਨੂੰ ਵੀ ਸੋਚਣਾ ਚਾਹੀਦਾ ਕਿ ਜਿਨ੍ਹਾਂ ਲੋਕਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਂ ਦੇ ਉੱਤੇ ਰਾਜਨੀਤੀ ਕੀਤੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਈ ਹੈ, ਕਿੰਨਾ ਕੁ ਚਿਰ ਬਰਦਾਸ਼ਤ ਕਰੋ? ਜੀ ਬਿਲਕੁਲ ਸਹੀ ਗੱਲ। ਸੋ ਇਹ ਵੀ ਗੱਲ ਆਉਣ ਵਾਲੇ ਪਾਸੇ ਨੂੰ ਤੁਰਨੀ ਹੈ। ਅੱਛਾ ਮਨੂ ਸਾਹਿਬ, ਆਪਣੇ ਇਹ ਗੱਲ ਕਰਦਿਆਂ ਇੱਕ ਮੇਰਾ ਖਿਆਲ ਹਨੀਪ੍ਰੀਤ ਦਾ ਨਾਮ ਵੀ ਸੀਗਾ, ਇੱਕ ਦਰਸ਼ਕ ਨੇ ਪੁੱਛਿਆ, ਉਹਦੇ ਬਾਰੇ ਜ਼ਰੂਰ ਦੱਸੋ ਜੀ। ਵਿਚਾਰੀ ਜੇਲ੍ਹ 'ਚ ਬੈਠੀ ਆ। ਨਹੀਂ, ਪਿਛਲੇ ਦਿਨ ਤੇ ਇਜਾਜ਼ਤ ਮਿਲ ਗਈ ਫੋਨ ਫਾਨ ਕਰਨ ਦੀ, ਕਹਿੰਦੇ ਹੁਣ ਫੋਨ ਉਹਦੇ 'ਚ ਹੱਦਾਂ ਨੇ ਜੀ। ਮਾਂ-ਬਾਪ ਨੂੰ, ਭੈਣ ਭਰਾ ਨੂੰ ਫੋਨ ਕਰ ਸਕਦੀ ਹੈ। ਜੀ ਜੀ ਅਜੇ ਉਹ ਬਾਬੇ ਵਾਸਤੇ ਇਜਾਜ਼ਤ ਨਹੀਂ ਮਿਲੀ ਵੀ ਉਹਨੂੰ ਵੀ ਫੋਨ ਕਰ ਲਿਆ ਕਰ। ਅੱਛਾ ਜੀ। ਉੱਦਾਂ ਇੱਕ ਵਕਤ ਸੀ ਜਦੋਂ ਬਿਨਾਂ ਕਿਸੇ ਅਧਿਕਾਰ ਤੋਂ ਇਹ ਹਰ ਗੱਲ ਵਾਸਤੇ ਅਧਿਕਾਰਤ ਸੀ। ਜੀ ਬਾਬੇ ਦੇ ਬੈੱਡਰੂਮ ਤੋਂ ਜਿਹੜੀ ਇੱਕ ਸੁਰੰਗ ਸਾਧਵੀਆਂ ਦੇ ਰਹਿਣ ਵਾਲੇ ਟਿਕਾਣੇ ਤੱਕ ਜਾਂਦੀ ਸੀ, ਜੀ ਜੀ ਜਿਹਦੇ ਵਿੱਚ ਖਿੜਕੀ ਰੋਸ਼ਨਦਾਨ ਤੱਕ ਨਹੀਂ ਸੀ। ਜਦੋਂ ਰਿਪੋਰਟਾਂ ਇਹ ਆਉਂਦੀਆਂ ਕਿ ਉਸ ਸੁਰੰਗ ਦਾ ਵੀ ਇਕੱਲਾ ਇਸੇ ਨੂੰ ਪਤਾ ਸੀ, ਇੱਥੋਂ ਤੱਕ ਵੀ ਰਾਜ ਜਾਣਦੀ ਸੀ। ਜੇ ਉਹ ਧੱਕੇ ਨਾਲ ਅਦਾਲਤ ਵਿੱਚੋਂ ਬਾਬੇ ਦੀ ਗੱਡੀ 'ਚ ਬੈਠ ਸਕਦੀ ਹੈ, ਚੰਡੀ ਮੰਦਰ ਫੌਜੀ ਛਾਉਣੀ ਦੇ ਵਿੱਚ ਹੈਲੀਕਾਪਟਰ ਖੜਾ, ਉੱਥੋਂ ਜਾ ਕੇ ਧੱਕੇ ਨਾਲ ਹੈਲੀਕਾਪਟਰ 'ਚ ਬੈਠ ਸਕਦੀ ਹੈ, ਰੋਹਤਕ ਜੇਲ੍ਹ ਤੱਕ ਜਾਂਦਿਆਂ ਬਾਬੇ ਨੂੰ ਨਾਲ ਦੀ ਨਾਲ ਚਾਕਲੇਟ ਖਵਾ ਸਕਦੀ ਹੈ। ਜੀ ਫੋਟੋ ਆਈਆਂ ਸਨ। ਹਾਂਜੀ ਹਾਂਜੀ, ਬਾਬਾ ਜੀ ਨੇ ਖਾਧੀ ਚਾਕਲੇਟ ਖਾਧੀ। ਉਹਦਾ ਰੈਪਰ ਵੀ ਵਿਕਿਆ ਹੋਊਗਾ ਮਨੂ ਸਾਹਿਬ ਨੇ। ਮੇਰਾ ਖਿਆਲ ਹੈ ਜੇ ਉਹ ਕਹਿ ਦੇਣ ਕਿ ਬਾਬਾ ਜੀ ਦਾ ਰੈਪਰ ਹੈ, ਆਖਰੀ ਰੈਪਰ ਜਿਹੜਾ ਜਾਣਾ ਜਿਹੜਾ ਉਹ ਚਾਕਲੇਟ ਵਾਲਾ, ਤੇ ਸੇਲ ਲਾ ਦੇਣ, ਤੇ ਕਈ ਇਦਾਂ ਦੇ ਹੋਣਗੇ ਜਿਨ੍ਹਾਂ ਨੇ ਆਖਣਾ ਜੀ ਪਿਤਾ ਜੀ ਦੇ ਚਾਕਲੇਟ ਦਾ ਰੈਪਰ ਆ, ਉਹਦੀ ਸੇਲ ਵੀ 5-10 ਲੱਖ ਰੁਪਈਆ ਪਿਤਾ ਜੀ ਤੱਕ ਪਹੁੰਚਾ ਸਕਦੀ ਹੈ। ਪਤਾ ਨਹੀਂ ਉੱਥੇ ਪਹੁੰਚੇ ਕਿ ਹਨੀਪ੍ਰੀਤ ਤੱਕ ਪਹੁੰਚੇ। ਹੁਣ ਹਨੀਪ੍ਰੀਤ ਦਾ ਇਹ ਕੀ ਪੁੱਛਣਾ ਚਾਹੁੰਦੇ ਮੈਨੂੰ ਪਤਾ ਨਹੀਂ। ਨਹੀਂ ਬਸ ਉਹ ਇਹੀ ਸੀਗਾ ਕਿ ਵੀ ਉਹਦੇ ਤੇ ਚਾਰਜ ਕੀ ਆ ਤੇ ਉਹਦਾ ਕੀ ਜਾਪਦਾ ਸਾਨੂੰ। ਉਹ ਆਪਾਂ ਬਾਬੇ ਦੀ ਗੱਲ ਉਹੀ ਕਰਦੇ ਨੇ। ਕਈ ਕਿੰਨੇ ਸਾਰੇ ਚਾਰਜ ਨੇ, ਜਿਨ੍ਹਾਂ ਚੋਂ ਸਭ ਤੋਂ ਜਿਹੜਾ ਸੀਰੀਅਸ ਚਾਰਜ ਆ ਜੀ ਉਹ ਇਹ ਆ ਕਿ ਜਿਸ ਦਿਨ ਬਾਬੇ ਨੂੰ CBI ਅਦਾਲਤ ਨੇ ਦੋਸ਼ੀ ਡਿਕਲੇਅਰ ਕੀਤਾ, ਉਹਦੇ ਬਾਅਦ ਜਿਹੜੇ ਪੰਚਕੂਲੇ ਵਿੱਚ ਦੰਗੇ ਭੜਕੇ ਤੇ ਜਿਹੜੇ ਉਸ ਦੰਗਿਆਂ ਦੇ ਦੌਰਾਨ 29 ਕਤਲ ਹੋਏ, ਜੀ ਉਹਨਾਂ ਕਤਲਾਂ ਦਾ ਇਸ਼ਾਰਾ ਇਹਨੇ ਕੀਤਾ ਸੀ। ਇਹ ਬਾਹਰ ਕਹਿ ਕੇ ਗਈ ਸੀ ਕਿ ਜੇ ਬਾਬਾ ਜੀ ਨੂੰ ਛੱਡ ਦਿੱਤਾ ਤੇ ਮੈਂ ਫਲਾਨਾ ਇਸ਼ਾਰਾ ਕਰੂੰਗੀ, ਤੇ ਜੇ ਮੈਂ ਬਾਬਾ ਜੀ ਨੂੰ ਉਹਨਾਂ ਨੇ ਫੜਨ ਦਾ ਯਤਨ ਕੀਤਾ ਤੇ ਮੈਂ ਲਾਲ ਰੰਗ ਦਾ ਬਰੀਫਕੇਸ ਚੁੱਕਾਂਗੀ, ਜੀ ਤੇ ਉਹ ਚੁੱਕਦੇ ਸਾਰੀ ਤੁਸੀਂ ਹੁੱਲੜਬਾਜੀ ਕਰ ਦੇਣੀ ਹੈ ਤੇ ਉਸ ਰੋਏ ਰੱਪੇ 'ਚ ਆਪਾਂ ਬਾਬਾ ਜੀ ਨੂੰ ਕੱਢ ਕੇ ਲੈ ਜਾਈਏ। ਉਹ ਇਸ਼ਾਰਾ ਇਹਨੇ ਕੀਤਾ ਸੀ ਜੀ। ਉਹਦਾ ਕਰਕੇ ਉਹ 29 ਬੰਦਿਆਂ ਵਾਲੇ ਕਤਲ ਵਿੱਚ ਇਹ ਬੀਬੀ ਫਸਦੀ ਹੈ। ਸੋ ਉਹ ਉਸ ਕੇਸ ਦੇ ਵਿੱਚ ਮੈਂ ਦੱਸਦਾ ਜੀ ਆਪਣੇ ਦਰਸ਼ਕਾਂ ਨੂੰ ਕਿ ਤੁਸੀਂ ਇਸ ਵਕਤ ਦੇਖ ਰਹੇ ਹੋ ਜੀ ਪ੍ਰੋਗਰਾਮ ਪ੍ਰਾਈਮ ਫੋਕਸ,
ਪ੍ਰਾਈਮ ਏਸ਼ੀਆ ਟੀਵੀ ਤੇ ਅੱਜ ਅਸੀਂ ਗੱਲ ਤਾਂ ਵੈਸੇ ਸ਼ੁਰੂ ਕੀਤੀ ਸੀ ਮੋਦੀ ਸਰਕਾਰ ਤੋਂ, ਕਿਉਂਕਿ ਅੱਜ ਉਹਨਾਂ ਦਾ ਅੰਤਰਿਮ ਬਜਟ ਜਿਹੜਾ ਜੀ ਇਸ ਵਕਤ ਸੰਸਦ ਦੇ ਵਿੱਚ ਉਹ ਕਾਰਵਾਈ ਜਿਹੜੀ ਸ਼ੁਰੂ ਹੋ ਗਈ ਹੈ ਤੇ ਅੱਜ ਇਹ ਅੰਤਰਿਮ ਬਜਟ ਹੈ ਜਿਹੜਾ ਕਿ ਕਿਉਂਕਿ ਇੱਕ ਜਿਹੜੀ ਜਾਣ ਲੱਗੀ ਸਰਕਾਰ ਹੁੰਦੀ ਹੈ ਅਗਲੇ ਸਾਲ ਦਾ ਮਾੜਾ ਮੋਟ ਕੰਮਕਾਰ ਚਲਾਉਣ ਦੇ ਲਈ, ਪਰ ਇਹਦੇ ਵਿੱਚੋਂ ਬਹੁਤ ਜਿਹੜੇ ਲਾਰੇ ਨਿਕਲਣ ਦੀ ਆਸ ਹੈ। ਉਸ ਤੋਂ ਬਾਅਦ ਘੁੰਮਦੀ ਘੁਮਾਉਂਦੀ ਗੱਲ ਚਲੋ ਬੇਅਦਬੀ ਕਾਂਡ 'ਤੇ ਆਈ ਹੈ, ਤੇ ਇੱਕ ਚੀਜ਼ ਮੈਂ ਜ਼ਰੂਰ ਤੁਹਾਨੂੰ ਪੁੱਛਣੀ ਚਾਹੁੰਦਾ ਬਨ ਸਾਹਿਬ, ਉਹ ਇਹ ਹੈ ਕਿ ਵੀ ਇਹ ਜਿਵੇਂ ਹੁਣ SIT ਨੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ, ਤੇ ਤੁਹਾਨੂੰ ਕੀ ਲੱਗਦਾ ਕਿ ਇਹਦੀ ਜਿਹੜੀ ਜਾਂਚ ਹੈ ਕਿੱਥੋਂ ਤੱਕ ਜਾ ਸਕਦੀ, ਕਿਉਂਕਿ ਦਰਸ਼ਕ ਵੀ ਚਾਹਵਾਨ ਨੇ, ਕਿਉਂਕਿ SIT ਬਹੁਤਾ ਕੁਝ ਨਹੀਂ ਦੱਸਦੀ, ਪਰ ਸਰਕਮਸਟੈਂਸਿਸ ਨੂੰ ਦੇਖਦਿਆਂ ਹੋਇਆ ਤੁਸੀਂ ਕੀ ਸੋਚਦੇ ਹੋ ਕਿੱਧਰ ਨੂੰ ਜਾ ਸਕਦੀ ਗੱਲ? ਅਜੇ ਤਾਂ SIT ਅਕਾਲ ਤਖਤ ਸਾਹਿਬ ਦੇ ਉਸ ਜਥੇਦਾਰ ਵੱਲ ਨੂੰ ਤੁਰੀ ਹੈ ਜੀ। ਇਹਨਾਂ ਨੇ ਇਹ ਨਹੀਂ ਆਖਿਆ ਕਿ ਉਹਨੂੰ ਸੱਦਣਾ, ਖਬਰਾਂ ਹੀ ਆਈਆਂ ਸੀ ਕਿ ਉਹਨੂੰ ਸੱਦਿਆ ਜਾ ਸਕਦਾ ਜੀ, ਤੇ ਉਹਨੇ ਪਹਿਲਾਂ ਹੀ ਕਰਨਾ ਸ਼ੁਰੂ ਕਰਤਾ। ਮੈਂ ਕਿਸੇ ਦੁਨਿਆਵੀ ਅਦਾਲਤ ਵਿੱਚ ਕਿਸੇ ਦੁਨਿਆਵੀ ਕਮੇਟੀ ਅੱਗੇ ਪੇਸ਼ ਹੋਣ ਨੂੰ ਤਿਆਰ ਨਹੀਂ, ਇਹ ਸਾਰੀ ਡਰਾਮੇਬਾਜ਼ੀ ਸੀ ਜੀ। ਇਹਨਾਂ ਨੇ ਆਖਿਆ ਜੇ ਅਸੀਂ ਸੱਦਣਾ ਹੀ ਨਹੀਂ ਸੀ ਆਪ ਉੱਥੇ ਚੱਲਣਾ, ਚੱਲ ਜਾਣ। ਜੇ ਬਾਬਾ ਕੱਲ੍ਹ ਨੂੰ ਫੜਿਆ ਗਿਆ ਜਿਹੜਾ ਅਕਾਲ ਤਖਤ ਦਾ ਜਥੇਦਾਰ ਹੁੰਦਾ ਸੀ ਜੀ, ਫਿਰ ਉਹ ਤੋਂ ਅੱਗੇ ਇਹ ਵੀ ਗੱਲ ਚੱਲ ਸਕਦੀ ਹੈ ਕਿ ਉਹਦੇ ਤੋਂ ਹੁਕਮਨਾਮਾ ਜਾਰੀ ਕਿਹਨੇ ਕਰਾਇਆ ਸੀ, ਜੀ, ਉਹ ਰੁੱਕਾ ਕਿਹਨੇ ਫੜਾ ਕੇ ਆਖਿਆ ਸੀ ਕਿ ਰੁੱਕੇ ਨੂੰ ਹੁਕਮਨਾਮੇ ਦਾ ਰੂਪ ਦੇ ਦਿਓ। ਜੀ। ਇਹ ਸਾਰਾ ਕੁਝ ਜਦੋਂ ਤੁਰਨਾ, ਇਹ ਬੜੇ ਖਤਰਨਾਕ ਥਾਂ ਤੱਕ ਗੱਲ ਜਾਣੀ ਹੈ। ਪੰਜਾਬ ਦੀ ਰਾਜਨੀਤੀ 'ਚ ਭੁਚਾਲ ਆ ਸਕਦਾ, ਔਰ ਉਹਦੇ ਵਾਸਤੇ ਥੱਲੇ ਥੱਲੇ ਜਿਸ ਤਰ੍ਹਾਂ ਵੱਡਾ ਭੁਚਾਲ ਆਉਣ ਤੋਂ ਪਹਿਲਾਂ ਥੱਲੇ ਕੰਬਣੀਆਂ ਛੋਟੇ ਛੋਟੇ ਕਾਂਬਾ ਮਹਿਸੂਸ ਕਰਦੇ ਆ ਸਾਇੰਸਦਾਨ, ਇਸ ਵੇਲੇ ਅਕਾਲੀ ਰਾਜਨੀਤੀ ਦੇ ਵਿੱਚ ਇੱਕ ਕਾਂਬਾ ਮਹਿਸੂਸ ਕੀਤਾ ਜਾ ਰਿਹਾ। ਜਿਹੜੀ ਪਰਸੋਂ ਸ਼ਾਮ ਦੀ ਖਬਰ ਹੈ ਕਿ ਸ਼੍ਰੋਮਣੀ ਕਮੇਟੀ ਦੇ 20 ਮੈਂਬਰਾਂ ਨੇ ਵੱਖਰੀ ਮੀਟਿੰਗ ਕੀਤੀ ਆ ਜੀ। ਇਹ ਐਵੇਂ ਨਹੀਂ, ਇੱਕ ਹੋਰ ਬੜੇ ਵੱਡੇ ਅਹੁਦੇਦਾਰ ਨੇ ਆਖਿਆ ਕਿ ਮੈਨੂੰ ਅੱਗੇ ਲਾ ਕੇ ਲੋਕਾਂ ਤੋਂ ਬੁਰਾ ਬਣਾਉਂਦੇ ਰਿਹਾ, ਪਰ ਮੈਨੂੰ ਉੱਥੇ ਪੁੱਛਦਾ ਕੌਣ ਸੀ? ਸਾਰਾ ਕੁਝ ਤੇ ਫਲਾਣੇ ਫਲਾਣੇ ਬੰਦੇ ਬਾਦਲ ਸਾਹਿਬ ਨੇ ਮੇਰੇ ਖੱਬੇ ਸੱਜੇ ਲਾਏ ਸੀ, ਉਹ ਕਰਦੇ ਰਹੇ, ਮੈਂ ਤੇ ਐਵੇਂ ਸਾਂ ਜੀ। ਇੱਕ ਹੋਰ ਥਾਂ ਤੇ ਇੱਕ ਸਾਬਕਾ ਮੰਤਰੀ ਨੂੰ ਕਿਸੇ ਦੂਜੇ ਨੂੰ ਮਨਾਉਣ ਵਾਸਤੇ ਭੇਜਿਆ ਗਿਆ, ਤੇ ਪਤਾ ਇਹ ਲੱਗਾ ਕਿ ਉੱਥੇ ਉਹਨਾਂ ਦੋਵਾਂ ਨੇ ਮੰਨਣ ਮਨਾਉਣ ਦੀ ਥਾਂ ਇਹ ਆਖਿਆ ਤੈਨੂੰ ਵੀ ਬਹੁਤ ਰੋਲਦੇ ਰਹੇ, ਘੱਟ ਮੇਰੇ ਨਾਲ ਵੀ ਨਹੀਂ ਕੀਤੀ, ਮੈਂ ਜਾ ਕੇ ਕਹਿ ਦੂੰਗਾ ਉਹ ਮੰਨਦਾ ਨਹੀਂ, ਤੂੰ ਮੇਰੇ ਬਾਰੇ ਜੋ ਕਹਿਣਾ ਹੈ ਕਹਿ ਦੀ, ਪਰ ਟਿਕਿਆ ਨਹੀਂ। ਇਹ ਰਾਜਨੀਤੀ ਪੰਜਾਬ ਦੀ ਕਾਲੀ ਰਾਜਨੀਤੀ 'ਚ ਅੰਦਰੇ ਅੰਦਰ ਭੁਚਾਲ ਦੇ ਜਿਹੜੇ ਹਾਲਾਤ ਬਣਦੇ ਪਏ ਆ, ਇਹ ਜਿਹੜੇ ਅਸਮਾਨ 'ਚ ਘੁੰਮਦੇ ਫਿਰਦੇ ਆ ਨਾ ਜੀ, ਉਹ ਦੋਵੇਂ ਜੀ ਜੋ ਮਰਜ਼ੀ ਮਹਿਸੂਸ ਕਰਦੇ ਹੋਣ, ਥੱਲੇ ਹਾਲਾਤ ਚੰਗੇ ਨਹੀਂ। ਅੱਛਾ, ਹੁਣ ਇਹਦੇ ਨਾਲ ਰਿਲੇਟਡ ਇੱਕ ਸਵਾਲ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਜਿਹੜੀਆਂ ਆਪਾਂ ਪਿਛਲੀਆਂ ਗੱਲਾਂ ਕੀਤੀਆਂ ਨਾ ਉਹਨਾਂ ਨਾਲ ਵੀ ਜਾ ਕੇ ਜੁੜਦਾ ਇਹ ਸਾਰੇ ਕੁਝ ਦਾ ਜਿਹੜਾ ਤੁਸੀਂ ਭੁਚਾਲ ਦਾ ਜ਼ਿਕਰ ਕੀਤਾ, ਇਹਦੀ ਜਿਹੜੀ ਕੰਪਨ ਆ ਕਾਂਬਾ, ਇਹ ਭਾਜਪਾ ਨੇ ਮਹਿਸੂਸ ਕਰ ਲਿਆ ਲੱਗਦਾ, ਉਹਨਾਂ ਨੂੰ ਪਤਾ ਲੱਗਣ ਲੱਗ ਗਿਆ ਕਿ ਹਾਲਾਤ ਵਿਗੜਨ ਵਾਲੇ, ਇਸ ਕਰਕੇ ਆਪਾਂ ਹੁਣ ਪਾਲਾ ਬਦਲ ਲਈਏ। ਕਿਉਂਕਿ ਇੱਥੇ ਇੱਕ ਮੈਂ ਜ਼ਿਕਰ ਇਹ ਵੀ ਕਰਦਾ ਕਿ ਬ੍ਰਿਟੇਨ ਦੇ ਜਿਹੜੇ ਸਿੱਖ ਕੱਟੜਪੰਥੀ ਇਹ ਕਹਿੰਦੇ ਉਹਨਾਂ ਤੱਕ ਵੀ ਭਾਜਪਾ ਵਾਲਿਆਂ ਨੇ ਪਹੁੰਚ ਕੀਤੀ। ਇਹ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਇੰਨਾ ਚਿਰ ਤੱਕ ਗੱਲ ਦੱਬੀ ਰਹੀ ਹੈ। ਜੀ। ਜਿਹੜੇ ਬ੍ਰਿਟੇਨ ਦੇ ਆ, ਔਰ ਇਕੱਲੇ ਬ੍ਰਿਟੇਨ ਦੇ ਨਹੀਂ ਜੀ, ਬਾਹਰ ਬੈਠੇ ਜਿੰਨੇ ਵੀ ਨੇ, ਅਮਰੀਕਾ ਤੇ ਕੁਝ ਹੋਰ ਥਾਵਾਂ ਤੇ ਵੀ ਜੀ, ਉਹਦੇ ਕੱਟੜਪੰਥੀ ਸਿੱਖ ਨੇ, ਉਹਨਾਂ ਤੱਕ ਇਹ ਪਹੁੰਚ ਤਾਂ ਪਿਛਲੇ 2-3 ਸਾਲਾਂ ਤੋਂ ਭਾਜਪਾ ਵਾਲੇ ਕਰਦੇ ਪਏ ਨੇ। ਉਹਨਾਂ 'ਚ ਕਈ ਇਹੋ ਜਿਹੇ ਜਿਹੜੇ ਤੱਤੀਆਂ ਗੱਲਾਂ ਕਹਿਣ 'ਚ ਬਾਕੀ ਸਾਰਿਆਂ ਨੂੰ ਪਿੱਛੇ ਛੱਡ ਦਿੰਦੇ ਆ, ਪਰ ਹਫ਼ਤੇ ਪਿੱਛੋਂ ਇੱਕ ਅੱਧੀ ਵਾਰ ਹਾਈ ਕਮਿਸ਼ਨ ਦੇ ਅਫਸਰਾਂ ਨੂੰ ਮਿਲਦੇ ਆ। ਜੀ। ਇਹ ਜਿਹੜੀ ਪਹੁੰਚ ਇਸ ਤਰ੍ਹਾਂ ਦੀ ਹੈ, ਇਹ ਹੁਣ ਨਹੀਂ ਹੋਣ ਲੱਗੀ, ਵਾਹਵਾ ਚਿਰ ਹੁੰਦੀ ਪਈ ਹੈ। ਹੁਣ ਲਗਭਗ ਖਾਸ ਤੌਰ 'ਤੇ ਇੱਕ ਬੰਦੇ ਦਾ ਨਾਂ ਆ ਗਿਆ ਜਿਹੜਾ ਬਹੁਤ ਕੱਟੜਪੰਥੀ ਹੁੰਦਾ ਸੀ, ਬਹੁਤ ਤਿੱਖਾ ਬੋਲਦਾ ਹੁੰਦਾ ਸੀ, ਉਹਦੇ ਤੱਕ ਇਹਨਾਂ ਨੇ ਪਹੁੰਚ ਕਰ ਲਈ ਹੈ। ਉਹ ਇੰਗਲੈਂਡ 'ਚ ਬੈਠਾ, ਉਹਨੇ ਬਾਕੀਆਂ ਨਾਲ ਇਹਨਾਂ ਦੀ ਮੀਟਿੰਗ ਕਰਾਈ ਹੈ। ਹੋ ਸਕਦਾ ਕੱਲ੍ਹ ਨੂੰ ਕੋਈ ਰਾਹ ਕੱਢ ਲੈਣ ਜੀ, ਪਰ ਜੇ ਇਹਨਾਂ ਨੇ ਕੋਈ ਰਾਹ ਕੱਢਿਆ, ਉਹਦਾ ਅਕਾਲੀ ਰਾਜਨੀਤੀ 'ਤੇ ਕੀ ਅਸਰ ਪਏਗਾ, ਇਹ ਦੋਵੇਂ ਕਿਸਮ ਦੀ ਗੱਲ ਹੋ ਸਕਦੀ ਹੈ। ਉੱਦਾਂ ਅੱਜ ਕੱਲ੍ਹ ਭਾਜਪਾ ਦੇ ਹੈ ਕਿ ਜਿੰਨਾ ਚਿਰ ਤੱਕ ਨਰਿੰਦਰ ਮੋਦੀ ਸਰਕਾਰ ਨਹੀਂ ਆ ਗਈ, ਜੀ, ਭਾਜਪਾ ਦੇ ਅੱਖਾਂ ਤੇ ਕੰਨ ਜਿਹੜੇ ਆ ਉਹ RSS ਦੇ ਵਰਕਰ ਹੁੰਦੇ ਸਨ। ਅੱਜ ਕੱਲ੍ਹ RSS ਦੇ ਵਰਕਰ ਨਹੀਂ। ਜੀ। ਰਾਜ ਸੱਤਾ 'ਚ ਆਉਣ ਤੋਂ ਬਾਅਦ ਕੇਂਦਰ ਦੀਆਂ ਸੂਈਆਂ ਏਜੰਸੀਆਂ ਤੇ ਜਿੱਥੇ ਜਿੱਥੇ ਇਹਨਾਂ ਦੀਆਂ ਸਰਕਾਰਾਂ, ਉੱਥੋਂ ਦੀ ਪੁਲਿਸ ਵਿਚਲੀਆਂ ਸੂਈਆਂ ਏਜੰਸੀਆਂ 'ਚ ਇਹਨਾਂ ਨੇ ਆਪਣੇ ਬੰਦੇ ਇਹੋ ਜਿਹੇ ਸੈੱਟ ਕਰ ਲਿਆ ਕਿ ਸਾਰੀਆਂ ਰਿਪੋਰਟਾਂ ਥੱਲਿਓਂ ਉਹਨਾਂ ਤੋਂ ਇਹ ਲੈ ਰਿਹਾ। ਪੰਜਾਬ ਵਿੱਚੋਂ ਇਹਨਾਂ ਦੇ ਕੋਲ ਰਿਪੋਰਟਾਂ ਇਹ ਨਾ ਪਹੁੰਚੀਆਂ ਹੋਣ, ਇਹ ਹੋ ਹੀ ਨਹੀਂ ਸਕਦਾ। ਜੋ ਕੁਝ ਇਸ ਵੇਲੇ ਪੰਜਾਬ 'ਚ ਹੁੰਦਾ ਪਿਆ, ਉਹ ਹਰ ਇੱਕ ਗੱਲ ਨੋਟ ਕਰਦੇ ਹੋਣਗੇ ਕਿ ਸੁਖਦੇਵ ਸਿੰਘ ਢੀਂਡਸਾ ਕੀ ਕਰਦਾ ਤੇ ਬ੍ਰਹਮਪੁਰਾ ਕੀ ਕਰਦਾ ਤੇ ਕਿਹੜਾ ਕਿਹੜਾ ਮੰਤਰੀ। ਆੜੀਆਂ ਗੱਲਾਂ ਸਾਡੇ ਕੋਲ ਆਉਂਦੀਆਂ ਨੇ ਕਿ ਸ਼੍ਰੋਮਣੀ ਕਮੇਟੀ ਦੇ 20 ਮੈਂਬਰਾਂ ਨੇ ਵੱਖਰੀ ਮੀਟਿੰਗ ਕੀਤੀ ਹੈ, ਇਹ ਉਹਨਾਂ ਕੋਲ ਨਾ ਗਈ ਹੋਊਗੀ। ਇਹ ਗੱਲ ਤੇ ਗਈ ਕੀ, ਇਹ ਵੀ ਤੇ ਹੋ ਸਕਦਾ ਨਾ ਉਹਨਾਂ ਹੀ ਮੀਟਿੰਗ ਕਰਵਾਈ ਹੋਵੇ।
ਜੀ। ਰਾਸ਼ਟਰੀ ਸਿੱਖ ਸੰਗਤ ਇਸ ਵੇਲੇ ਪੂਰੇ ਜ਼ੋਰ ਨਾਲ ਸਰਗਰਮ ਹੈ। ਜਦੋਂ 3 ਸਾਲ ਪਹਿਲਾਂ ਮਾਨਸਾ 'ਚ RSS ਨੇ ਕੈਂਪ ਲਾਇਆ ਸੀ ਜੀ ਤੇ RSS ਦਾ ਮੁਖੀ ਮੋਹਨ ਭਾਗਵਤ ਉਚੇਚੇ ਤੌਰ ਤੇ ਉੱਥੇ ਆਇਆ ਸੀ ਤੇ ਰਾਧਾ ਸਵਾਮੀ ਵਾਲੇ ਬਾਬਾ ਜੀ ਕਦੇ ਕਿਤੇ ਜਾਂਦੇ ਹੀ ਨਹੀਂ, ਜੀ ਇਹ ਉਚੇਚੇ ਤੌਰ ਤੇ ਉਹਨੂੰ ਮਿਲਣ ਵਾਸਤੇ ਉੱਥੇ ਗਏ ਸੀ। ਪਤਾ ਤੇ ਉਦੋਂ ਹੀ ਲੱਗ ਗਿਆ ਸੀ ਕਿ ਕੁਝ ਨਾ ਕੁਝ ਖਿਚੜੀ ਪੰਜਾਬ 'ਚ ਹੋਰ ਪੱਕਦੀ ਪਈ ਹੈ। ਬਿਲਕੁਲ ਸਹੀ ਗੱਲ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਵੀ ਹੋ ਸਕਦਾ ਜੀ। ਬਾਕੀ ਇਹ ਜੋ ਕੁਝ ਵੀ ਦੱਸਿਆ ਜਾਂਦਾ ਆਪ ਜੀ ਨੂੰ, ਇਹ ਜੋ ਇਸ ਵਕਤ ਮਾਹੌਲ ਚਾਲ ਹੁੰਦਾ ਜਾਂ ਖਬਰਾਂ ਹੁੰਦੀਆਂ ਨੇ ਜਾਂ ਕਨਸੂਆਂ ਹੁੰਦੀਆਂ ਨੇ, ਉਹ ਆਪ ਜੀ ਦੇ ਸਾਹਮਣੇ ਅਸੀਂ ਰੱਖ ਦਿੰਦੇ ਹਾਂ। ਇੱਕ ਪਾਸੋਂ ਆਪਾਂ ਉਮੀਦਵਾਰਾਂ ਤੇ ਪਾਰਟੀਆਂ ਦਾ ਜਿਹੜੇ ਅਪਰਾਧਿਕ ਪਿਛੋਕੜ ਦੀ ਗੱਲ ਚੱਲੀ ਹੈ ਵੀ ਉਹ ਦੱਸਣਾ ਪਊਗਾ, ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਤੁਸੀਂ? ਇੱਥੇ ਬੜੇ ਬੜੇ ਇਹੋ ਜਿਹੇ ਲੋਕ ਨੇ ਮਹਾਂਪੁਰਸ਼ ਜਿਨ੍ਹਾਂ ਤੇ ਕਈ ਭੱਦੇ ਤੋਂ ਭੱਦੇ ਮੁਕੱਦਮੇ ਚੱਲਦੇ ਜੀ, ਪਰ ਉਹ ਕਿਸੇ ਨੂੰ ਦੱਸਦੇ ਨਹੀਂ। ਚੋਣਾਂ ਲੜਦੇ ਆ, ਜਿੱਤਦੇ, ਅਗਲੀ ਵਾਰੀ ਫਿਰ ਆ ਜਾਂਦੇ। ਜੀ ਇਹੋ ਜਿਹਾ ਇੱਕ ਬੰਦਾ ਕੇਂਦਰ ਦੀ ਸਰਕਾਰ ਵਿੱਚ ਮੰਤਰੀ ਬਣ ਗਿਆ ਜਿਹਨੇ ਲਿਖ ਕੇ ਦਿੱਤਾ ਕਿ ਆਂਧਰਾ ਪ੍ਰਦੇਸ਼ ਦੇ ਇੱਕ ਸਰਕਾਰੀ ਬੈਂਕ ਦੇ, ਜਿਹੜਾ ਕੇਂਦਰ ਸਰਕਾਰ ਦਾ ਬੈਂਕ ਆ, ਉਹਦੇ 'ਚ ਆਂਧਰਾ ਪ੍ਰਦੇਸ਼ 'ਚ 350 ਕਰੋੜ ਰੁਪਏ, 300 ਕਰੋੜ ਤੋਂ ਵੱਧ ਜੀ ਦਾ ਜਿਹੜਾ ਫਰਾਡ ਹੋਇਆ, ਉਹਦੇ ਪਰਚੇ 'ਚ ਮੇਰਾ ਨਾਮ ਹੀ ਆ। ਇਹਦੇ ਬਾਵਜੂਦ ਉਹ ਬੰਦਾ ਹੇਠੋਂ ਚੋਣ ਜਿੱਤ ਗਿਆ ਕਿਉਂਕਿ ਰੌਲਾ ਨਹੀਂ ਪਿਆ। ਜੀ ਫਿਰ ਕੇਂਦਰ ਸਰਕਾਰ 'ਚ ਮੰਤਰੀ ਬਣ ਗਿਆ। ਜਿਹਦੇ ਕੋਲ ਏਡੀਆਂ ਵੱਡੀਆਂ ਥੈਲੀਆਂ ਹੋਣ, ਮੰਤਰੀ ਬਣ 'ਚ ਕਿਹੜਾ ਦੇਰ ਲੱਗਦੀ ਹੈ। ਬਿਲਕੁਲ ਸਹੀ। ਬਣ ਗਿਆ। ਹੁਣ ਅੱਗੋਂ ਚੋਣ ਕਮਿਸ਼ਨ ਨੇ ਇਹ ਕਹਿ ਦਿੱਤਾ ਕਿ ਜਿਹੜੀਆਂ ਸਿਆਸੀ ਪਾਰਟੀਆਂ, ਉਹਨਾਂ ਨੂੰ ਆਪਣੀ ਵੈਬਸਾਈਟ ਦੇ ਉੱਤੇ ਇਹ ਪਾਉਣਾ ਪਏਗਾ ਕਿ ਫਲਾਣੇ ਬੰਦੇ ਨੂੰ ਅਸੀਂ ਟਿਕਟ ਦਿੱਤੀ ਹੈ, ਉਹਦੇ ਖਿਲਾਫ ਫਲਾਣੇ ਮੁਕੱਦਮੇ ਦਰਜ, ਫਲਾਣੇ ਮੁਕੱਦਮੇ 'ਚ ਉਹਨੂੰ ਸਜ਼ਾ ਹੋਈ ਆ ਪਰ ਅਪੀਲ ਉੱਤੇ ਕੀਤੀ ਹੈ, ਫਲਾਣੇ ਵਿੱਚ ਜੇ ਸਜ਼ਾ ਨਹੀਂ ਹੋਈ, ਮੁਕੱਦਮਾ ਚੱਲਦਾ ਪਿਆ, ਫਲਾਣੀ ਸ਼ਿਕਾਇਤ ਦਰਜ ਹੋਈ ਆ ਪਰ ਅਜੇ ਬਕਾਇਦਾ ਮੁਕੱਦਮਾ ਨਹੀਂ ਬਣੀ, ਸਭ ਕੁਝ ਉੱਥੇ ਦੇਣਾ ਪਏਗਾ। ਜੀ ਜਿਹੜਾ ਉਮੀਦਵਾਰ ਹੈ ਉਹਨੂੰ ਆਪਣੇ ਐਫੀਡੇਵਿਟ ਵੀ ਦੇਣਾ ਪਏਗਾ। ਨਾਲ ਇਹ ਕਹਿਤਾ ਕਿ ਟੀਵੀ ਚੈਨਲਾਂ ਦੇ ਉੱਤੇ ਤੇ ਪ੍ਰਿੰਟ ਮੀਡੀਆ 'ਚ ਮੋਟੇ ਅੱਖਰਾਂ 'ਚ, ਇੱਥੋਂ ਤੱਕ ਕਿ ਅੱਖਰ ਦਾ ਸਾਈਜ਼ ਕਿੱਡਾ ਹੋਵੇ, ਫੌਂਟ, ਜੀ ਉਹ ਵੀ ਦੱਸਦਾ ਕਿ ਇੰਨੇ ਫੌਂਟ ਦੇ ਵਿੱਚ ਇਹ ਲਿਖ ਕੇ ਦੇਣਾ ਪਵੇਗਾ, ਛਪਾਉਣਾ ਪਏਗਾ ਅਖਬਾਰ 'ਚ ਕਿ ਮੈਂ ਫਲਾਣੇ ਹਲਕੇ ਤੋਂ ਫਲਾਣੀ ਪਾਰਟੀ ਦਾ ਉਮੀਦਵਾਰ ਹਾਂ, ਮੇਰੇ ਉੱਤੇ ਆ ਮੁਕੱਦਮੇ ਚੱਲਦੇ ਆ। ਨਾਲ ਪਾਰਟੀ ਨੂੰ ਵੀ ਐਂਡੋਰਸ ਕਰਨਾ ਪਏਗਾ ਕਿ ਹਾਂ ਇਹ ਬੰਦਾ ਠੀਕ ਕਹਿੰਦਾ, ਇਹ ਸਾਡੀ ਪਾਰਟੀ ਦਾ ਉਮੀਦਵਾਰ ਹੈ, ਅਸੀਂ ਇੰਨੇ ਨੇਕ ਬੰਦੇ ਨੂੰ ਟਿਕਟ ਦਿੱਤੀ ਹੈ ਜਿਹਦੇ ਤੇ ਇੰਨੇ ਕੁ ਮੁਕੱਦਮੇ ਚੱਲਦੇ ਪਏ। ਜੀ ਪਿਛਲੇ 5 ਸਾਲਾਂ 'ਚ ਸਿਰਫ ਇੱਕ ਪਾਰਲੀਮੈਂਟ ਮੈਂਬਰ ਇਸ ਕਰਕੇ ਡਿਸਮਿਸ ਹੋਇਆ ਕਿ ਉਹਨੇ ਚੋਣ ਕਮਿਸ਼ਨ ਦੇ ਕੋਲ ਝੂਠ ਬੋਲਿਆ ਸੀ। ਜੀ ਉਹ ਬਿਹਾਰ ਦੇ ਵਿੱਚੋਂ ਸੀ ਤੇ ਭਾਰਤੀ ਜਨਤਾ ਪਾਰਟੀ ਦਾ ਸੀ। ਉਹਦੇ ਉੱਤੇ 3 ਮੁਕੱਦਮੇ ਸੀ। ਉਹਨੇ ਜਦੋਂ ਐਫੀਡੇਵਿਟ ਦਿੱਤਾ ਚੋਣ ਕਮਿਸ਼ਨ ਨੂੰ ਕਿ ਮੈਂ ਚੋਣ ਲੜਨ ਲੱਗਾ, ਮੈਂ ਉਮੀਦਵਾਰ ਹਾਂ ਫਲਾਣੇ ਹਲਕੇ ਤੋਂ, ਜੀ ਉਹ 'ਚ ਲਿਖਤਾ ਮੇਰੇ ਖਿਲਾਫ ਫਲਾਣੇ 2 ਮੁਕੱਦਮੇ ਆ। ਜਿਹੜਾ ਮੁਕੱਦਮਾ ਜ਼ਿਆਦਾ ਬੇਸ਼ਰਮੀ ਵਾਲਾ ਸੀ, ਜਿਹ ਤੋਂ ਡਰ ਸੀ, ਉਹ 'ਚ ਦਰਜ ਹੀ ਨਹੀਂ ਕੀਤਾ। ਬਾਅਦ ਵਿੱਚ ਕਿਸੇ ਨੇ ਸ਼ਿਕਾਇਤ ਕਰ ਦਿੱਤੀ। ਉਹ ਸ਼ਿਕਾਇਤ 'ਚ ਉਹਨੇ ਆਖਿਆ ਜੀ ਉਹ ਰਹਿ ਗਿਆ ਜੀ, ਰਹਿ ਗਿਆ। ਉਹ ਕਹਿੰਦੇ ਰਹਿ ਕਿੱਦਾਂ ਗਿਆ, ਜਦ ਤੂੰ ਉੱਥੋਂ ਜਮਾਨਤ ਕਰਾਈ, ਤੂੰ ਕਹਿੰਦਾ ਰਹਿ ਗਿਆ, ਤੈਨੂੰ ਪਤਾ ਸੀ। ਉਸ ਇਕੱਲੇ ਕੇਸ ਦੇ ਵਿੱਚ ਇਹ ਸਾਬਤ ਹੋ ਗਿਆ ਕਿ ਇਹਨੇ ਚੋਣ ਕਮਿਸ਼ਨ ਕੋਲ ਤੇ ਪਬਲਿਕ ਕੋਲ ਝੂਠ ਬੋਲਿਆ। ਉਹਨੂੰ ਪਾਰਲੀਮੈਂਟ ਮੈਂਬਰੀ ਉਹਦੀ ਖਾਰਜ ਕੀਤੀ ਗਈ, ਪਾਸੇ ਕੀਤਾ ਗਿਆ। ਇਹ ਸਾਰੇ 5 ਸਾਲਾਂ 'ਚ ਸਿਰਫ ਇੱਕ ਕੇਸ ਹੈ ਜੀ ਜੋ ਨਰਿੰਦਰ ਮੋਦੀ ਸਾਹਿਬ ਦੀ ਪਾਰਟੀ ਦਾ ਮੈਂਬਰ ਹੈ ਬਿਹਾਰ ਤੋਂ। ਅੱਗੋਂ ਤੋਂ ਚੋਣ ਕਮਿਸ਼ਨ ਨੇ ਕਹਿ ਦਿੱਤਾ ਕਿ ਹਰ ਉਮੀਦਵਾਰ ਨੂੰ ਇਹ ਦੱਸਣਾ ਪਏਗਾ ਮੇਰੇ ਖਿਲਾਫ ਕੋਈ ਅਪਰਾਧਿਕ ਕੇਸ ਹੈਗਾ ਕਿ ਨਹੀਂ ਹੈਗਾ, ਤੇ ਜਿਨ੍ਹਾਂ ਦੇ ਖਿਲਾਫ ਹੈਗਾ ਉਹਨਾਂ ਨੂੰ ਇਹ ਵੀ ਦੱਸਦਾ ਕਿ ਐਡਾ ਸਾਈਜ਼ ਹੋਵੇ ਕਿ ਐਡਾ ਅੱਖਰਾਂ ਦਾ ਸਾਈਜ਼ ਵੀ ਦੱਸਦਾ ਕਿ ਕਿਹੜੇ ਸਾਈਜ਼ ਦੇ ਵਿੱਚ ਤੁਸੀਂ ਪ੍ਰਿੰਟ ਮੀਡੀਆ 'ਚ ਅਖਬਾਰਾਂ ਵਿੱਚ ਛਪਾਉਣਾ ਤੇ ਟੀਵੀ ਦੇ ਉੱਤੇ ਚੈਨਲਾਂ ਦੇ ਉੱਤੇ ਦੇਣਾ ਕਿ ਮੈਂ ਇੱਦਾਂ ਦਾ ਸੱਚਾ ਸੁੱਚਾ ਬੰਦਾ। 2 ਗੱਲਾਂ ਦਿਮਾਗ 'ਚ ਆਉਂਦੀਆਂ ਮੈਨੂੰ। ਸੋ ਪਹਿਲੀ ਗੱਲ ਤੇ ਇਹ ਵੀ ਇਹ ਜਿੱਦਾਂ ਤੁਸੀਂ ਅੱਗੇ ਦੱਸ ਦਿੰਦੇ ਕਿ ਜਦੋਂ 60-65 ਦੇ ਵਿੱਚ ਨਵੇਂ ਲੋਕ ਵੋਟਾਂ ਪਾਉਣ ਲੱਗੇ ਤੇ ਥੋੜੀ ਜਦੋਂ ਗੱਲ ਧੋਖੇਦਹੀ ਵਾਲੀ ਜਾਂ ਸ਼ਰਾਬ ਪਿਆਉਣ ਵਾਲੀ ਸ਼ੁਰੂ ਹੋਈ ਤੇ ਲੋਕ ਬੁਰਾ ਮਨਾਉਂਦੇ ਸੀ, ਤੇ ਹੁਣ ਵੀ ਜਿੱਦਾਂ ਮੇਰੇ ਖਿਆਲ ਨਾਲ ਹੁਣ ਉਹ ਦੇਣ ਲੱਗੇ ਵੀ ਹਾਂਜੀ ਅਸੀਂ ਤੁਸੀਂ ਅਖਬਾਰਾਂ ਦੇ ਵਿੱਚ ਦੇਣਾ। ਸ਼ੁਰੂ 'ਚ ਨਮੋਸ਼ੀ ਮਨਾਉਣਗੇ, ਫਿਰ ਤੇ ਮੇਰੇ ਖਿਆਲ ਨਾਲ ਅਖਬਾਰਾਂ ਦੇ ਕਈ ਪੰਨੇ ਭਰੇ ਆਉਣੇ ਵੀ ਆਹ ਫਲਾਣੇ ਦਾ ਰਿਕਾਰਡ ਆ ਜੀ, ਆਹ ਢੀਂਡ ਦਾ ਰਿਕਾਰਡ ਆ। ਲੋਕਾਂ ਮਹਿਸੂਸ ਨਹੀਂ ਕਰਿਆ ਕਰਨਾ 10-15 ਸਾਲ ਬਾਅਦ। ਫਿਰ ਉਹ ਇਹ ਵੇਖਿਆ ਕਰਨਗੇ ਕਿ ਉਹਨੇ ਤੇ ਸਿਰਫ 2 ਕਤਲ ਕੀਤੀ ਆ, 3 ਵਾਲਾ ਉਹਦੇ ਨਾਲ ਵੱਧ ਕੁਆਲੀਫਾਈ ਕਰਦਾ। ਯਾਨੀ ਕੁਆਲੀਫਿਕੇਸ਼ਨ ਹੋ ਜਾਏਗੀ ਵੀ 2 ਮੁਕੱਦਮੇ ਵਾਲੇ ਨੂੰ ਵੋਟ ਪਾਉਣੀ ਆ ਕਿ 3 ਵਾਲੇ ਨੂੰ ਜੀ। ਤੇ ਜੇ ਮੁਕੱਦਮਿਆਂ ਵਾਲਾ, ਇੱਕ ਠੱਗੀ ਠੋਰੀ ਵਾਲਾ, ਇੱਕ ਬਲਾਤਕਾਰ ਵਾਲਾ, ਇੱਕ ਕਤਲ ਵਾਲਾ ਤੇ ਇੱਕ ਕਤਲ ਤੇ ਬਲਾਤਕਾਰ ਦੋਵਾਂ ਵਾਲਾ, ਫੇਰ ਕਿਹਨੂੰ ਜੇ ਚੁਣਨਾ ਦੱਸੋ? ਪਾਉਣੀ ਮਾੜੇ ਮੋਟੇ ਨੂੰ ਕਾਹਨੂੰ ਪਾਉਣੀ, ਫਿਰ ਸਿਖਰ ਵਾਲੇ ਨੂੰ ਪਾ ਦਿਓ, ਫਿਰ ਇਹ ਵੀ ਮੁਕਾਬਲਾ ਚੱਲ ਸਕਦਾ। ਹਿੰਦੁਸਤਾਨ ਤੇ ਜਿਹੜੀ ਲੋਕਤੰਤਰ ਦੀ ਅਵਸਥਾ ਪੈਰੋ ਪੈਰ ਗਰਕ ਹੁੰਦੀ ਗਈ ਜੀ। ਅਸੀਂ ਗਿਰਾਵਟ ਵਾਲੇ ਪਾਸੇ ਜਾ ਰਹੇ ਹਾਂ। ਇਹ 'ਚ ਸੁਧਾਰ ਦਾ ਕੁਝ ਚਿੰਨ੍ਹ ਨਹੀਂ ਆ ਰਿਹਾ। ਚਾਹੀਦਾ ਇਹ ਹੈ ਕਿ ਜਿਨ੍ਹਾਂ ਦੇ ਉੱਤੇ ਇਹੋ ਜਿਹੇ ਖਤਰਨਾਕ ਕੇਸ ਬਣ ਜਾਣ, ਜੀ ਉਹ ਇਹਨਾਂ ਗੱਲਾਂ ਦੇ ਉੱਤੇ ਮਤਲਬ
ਜਦ ਤੱਕ ਉਹ ਕੇਸਾਂ ਤੋਂ ਬਰੀ ਨਹੀਂ ਹੋ ਜਾਂਦੇ ਚੋਣ ਤੋਂ ਪਾਸੇ ਹਟ ਜਾ ਕਰਨ ਜੀ ਪਰ ਹੋ ਨਹੀਂ ਰਿਹਾ ਇੱਦਾਂ। ਇਹ ਤਾਂ ਸ਼ੁਰੂਆਤ ਹੀ ਹੈ, ਮੈਨੂੰ ਲੱਗਦਾ ਵੀ ਇਹ ਚੀਜ਼ ਹੋਣੀ ਆ। ਇੱਕ ਵੀ ਪਾਰਟੀ ਇਹ ਨਹੀਂ ਕਹਿੰਦੀ ਕਿ ਇਸ ਤਰ੍ਹਾਂ ਕਰਨਾ ਚਾਹੀਦਾ। ਸਾਰੇ ਇੱਕੋ ਹੀ ਬਹਾਨਾ ਮਾਰਦੇ ਆ, ਕਹਿੰਦੇ ਲੈ ਜੀ ਭਲਕ ਨੂੰ ਅਸੀਂ ਚੋਣ ਲੜਨੀ ਹੋਏ ਸਾਡੇ ਵਿਰੋਧੀਆਂ ਨੇ ਐਵੇਂ ਹੀ ਝੂਠਾ ਸੱਚਾ ਕੋਈ ਪਰਚਾ ਦਰਜ ਕਰਾ ਦੇਣਾ। ਜੇ ਐਵੇਂ ਝੂਠਾ ਸੱਚਾ ਪਰਚਾ ਦਰਜ ਕਰਾ ਦੇਣਗੇ ਬਾਅਦ 'ਚ ਸਾਬਤ ਨਾ ਹੋਏ ਜੀ ਤੁਸੀਂ ਉਹਦਾ 'ਤੇ ਉਲਟਾ ਕੇਸ ਕਰੋ, ਉਹਨੂੰ ਫਸਾਓ ਕਿ ਇਹਨੇ ਮੇਰੇ ਵਾਸਤੇ ਆਹ ਪਰਚਾ ਦਰਜ ਕਰਾਇਆ ਸੀ, ਜੀ ਮੇਰਾ ਇੰਨਾ ਨੁਕਸਾਨ ਹੋ ਗਿਆ ਕਰੀਅਰ ਦਾ, ਉਹਦਾ ਵੀ ਹਰਜਾਨਾ ਭਰੇ, ਇਸ ਬੰਦੇ ਨੂੰ ਜੇਲ੍ਹ ਵੀ ਭੇਜਿਆ ਜਾਵੇ, ਸਾਰਾ ਕੁਝ ਹੋ ਸਕਦਾ, ਤੁਸੀਂ ਕਰੋ। ਬਿਲਕੁਲ ਸਹੀ। ਪਰ ਇਹਦੇ ਬਹਾਨੇ ਥੱਲੇ ਇਹ ਛੋਟ ਲੈਣੀ ਕਿ ਕੋਈ ਨਹੀਂ ਗਾ ਕੇਸ ਵੱਖਰੇ ਚੱਲਦੇ ਰਹਿਣ। ਕਿਸੇ ਨੂੰ ਦੱਸੀਏ ਨਾ ਸਿਸਟਮ ਹੀ ਸਾਡਾ ਕਿੱਦਾਂ ਦਾ। ਤੁਸੀਂ ਇਹ ਵੇਖੋ ਕਿ 2009 ਦੇ ਵਿੱਚ ਅੰਮ੍ਰਿਤਸਰ ਤੋਂ ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਨਵਜੋਤ ਸਿੰਘ ਸਿੱਧੂ ਜਿੱਤ ਗਿਆ ਜੀ, ਕਾਂਗਰਸ ਦਾ ਉਮੀਦਵਾਰ ਓਮ ਪ੍ਰਕਾਸ਼ ਸੋਨੀ ਹਾਰ ਗਿਆ। ਸਿੱਧੂ ਪਾਰਲੀਮੈਂਟ ਮੈਂਬਰ ਬਣ ਗਿਆ, 5 ਸਾਲ ਬਣਿਆ ਗਿਆ ਰਿਹਾ। 2014 ਚ ਜਾ ਕੇ ਪਾਰਲੀਮੈਂਟ ਟੁੱਟ ਗਈ, ਨਵੀਆਂ ਚੋਣਾਂ ਹੋ ਗਈਆਂ। ਅਰੁਣ ਜੇਤਲੀ ਨੂੰ ਹਰਾ ਕੇ ਕੈਪਟਨ ਅਮਰਿੰਦਰ ਸਿੰਘ ਪਾਰਲੀਮੈਂਟ ਮੈਂਬਰ ਬਣ ਗਿਆ। ਜਿਹੜਾ ਓਮ ਪ੍ਰਕਾਸ਼ ਸੋਨੀ ਨੇ ਕੀਤਾ ਸੀ ਸਿੱਧੂ ਤੇ ਕੇਸ, ਉਹ ਅਜੇ ਵੀ ਚੱਲੀ ਜਾਵੇ ਜੀ। ਫਿਰ ਉਦੋਂ ਬਾਅਦ 2017 ਚ ਵਿਧਾਨ ਸਭਾ ਦੀਆਂ ਚੋਣਾਂ ਹੋ ਗਈਆਂ। ਅੰਮ੍ਰਿਤਸਰ ਦੇ ਇੱਕ ਹਲਕੇ ਤੋਂ ਨਵਜੋਤ ਸਿੱਧੂ ਐਮਐਲਏ ਬਣ ਗਿਆ ਕਾਂਗਰਸ ਪਾਰਟੀ ਵੱਲੋਂ, ਦੂਜੇ ਹਲਕੇ ਤੋਂ ਓਮ ਪ੍ਰਕਾਸ਼ ਸੋਨੀ ਐਮਐਲਏ ਬਣ ਗਿਆ ਕਾਂਗਰਸ ਪਾਰਟੀ ਵੱਲੋਂ, ਦੋਵੇਂ ਇੱਕੋ ਪਾਰਟੀ 'ਚ ਆ ਗਏ ਜੀ। ਕੈਪਟਨ ਅਮਰਿੰਦਰ ਸਿੰਘ ਨੇ ਪਾਰਲੀਮੈਂਟ ਦੀ ਸੀਟ ਛੱਡੀ, ਮੁੱਖ ਮੰਤਰੀ ਬਣ ਗਏ। ਇਹਨਾਂ ਦੋਵਾਂ ਨੂੰ ਉਹਨੇ ਮੰਤਰੀ ਬਣਾ ਲਿਆ। ਹੁਣ ਦੋਵੇਂ ਮੰਤਰੀ ਸੀ ਤੇ ਕੈਪਟਨ ਸਾਹਿਬ ਨੇ ਆਖਿਆ ਕਿ ਤੁਸੀਂ ਅਦਾਲਤ ਵਿੱਚ ਜਾ ਕੇ ਆਮੋ ਸਾਹਮਣੇ ਖਲੋਂਦੇ ਚੰਗੇ ਲੱਗਦੇ ਆ, ਚਲੋ ਤੁਹਾਡਾ ਸਮਝੌਤਾ ਕਰਾ ਦਈਏ। 2009 ਦਾ ਜਿਹੜਾ ਕੇਸ ਚੱਲਦਾ ਪਿਆ ਸੀ, 2018 ਚ ਆ ਕੇ ਸਮਝੌਤਾ ਹੋਇਆ ਜੀ। ਸੀਟ ਦੀ ਮਿਆਦ 5 ਸਾਲ ਆ ਫੈਸਲਾ 9 ਤੇ ਮੁਕੱਦਮਾ ਜਿਹੜਾ ਉਹ 9 ਸਾਲ ਚੱਲਿਆ। ਤੇ ਜਿਹੜੇ ਦੇਸ਼ 'ਚ ਇੰਨਾ ਵਧੀਆ ਕਾਨੂੰਨੀ ਸਿਸਟਮ ਹੈ, ਹਰ ਕੋਈ ਕਹਿੰਦਾ ਜੀ ਮੈਨੂੰ ਇਨਸਾਫ ਦੀਆਂ ਅਦਾਲਤਾਂ ਤੋਂ ਪੂਰਾ ਭਰੋਸਾ ਹੈ, ਉਹਨਾਂ ਤੇ ਜੀ ਭਰੋਸਾ ਤੇ ਹੈਗਾ। ਪਰ ਜਿਹੜਾ ਉਹ ਸੁਰਜੀਤ ਪਾਤਰ ਨੇ ਲਿਖਿਆ, ਇਸ ਅਦਾਲਤ ਵਿੱਚ ਬੰਦੇ ਬਿਰਖ ਹੋ ਗਏ, ਜੀ, ਫੈਸਲੇ ਸੁਣਦਿਆਂ ਸੁੱਕ ਗਏ, ਆਖੋ ਇਹਨਾਂ ਨੂੰ ਕਿ ਉਜੜੇ ਕਰੀ ਜਾਣ, ਹੁਣ ਇਹ ਕਦੋਂ ਤੱਕ ਕਿੱਥੇ ਖੜੇ ਰਹਿਣਗੇ। ਜੀ। ਸਾਡਾ ਜੇ ਸਿਸਟਮ ਇਹੋ ਜਿਹਾ ਜਿਹਦੇ 'ਚ ਬੰਦਾ ਉੱਥੇ ਅਦਾਲਤ ਦੇ ਬਾਹਰ ਖੜੋਤਾ ਰੁੱਖ ਬਣ ਜਾਂਦਾ। ਜੀ। 5 ਸਾਲ ਦੀ ਮਿਆਦ ਵਾਸਤੇ ਪਾਰਲੀਮੈਂਟ ਦੀ ਸੀਟ ਆ ਤੇ 9 ਸਾਲ ਮੁਕੱਦਮਾ ਚੱਲਦਾ। ਇਹਦਾ ਕੀ ਕਰੋਗੇ ਤੁਸੀਂ? ਤਾਮਿਲਨਾਡੂ ਦੇ ਵਿੱਚ ਇੱਕ ਬੰਦਾ ਇਦਾਂ ਦਾ ਜਿੱਤ ਗਿਆ ਜੀ। ਜਿੱਤਣ ਤੋਂ ਬਾਅਦ ਉਹਦੀ ਪਾਰਟੀ ਨੇ ਉਹਨੂੰ ਮੰਤਰੀ ਬਣਾ ਦਿੱਤਾ। ਜੀ। 5 ਸਾਲ ਪੂਰੇ ਉਹ ਮੰਤਰੀ ਬਣਿਆ ਰਿਹਾ, ਰਾਜ ਕਰਦਾ ਰਿਹਾ। ਉਹਦੇ ਤੋਂ 2 ਸਾਲ ਬਾਅਦ ਲੰਘਾ ਕੇ ਤੇ ਅਦਾਲਤ ਨੇ ਫੈਸਲਾ ਕਰਤਾ ਕਿ 7 ਸਾਲ ਪਹਿਲਾਂ ਜਿਹੜੀ ਦੀ ਐਮਐਲਏ ਦੀ ਚੋਣ ਸੀ ਨੇ ਗਲਤ ਜਿੱਤੀ ਸੀ, ਜੀ। ਵੀ ਉਹ 5 ਸਾਲ ਮੰਤਰੀ ਬਣਿਆ ਰਿਹਾ। ਨਾ ਰਿਕਾਰਡ 'ਚੋਂ ਤੁਸੀਂ ਉਹਦਾ ਨਾਂ ਕੱਟ ਸਕਦੇ ਆ, ਨਾ ਉਹਦੀਆਂ ਉਦੋਂ ਦੀਆਂ ਤਨਖਾਹਾਂ ਵਾਪਸ ਲੈ ਸਕਦੇ ਆ, ਜਿਹੜੇ ਉਹਨੇ ਫੈਸਲੇ ਕੀਤੇ ਉਹ ਤੁਸੀਂ ਵਾਪਸ ਨਹੀਂ ਲੈ ਸਕਦੇ। ਤੇ 7 ਸਾਲਾਂ ਬਾਅਦ ਸੱਪ ਲੰਘ ਗਿਆ, ਲਕੀਰ ਦੇ ਉੱਤੇ ਸੋਟੇ ਮਾਰ ਕੇ ਤੁਸੀਂ ਕਰੋਗੇ ਕੀ? ਇਹ ਸਾਡਾ ਸਿਸਟਮ ਹੈ ਹਿੰਦੁਸਤਾਨ ਦਾ। ਅਸੀਂ ਸੱਪ ਨੂੰ ਨਹੀਂ, ਲਕੀਰ ਨੂੰ ਸੋਟੇ ਮਾਰਦੇ। ਲਕੀਰ ਨੂੰ ਮਾਰਦੇ। ਮਨ ਸਾਹਿਬ, ਗੱਲਾਂ ਕਰਦੇ ਸਮਾਂ ਮੁੱਕ ਗਿਆ ਜੀ। ਤੁਸੀਂ ਸਮਾਂ ਕੱਢਿਆ, ਅੱਜ ਗੱਲਾਂ ਕੀਤੀਆਂ, ਬਹੁਤ ਧੰਨਵਾਦ ਤੁਹਾਡਾ। ਇਸ ਦੇ ਨਾਲ ਹੀ ਆਪਾਂ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਤੇ ਆਸ ਕਰਦੇ ਹਾਂ ਕਿ ਇਸੇ ਤਰ੍ਹਾਂ ਤੁਸੀਂ ਪ੍ਰਾਈਮ ਏਸ਼ੀਆ ਟੀਵੀ ਨੂੰ ਪਿਆਰ ਮੁਹੱਬਤ ਕਰਦੇ ਰਹੋਗੇ। ਫਿਲਹਾਲ ਦਿਓ ਇਜਾਜ਼ਤ। ਗੁਰਪ੍ਰੀਤ ਸੰਧਾਵਾਲੀਆ ਨੂੰ ਦੇਖਦੇ ਰਹਿਣਾ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।